ਦੇ ਵਿੱਚ ਅੱਜ ਗੱਲ ਚੱਕਰਵਿਊਹ ਦੀ। ਜੀ ਹਾਂ, ਪੰਜਾਬ ਦੇ ਸਿਰ ਚੜੇ ਕਰਜ਼ੇ ਦੇ ਚੱਕਰਵਿਊਹ ਦੀ। ਅਭਿਮਨਿਊ ਦੀ ਤਰ੍ਹਾਂ ਇਸ ਚੱਕਰਵਿਊਹ ਦੇ ਅੰਦਰ ਜਾਣਾ ਤਾਂ ਸਭ ਨੂੰ ਆਉਂਦਾ ਹੈ, ਪਰ ਬਾਹਰ ਕਿਵੇਂ ਨਿਕਲਣਾ ਹੈ ਸ਼ਾਇਦ ਕਿਸੇ ਦੇ ਕੋਲ ਕੋਈ ਫਾਰਮੂਲਾ ਨਹੀਂ ਹੈ। ਸਾਲ ਦਰ ਸਾਲ ਪੰਜਾਬ ਦੇ ਉੱਤੇ ਕਰਜ਼ੇ ਦੀ ਭੰਡ ਭਾਰੀ ਹੁੰਦੀ ਜਾ ਰਹੀ ਹੈ, ਆਪਾਂ ਲਗਾਤਾਰ ਸੁਣਦੇ ਹਾਂ, ਔਰ ਇੰਨੀ ਭਾਰੀ ਹੋ ਚੁੱਕੀ ਹੈ ਕਿ ਇਹ ਚੁੱਕਣੀ ਵੀ ਪੰਜਾਬ ਦੇ ਲਈ ਔਖੀ ਹੋ ਰਹੀ ਹੈ। ਇਹ ਮੁੱਦਾ ਅੱਜ ਇਸ ਲਈ ਕਿਉਂਕਿ ਆਰਡੀਐਫ ਦੇ ਮੁੱਦੇ ਉੱਤੇ ਰਾਜਪਾਲ ਨੇ ਜਦੋਂ ਜਵਾਬ ਦਿੱਤਾ ਮੁੱਖ ਮੰਤਰੀ ਦੀ ਚਿੱਠੀ ਦਾ, ਤਾਂ ਪੰਜਾਬ ਸਰਕਾਰ ਤੇ 50,000 ਕਰੋੜ ਦਾ ਕਰਜ਼ਾ ਚੁੱਕਣ ਦੇ ਇਲਜ਼ਾਮ ਲਗਾ ਦਿੱਤੇ। ਅੱਜ ਸਿਆਸੀ ਗੱਲ ਵੀ ਕਰਾਂਗੇ, ਸਿਆਸੀ ਆਗੂ ਸਾਡੇ ਨਾਲ ਜੁੜਨਗੇ, ਨਾਲ ਹੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੀ ਮੌਜੂਦਾ ਸਥਿਤੀ ਹੈ ਕੀ। ਪੰਜਾਬ ਦੇ ਉੱਘੇ ਅਰਥਸ਼ਾਸਤਰੀ ਨੇ ਡਾਕਟਰ ਕੇਸਰ ਸਿੰਘ ਭੰਗੂ, ਉਹਨਾਂ ਨੇ ਆਪਣੇ ਇੱਕ ਆਰਟੀਕਲ ਦੇ ਵਿੱਚ ਦਾਅਵਾ ਕੀਤਾ ਕਿ ਪੰਜਾਬ ਨੇ ਸਾਲ 2021-2022 ਦੇ ਵਿੱਚ ਦੇਸ਼ ਭਰ ਦੇ ਸੂਬਿਆਂ ਤੋਂ ਸਭ ਤੋਂ ਜ਼ਿਆਦਾ ਆਪਣੀ ਆਮਦਨ ਦਾ 21.3% ਵਿਆਜ ਦੇ ਰੂਪ ਦੇ ਵਿੱਚ ਹੀ ਮੋੜ ਦਿੱਤਾ। ਸੌਖੇ ਸ਼ਬਦਾਂ 'ਚ ਸਮਝਾਵਾਂ ਤਾਂ ਜੇ 100 ਰੁਪਇਆ ਕਮਾਈ ਹੋਈ ਤਾਂ ਉਸ ਦੇ ਵਿੱਚੋਂ 21-21.5 ਰੁਪਏ ਸਾਨੂੰ ਦੇਣੇ ਪੈ ਗਏ, ਜੋ ਅਸੀਂ ਕਰਜ਼ਾ ਚੁੱਕਿਆ ਹੋਇਆ ਉਸ ਦੇ ਵਿਆਜ ਦੇ ਤੌਰ ਦੇ ਉੱਤੇ। ਬਾਕੀ ਖਰਚੇ ਬਾਅਦ 'ਚ ਤਕਰੀਬਨ 21-21.5 ਰੁਪਏ ਆਪਾਂ ਉਸ ਦੇ ਉੱਪਰ ਖਰਚ ਕੀਤੇ। ਤਾਂ ਕੁੱਲ ਵਿੱਤੀ ਘਾਟਾ, ਇਹ ਵੀ ਦਾਅਵਾ ਹੈ ਕਿ ਕੁੱਲ ਵਿੱਤੀ ਘਾਟਾ 4.6% ਰਿਹਾ, ਜੋ ਕਿ ਵਿੱਤੀ ਜ਼ਿੰਮੇਵਾਰੀ ਕਾਨੂੰਨ ਦੇ ਮੁਤਾਬਿਕ 3.5% ਤੋਂ ਘੱਟ ਹੋਣਾ ਚਾਹੀਦਾ ਹੈ। ਹੁਣ ਸਵਾਲ ਇਹ ਹੈ ਕਿ ਇਹ ਸਥਿਤੀ ਪੰਜਾਬ ਦੀ ਇਸ ਤਰੀਕੇ ਨਾਲ ਕਿਉਂ ਹੋ ਰਹੀ ਹੈ, ਕਿ ਬਾਕੀ ਪੰਜਾਬ ਉਸ ਸਥਿਤੀ ਦੇ ਵਿੱਚ ਹੈ ਜਿੱਥੋਂ ਨਿਕਲਣਾ ਬਹੁਤ ਮੁਸ਼ਕਿਲ ਹੈ। ਇੱਕ ਹੋਰ ਅੰਕੜਾ ਤੁਹਾਨੂੰ ਦੱਸਦਾ ਜੋ ਇਨਫੈਕਟ ਅਸੀਂ ਅੱਜ ਕੱਢ ਕੇ ਵੀ ਲੈ ਕੇ ਆਏ ਹਾਂ, ਜੋ ਬਜਟ ਪੇਸ਼ ਕੀਤਾ ਗਿਆ ਇਸੇ ਸਾਲ ਪੰਜਾਬ ਸਰਕਾਰ ਦੇ ਵੱਲੋਂ, ਉੱਥੋਂ ਅਸੀਂ ਇਹ ਅੰਕੜਾ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਸਾਲ 2000-2001 ਦੇ ਵਿੱਚ ਪੰਜਾਬ ਦੇ ਸਿਰ 29,099 ਕਰੋੜ ਦਾ ਕਰਜ਼ਾ ਸੀ। 29,099 ਯਾਨੀ 30,000 ਤੋਂ ਘੱਟ। ਕਰੀਬ ਪਿਛਲੇ 20-22 ਸਾਲਾਂ ਦੇ ਵਿੱਚ ਇਹ ਕਰਜ਼ਾ 2022-23 ਦੇ ਵਿੱਚ 2,92,267 ਕਰੋੜ ਰੁਪਇਆ ਹੋ ਗਿਆ। ਔਰ ਇਹ ਵੀ ਤੁਹਾਨੂੰ ਦੱਸ ਦਵਾਂ ਕਿ ਬਜਟ ਦੇ ਵਿੱਚ ਇੱਕ ਅਨੁਮਾਨਿਤ ਇਹ ਵੀ ਕਿਹਾ ਗਿਆ ਹੈ ਕਿ 3,27,000 ਕਰੋੜ 23-24 ਦੇ ਵਿੱਚ ਇਹ ਕਰਜ਼ਾ ਹੋ ਸਕਦਾ ਹੈ। ਅੱਜ ਚਰਚਾ ਇਸ ਪੂਰੇ ਮੁੱਦੇ ਉੱਤੇ ਹੋਵੇਗੀ, ਸਮਝਾਉਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ ਕਿ ਵਾਕਈ ਪੰਜਾਬ ਦਾ ਪੈਸਾ ਕਿਹੜੇ ਸੈਕਟਰ ਦੇ ਵਿੱਚ ਜਾ ਰਿਹਾ ਹੈ, ਕਿੱਥੇ ਜਾ ਰਿਹਾ ਹੈ, ਔਰ ਕੀ ਵਾਕਈ ਉਸ ਵਾਲੇ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ। ਜਦੋਂ ਆਪਾਂ ਕਰਜ਼ਾ ਵੀ ਲੈਂਦੇ ਆ ਤਾਂ ਸੋਚਦੇ ਆ ਕਿ ਆਪਣੀ ਆਮਦਨ ਕਿੰਨੀ, ਆਪਾਂ ਨੂੰ 10,000 ਮਹੀਨੇ ਦਾ ਬਚ ਜਾਂਦਾ ਹੈ ਤਾਂ ਚਲੋ ਐਵੇਂ ਕਰਦੇ ਆ ਕਿ 1,000 ਰੁਪਏ ਦਾ ਕਰਜ਼ੇ ਵਾਲੀ ਕਿਸ਼ਤ ਆਪਾਂ ਬੰਨ ਲਈਏ। ਪਰ ਕੀ ਵਾਕਈ ਇਸ ਤਰੀਕੇ ਨਾਲ ਹੋ ਸਕਦਾ ਹੈ ਕਿ ਸਾਡੀ ਆਮਦਨ ਦੇ ਨਾਲੋਂ ਕਈ ਗੁਣਾ ਜ਼ਿਆਦਾ ਸਾਡਾ ਕਰਜ਼ਾ ਹੋ ਜਾਵੇ? ਜੇਕਰ ਨਹੀਂ ਤਾਂ ਫਿਰ ਸਟੇਟ ਕਿਉਂ ਇਸ ਤਰੀਕੇ ਨਾਲ ਕਰ ਰਹੀ ਹੈ ਜਾਂ ਫਿਰ ਚਲਾਈ ਜਾ ਰਹੀ ਹੈ? ਅੱਜ ਇਸ ਦੇ ਉੱਤੇ ਚਰਚਾ ਕਰਾਂਗੇ, ਕਰਜ਼ੇ ਦੇ ਚੱਕਰਵਿਊਹ। ਪੰਜਾਬ ਸਿਰ ਚੜੇ ਕਰਜ਼ੇ ਨੂੰ ਲੈ ਕੇ ਸੂਬੇ ਦੀ ਸਿਆਸਤ ਖੂਬ ਪੱਕੀ ਹੋਈ ਹੈ। ਜਦੋਂ ਮੁੱਖ ਮੰਤਰੀ ਮਾਨ ਨੇ ਗਵਰਨਰ ਨੂੰ ਪੱਤਰ ਲਿਖ ਕੇ ਕੇਂਦਰ ਦੇ ਕੋਲ ਆਰਡੀਐਫ ਦਾ ਮੁੱਦਾ ਚੁੱਕਣ ਦੀ ਮੰਗ ਰੱਖੀ ਤਾਂ ਗਵਰਨਰ ਨੇ ਸਰਕਾਰ ਤੋਂ ਹੀ 50,000 ਕਰੋੜ ਦੇ ਕਰਜ਼ੇ ਦਾ ਹਿੱਸਾ ਮੰਗ ਲਿਆ। ਬਸ ਗਵਰਨਰ ਨੇ ਕਰਜ਼ੇ ਵਾਲਾ ਅਜਿਹਾ ਜਿੰਨ ਕੱਢਿਆ ਕਿ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਈ। ਕਾਂਗਰਸ ਨੇ ਸਰਕਾਰ ਨੂੰ ਸਿੱਧਾ ਸਵਾਲ ਕੀਤਾ ਕਿ ਆਖਿਰ 50,000 ਕਰੋੜ ਦਾ ਇਸਤੇਮਾਲ ਕਿੱਥੇ ਹੋਇਆ ਹੈ। ਜਿੱਥੇ ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕੀਤਾ, ਉੱਥੇ ਨਵਜੋਤ ਸਿੰਘ ਸਿੱਧੂ ਵੀ ਪੁਰਾਣੇ ਅੰਦਾਜ਼ ਦੇ ਵਿੱਚ ਨਜ਼ਰ ਆਏ ਤੇ ਕਿਹਾ ਕਿ ਪੰਜਾਬ ਤੇ ਮੁਫਤ ਦੀ ਰਾਜਨੀਤੀ ਦੀ ਮਾਰ ਪਈ ਹੈ। ਤੁਸੀਂ ਕਿਹੜੇ ਕੰਮ ਨੂੰ ਚੁੱਕਿਆ, ਉਹ ਕਿੱਥੇ ਖਰਚੇ ਹੈ? ਕੀ ਹਸਪਤਾਲਾਂ ਤੇ ਖਰਚੇ ਹੈ ਕਿ ਤੁਸੀਂ ਆਪਣੀ ਪਬਲਿਸਿਟੀ ਤੇ ਖਰਚ ਦਿੱਤਾ ਹੈ? ਤੁਸੀਂ ਇਹ ਪੈਸਾ ਕਿੱਥੇ ਇਸਤੇਮਾਲ ਕੀਤਾ? ਕਿ ਜਹਾਜ਼ਾਂ ਤੇ ਖਰਚ ਦਿੱਤਾ ਹੈ, ਕਿ ਹੈਲੀਕਾਪਟਰਾਂ ਤੇ ਖਰਚ ਦਿੱਤਾ ਹੈ, ਕਿ ਆਪਣੀ ਜਿਹੜੀ ਹੁਣ ਸਿਕਿਉਰਿਟੀ ਲੈ ਕੇ ਘੁੰਮ ਰਹੇ ਹੋ ਵਿਆਹਾਂ ਸ਼ਾਦੀਆਂ ਤੇ ਉਹਦੇ ਤੇ ਖਰਚ ਦਿੱਤਾ ਹੈ? ਕਿੱਥੇ ਖਰਚੇ ਹੈ? ਤੁਹਾਡੀ ਨੀਤੀ ਤੇ ਇਹ ਹੈ ਪੰਜਾਬ ਜਾਏ ਟੱਠੇ ਖੂਚ, ਤੁਹਾਡੀ ਵੋਟ ਬੈਂਕ ਪੋਲਿਟਿਕਸ ਇੰਟੈਕਟ ਰਹੇ। ਏਦਾਂ ਹੀ ਬਰਬਾਦ ਹੋਇਆ ਪੰਜਾਬ। ਕੋਈ ਪੋਲਰਾਈਜੇਸ਼ਨ ਕਰਦਾ, ਕੋਈ ਵੋਟ ਬੈਂਕ ਪੋਲਿਟਿਕਸ ਕਰਦਾ, ਕੋਈ ਧੰਦਾ ਕਰਦਾ ਰਿਹਾ। ਇਹਦਾ ਰਿਜ਼ਲਟ ਇੰਨਾ ਗੰਭੀਰ ਹੈ ਕਿ ਅੱਜ ਜਿਹੜਾ ਸੂਬਾ ਨੰਬਰ 1 ਤੇ ਸੀਗਾ ਅਖੀਰ ਤੇ ਆ ਗਿਆ। ਕੈਗ ਦੀ ਰਿਪੋਰਟ ਕਹਿੰਦੀ ਹੈ ਕਿ ਅਗਲੇ 5-10 ਸਾਲਾਂ 'ਚ ਪੰਜਾਬ ਦਿਵਾਲੀਆ ਹੈ, ਕੋਈ ਚਾਰਾ ਨਹੀਂ ਰਹਿਣਾ। ਤਾਂ ਉੱਥੇ ਬੀਜੇਪੀ ਨੇ ਵੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਨੇ ਕੇਂਦਰ ਤੋਂ ਮਿਲੀ ਗ੍ਰਾਂਟ ਦਾ ਪੂਰਾ ਇਸਤੇਮਾਲ ਨਹੀਂ ਕੀਤਾ। 7,000 ਕਰੋੜ ਦੇ ਵਿੱਚੋਂ 4,000 ਕਰੋੜ ਦੀ ਵਰਤੋਂ ਨਹੀਂ ਕੀਤੀ ਗਈ। ਭਗਵੰਤ ਮਾਨ ਜੀ ਦੀ ਸਰਕਾਰ ਨੇ ਆਹ ਨਹੀਂ ਦੱਸਿਆ ਵੀ ਕੇਂਦਰ ਸਰਕਾਰ ਤੋਂ 7,000 ਕਰੋੜ ਰੁਪਇਆ, ਚਾਹੇ ਉਹ ਗ੍ਰਾਂਟ ਇਨ ਏਡ ਹੈ, ਚਾਹੇ ਉਹ ਸੈਂਟਰਲ ਸਕੀਮਾਂ ਦੇ ਤਹਿਤ ਹੈ, ਚਾਹੇ ਉਹ
15ਵੇਂ ਵਿੱਤ ਕਮਿਸ਼ਨ ਦੇ ਜਿਹੜੇ ਇਹਨਾਂ ਨੂੰ ਡੈਫਿਸਿਟ ਦੀ ਗ੍ਰਾਂਟ ਰੈਵਨਿਊ ਡੈਫਿਸਿਟ ਦੀ ਗ੍ਰਾਂਟ ਮਿਲਣੀ ਸੀ 7000 ਕਰੋੜ ਰੁਪਇਆ ਸੈਂਟਰ ਗਵਰਨਮੈਂਟ ਦਾ, ਉਸ ਤੋਂ ਸਿਰਫ 3000 ਕਰੋੜ ਰੁਪਏ ਦੇ ਕਰੀਬ ਇਸਤੇਮਾਲ ਕਰ ਚੁੱਕੇ, 4000 ਕਰੋੜ ਰੁਪਇਆ ਇਸਤੇਮਾਲ ਨਹੀਂ ਕਰ ਸਕੇ। ਸ਼੍ਰੋਮਣੀ ਅਕਾਲੀ ਦਲ ਨੇ ਵੀ ਸਰਕਾਰ ਤੇ ਵਰਦਿਆਂ ਕਿਹਾ ਕਿ ਹਾਲਾਤ ਅਜਿਹੇ ਬਣ ਜਾਣੇ ਨੇ ਕਿ ਕਰਜ਼ਾ ਲੈ ਕੇ ਵੀ ਪੁਰਾਣਾ ਕਰਜ਼ਾ ਨਹੀਂ ਉਤਾਰਿਆ ਜਾਣਾ। ਮਨਮਰਜ਼ੀਆਂ ਇਸ ਕਦਰ ਵੱਧ ਗਈਆਂ ਕਿ ਹਾਲਾਤ ਆਉਣ ਵਾਲੇ ਸਮੇਂ 'ਚ ਇਹ ਬਣ ਜਾਣੇ ਹੈ ਕਿ ਕਰਜ਼ਾ ਲੈ ਕੇ ਵੀ ਆਪਣੇ ਤੋਂ ਪੁਰਾਣਾ ਕਰਜ਼ਾ ਨਹੀਂ ਉਤਾਰਿਆ ਜਾਣਾ। ਡੈਟ ਟ੍ਰੈਪ ਜਿਹਨੂੰ ਕਹਿੰਦੇ ਆ, ਉਹਦੇ 'ਚ ਪੰਜਾਬ ਫਸਦਾ ਜਾ ਰਿਹਾ। ਜਦੋਂ ਕਰਜ਼ੇ ਨੂੰ ਲੈ ਕੇ ਵਿਰੋਧੀਆਂ ਨੇ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਤਾਂ ਅੱਗੋਂ ਆਪ ਨੇ ਵੀ ਪਲਟਵਾਰ ਕੀਤਾ ਹੈ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਪਿਛਲੀਆਂ ਸਰਕਾਰਾਂ ਸਾਨੂੰ ਕਰਜ਼ਾ ਵਿਰਾਸਤ ਵਿੱਚ ਦੇ ਕੇ ਗਈਆਂ ਨੇ ਤੇ ਪਿਛਲੀਆਂ ਸਰਕਾਰਾਂ ਦਾ ਕਰਜ਼ਾ ਹੀ ਚੁਕਾਇਆ ਜਾ ਰਿਹਾ ਹੈ। ਪੰਜਾਬ ਦੇ ਉੱਤੇ ਕਰਜ਼ਾ ਗਵਰਨਰ ਸਾਹਿਬ, ਪੁਰਾਣੀ ਸਰਕਾਰ ਜਦੋਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ, ਉਸ ਸਮੇਂ ਸਭ ਤੋਂ ਵੱਧ ਕਰਜ਼ਾ ਪੰਜਾਬ ਤੇ ਚੜਿਆ ਗਿਆ। ਉਸ ਕਰਜ਼ੇ ਨੂੰ ਲਾਉਣ ਦੇ ਲਈ, ਉਸ ਕਰਜ਼ੇ ਦਾ ਵਿਆਜ ਦੇਣ ਦੇ ਲਈ ਸਾਡੀ ਸਰਕਾਰ ਲਗਾਤਾਰ ਜਿਹੜੀ ਆ ਉਹ ਅਸੀਂ ਪੇ ਕਰ ਰਹੇ ਹਾਂ, ਲਗਾਤਾਰ ਅਸੀਂ ਵਿਆਜ ਵੀ ਦੇ ਰਹੇ ਹਾਂ ਔਰ ਲਗਾਤਾਰ ਮੂਲਧਨ ਵੀ ਵਾਪਸ ਕਰ ਰਹੇ ਹਾਂਗੇ। ਸੋ ਮੈਂ ਸੋ ਪੰਜਾਬ ਦੀ ਸਿਆਸਤ ਇਸ ਵੇਲੇ 50,000 ਕਰੋੜ ਦੇ ਕਰਜ਼ੇ ਦੇ ਦਿਵਾਲੇ ਘੁੰਮਦੀ ਹੋਈ ਨਜ਼ਰ ਆ ਰਹੀ ਹੈ। ਵਿਰੋਧੀ ਸਰਕਾਰ ਤੇ ਹਮਲਾਵਰ ਨੇ, ਜਦਕਿ ਆਪ ਗੇਂਦ ਪਿਛਲੀਆਂ ਸਰਕਾਰਾਂ ਦੇ ਪਾਲੇ ਵਿੱਚ ਸੁੱਟ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੁੱਦਾ ਕੀ ਕਰਵਟ ਲੈਂਦਾ ਹੈ, ਇਹ ਵੇਖਣਾ ਹੋਵੇਗਾ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਨਜ਼ਰ ਤਾਂ ਇਸ ਦੇ ਉੱਤੇ ਲਾਜ਼ਮੀ ਤੌਰ ਤੇ ਰਹੇਗੀ। ਅਸੀਂ ਆਪਣੀ ਅੱਜ ਦੀ ਚਰਚਾ ਦੀ ਸ਼ੁਰੂਆਤ ਕਰੀਏ ਉਸ ਤੋਂ ਪਹਿਲਾਂ ਤੁਹਾਨੂੰ ਕੁਝ ਅੰਕੜੇ ਦਿਖਾਉਂਦੇ ਆ ਤੇ ਜ਼ਰੂਰ ਹਰ ਪੰਜਾਬੀ ਦੇ ਲਈ ਜਾਣਨੇ ਜ਼ਰੂਰੀ ਨੇ। ਇਨਫੈਕਟ ਅੰਕੜਿਆਂ ਦੇ ਨਾਲ ਮੈਂ ਤੁਹਾਡੇ ਸਾਹਮਣੇ ਕੁਝ ਤਸਵੀਰਾਂ ਵੀ ਲੈ ਕੇ ਆਉਂਗਾ ਔਰ ਇੱਕ ਹੋਰ ਤੁਹਾਨੂੰ ਬਹੁਤ ਇੰਟਰਸਟਿੰਗ ਅੰਕੜਾ ਦੱਸਦਾ ਕਿ 2001 ਤੋਂ ਲੈ ਕੇ 2023 ਆ ਚੁੱਕੇ ਹੈ। ਹੁਣ ਤੱਕ ਕਰੀਬ 30,000 ਕਰੋੜ ਤੋਂ ਪੰਜਾਬ ਦਾ ਜਿਹੜਾ ਕਰਜ਼ਾ ਹੈ ਉਹ 3 ਲੱਖ ਕਰੋੜ ਦੇ ਨੇੜੇ ਪਹੁੰਚ ਗਿਆ। ਪਰ ਜੋ ਇੱਕ ਸਾਲ ਹੈ ਜਿਸ ਦੇ ਉੱਤੇ ਬਹੁਤ ਗੌਰ ਕਰਨ ਦੀ ਲੋੜ ਆ, ਅੱਗੇ ਤੁਹਾਨੂੰ ਅਸੀਂ ਗ੍ਰਾਫਿਕਸ ਦੇ ਜ਼ਰੀਏ ਦਿਖਾਉਂਦੇ ਰਹਾਂਗੇ। 2015-16 ਤੇ 2016-17 2015-16 ਦੇ ਵਿੱਚ ਪੰਜਾਬ ਦੇ ਸਿਰ ਕਰਜ਼ਾ ਸੀ 1,28,835 ਕਰੋੜ ਔਰ 2016-17 ਦੇ ਵਿੱਚ 53,000 ਕਰੋੜ ਰੁਪਇਆ ਵੱਧ ਗਿਆ। 53,701 ਕਰੋੜ ਰੁਪਇਆ ਇਹ ਕਰਜ਼ਾ ਵੱਧ ਗਿਆ, ਯਾਨੀ ਕਿ ਇੱਕ ਸਾਲ ਦੇ ਵਿੱਚ। ਆਮ ਤੌਰ ਤੇ ਪਿਛਲੇ 20 ਸਾਲ ਦਾ ਅਸੀਂ ਰੁਝਾਨ ਦੇਖੀਏ ਤਾਂ ਪਹਿਲਾਂ 2-4-5,000 ਕਰੋੜ ਵੱਧਦਾ ਸੀ, ਉਹ ਵੱਧਦੇ 10-15,000 20,000 ਕਰੋੜ। ਹੁਣ ਮੌਜੂਦਾ ਸਮੇਂ 25-28 ਕਰੋੜ ਹਰ ਸਾਲ ਕਰਜ਼ਾ ਪੰਜਾਬ ਦੇ ਸਿਰ ਵੱਧ ਰਿਹਾ ਹੈ। ਇਹ ਪੂਰੇ ਅੰਕੜੇ ਸਾਨੂੰ ਦੱਸਦੇ ਨੇ। ਪਰ 2015-16 ਤੇ 16-17 ਇੱਕ ਸਾਲ ਦੇ ਵਿੱਚ ਹੀ 53-54,000 ਕਰੋੜ ਵੱਧ ਗਿਆ। ਉਸ ਦੀ ਇੱਕ ਵਜ੍ਹਾ ਜੋ ਅੰਕੜੇ ਜੋ ਬਜਟ ਦੇ ਵਿੱਚ ਦੱਸਿਆ ਗਿਆ ਸੀ ਕਿ ਜਿਹੜੀ ਕਰੀਬ 30,000 ਕਰੋੜ ਦੀ CCL ਵਾਲੀ ਜਿਹੜੀ ਇੱਕ ਲਿਮਿਟ ਸੀ, ਉਸ ਦਾ ਜੋ ਰੌਲਾ ਸੀ ਉਹ ਬਿਲਕੁਲ ਆਪਣੇ ਕਰਜ਼ੇ ਦੇ ਵਿੱਚ ਸ਼ਿਫਟ ਕਰ ਦਿੱਤੀ ਗਈ ਸੀ। ਕੁਝ ਅੰਕੜੇ ਦਿਖਾਣੇ ਉਸ ਤੋਂ ਬਾਅਦ ਅਸੀਂ ਸ਼ੁਰੂ ਕਰਾਂਗੇ ਅੱਜ ਦੀ ਇਹ ਚਰਚਾ। ਔਰ ਇਹ ਅੰਕੜੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਰੈਵਨਿਊ ਆ ਰਿਹਾ। ਮੈਂ ਕਹਾਂਗਾ ਕਿ ਸਭ ਤੋਂ ਪਹਿਲੀ ਜੇਕਰ ਅਸੀਂ ਲਿਆ ਸਕੀਏ ਜਿਹੜੀ ਇੱਕ ਹੋਰ ਸਲਾਈਡ ਸੀ, ਸ਼ੁਰੂਆਤ ਤੋਂ ਅਸੀਂ ਇੱਕ ਵਾਰ ਅੰਕੜੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਸ਼ੁਰੂਆਤ ਤੋਂ ਇੱਕ ਵਾਰ ਜ਼ਰੂਰ ਦਿਖਾ ਦਿਓ। ਔਰ ਇਹ ਅੰਕੜੇ ਵੀ ਤੁਹਾਨੂੰ ਦੱਸ ਦਈਏ ਕਿ ਬਜਟ ਜਿਹੜਾ ਪੰਜਾਬ ਦੇ ਵੱਲੋਂ ਪੇਸ਼ ਕੀਤਾ ਗਿਆ, ਉਸ ਬਜਟ ਦੇ ਵਿੱਚੋਂ ਇਹ ਅਸੀਂ ਜਿਹੜੇ ਤੁਹਾਡੇ ਲਈ ਅੰਕੜੇ ਕੱਢ ਕੇ ਲੈ ਕੇ ਆਏ ਹਾਂ। ਤਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਰੈਵਨਿਊ ਕਿੱਥੋਂ ਆ ਰਿਹਾ ਹੈ। ਤਾਂ ਇਸ ਦੇ ਉੱਤੇ ਇੱਕ ਵਾਰੀ ਬਿਲਕੁਲ ਜੇਕਰ ਅਸੀਂ ਸਟਾਪ ਕਰ ਸਕੀਏ, ਇਹ ਰੈਵਨਿਊ ਡੈਫਿਸਿਟ ਵਗੈਰਾ ਸਭ ਕੁਝ ਤੁਹਾਡੇ ਸਾਹਮਣੇ ਆ ਰਿਹਾ ਹੈ। ਉਸ ਤੋਂ ਬਾਅਦ ਬੇਸਿਕਲੀ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿ ਪੰਜਾਬ ਇਸ ਸਮੇਂ ਪੈਸਾ ਖਰਚ ਕਿੱਥੇ ਕਰ ਰਿਹਾ ਹੈ, ਕਿਹੜੇ ਡਿਪਾਰਟਮੈਂਟ ਦੇ ਉੱਤੇ ਪੈਸਾ ਜਾਂ ਕਿਹੜੇ ਸੈਕਟਰ ਦੇ ਉੱਤੇ ਪੈਸਾ ਪੰਜਾਬ ਦੇ ਵੱਲੋਂ ਖਰਚ ਕੀਤਾ ਜਾ ਰਿਹਾ ਹੈ। ਇਹ ਜਿੱਥੋਂ ਸਾਨੂੰ ਸੈਂਟਰ ਤੋਂ ਏਡ ਆਉਂਦੀ ਹੈ ਜਾਂ ਫਿਰ ਜਿਹੜੇ ਹੋਰ ਸੋਰਸਿਸ ਨੇ ਸਾਡੇ ਰੈਵਨਿਊ ਦੇ, ਜਿਵੇਂ ਏਰੀਅਰਸ ਆਫ GST ਕੰਪਨਸੇਸ਼ਨ ਹੈ, ਇਹ 26% ਹੈ, 5402 ਕਰੋੜ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਔਰ ਮੈਂ ਇੱਕ ਵਾਰੀ ਫਿਰ ਦੁਬਾਰਾ ਲੈ ਕੇ ਆਵਾਂਗਾ ਤਾਂ ਕਿ ਅਸੀਂ ਤੁਹਾਨੂੰ ਤਸਵੀਰ ਦੇ ਜ਼ਰੀਏ ਦਿਖਾ ਸਕੀਏ ਔਰ ਸਮਝਾ ਸਕੀਏ ਕਿ ਆਖਿਰ ਜਿਹੜਾ ਪੰਜਾਬ ਦਾ ਖਰਚ ਹੋ ਰਿਹਾ ਹੈ ਉਹ ਕਿੰਨਾ ਤੇ ਕਿੱਥੇ ਹੋ ਰਿਹਾ ਹੈ। ਔਰ ਇਹ ਤਸਵੀਰ ਬਿਲਕੁਲ ਇੱਕ ਵਾਰੀ ਇੱਥੇ ਰੋਕਿਓ। ਹੁਣ ਇਹ ਬਹੁਤ ਇੰਪੋਰਟੈਂਟ ਤਸਵੀਰ ਹੈ, ਇਹ ਸਮਝਣ ਦੀ ਜ਼ਰੂਰਤ ਇੱਥੇ ਜ਼ਰੂਰ ਹੈਗੀ ਹੈ। ਤਾਂ ਪੰਜਾਬ ਦਾ ਜਿਹੜਾ ਇੱਕ 65% ਰੈਵਨਿਊ ਦਾ ਹਿੱਸਾ ਹੈ ਉਹ ਸੋਸ਼ਲ ਸਰਵਿਸਿਜ਼ ਦੇ ਉੱਤੇ ਖਰਚ ਕੀਤਾ ਜਾ ਰਿਹਾ ਹੈ। 65% ਇਹ ਬਜਟ ਦੇ ਵਿੱਚੋਂ ਕੱਢੀ ਗਈ ਤਸਵੀਰ ਹੈ, ਜੋ ਬਜਟ ਦਾ ਅੰਕੜਾ ਦੱਸਿਆ ਗਿਆ ਸੀ। ਸਾਇੰਸ, ਟੈਕਨੋਲੋਜੀ, এনवायरमेंट ਤੇ ਕਿੰਨਾ, ਇਰੀਗੇਸ਼ਨ ਦੇ ਕਿੰਨਾ, ਰੂਰਲ ਡਿਵੈਲਪਮੈਂਟ ਦੇ ਉੱਤੇ ਕਰੀਬ 8% ਹੈ, ਇੰਡਸਟਰੀ, ਮਿਨਰਲਸ ਦੇ ਉੱਪਰ ਹੈ। ਔਰ ਇਹ ਸਾਰੀ ਜਿਹੜੇ
ਸੋਸ਼ਲ ਸਰਵਿਸਿਜ਼ ਦੇ ਨਾਲ ਜਿਹੜੇ ਹੋਰ ਵੱਖ-ਵੱਖ ਡਿਪਾਰਟਮੈਂਟਸ ਨੇ ਉਹਨਾਂ ਦੇ ਉੱਤੇ ਜਿਹੜਾ ਖਰਚ ਹੋ ਰਿਹਾ ਹੈ। ਇੱਕ ਹੋਰ ਸਲਾਈਡ ਹੈ ਉਹ ਤੁਹਾਨੂੰ ਦਿਖਾਣਾ, ਉਹ ਬਹੁਤ ਜ਼ਿਆਦਾ ਕਲੀਅਰ ਆਪਾਂ ਨੂੰ ਸਾਰਿਆਂ ਨੂੰ ਕਰੇਗੀ। ਇਸ ਤੋਂ ਬਾਅਦ ਮੈਂ ਚਰਚਾ ਦੀ ਸ਼ੁਰੂਆਤ ਕਰਨੀ ਹੈ, ਇੱਕ ਵਾਰੀ ਉਹ ਵੀ ਜੇ ਸਾਡੇ ਸਾਹਮਣੇ ਆਏਗੀ, ਉਹ ਸਲਾਈਡ ਵੀ ਬਹੁਤ ਜ਼ਰੂਰੀ ਹੈ ਦੇਖਣੀ। ਬੇਸਿਕਲੀ ਕਿ ਕਿੱਥੇ-ਕਿੱਥੇ ਪੰਜਾਬ ਸਰਕਾਰ ਖਰਚ ਕਰ ਰਹੀ ਹੈ ਔਰ ਕਿੱਥੇ-ਕਿੱਥੇ ਜ਼ਿਆਦਾ ਖਰਚ ਕੀਤਾ ਜਾ ਰਿਹਾ ਹੈ ਜਾਂ ਕਿਵੇਂ ਖਰਚ ਹੋ ਰਿਹਾ। ਬਸ ਇੱਥੇ ਰੋਕ ਲਿਓ, ਇਹ ਬਹੁਤ ਇੰਪੋਰਟੈਂਟ ਹੈ, ਜ਼ਰੂਰ ਸਮਝਣ ਦੀ ਸਾਨੂੰ ਜ਼ਰੂਰਤ ਹੈ। ਤਾਂ ਹੁਣ ਇਹ ਤੁਹਾਨੂੰ ਮੈਂ ਦੱਸ ਰਿਹਾ ਕਿ ਜਿਹੜੀ ਪਾਵਰ ਸਬਸਿਡੀ ਹੈ 20,244 ਕਰੋੜ ਦੇ ਵਿੱਚ ਹੈ। ਇਹ ਜ਼ਰੂਰ ਤੁਹਾਡੀ ਟੀਵੀ ਸਕਰੀਨ ਤੇ ਆਏਗਾ, ਥੋੜਾ ਕਲੋਜ਼ ਕਰਕੇ ਦੇਖਿਓ। 15% ਇਸ ਦਾ ਜਿਹੜਾ ਟੋਟਲ ਆਮਦਨ ਹੈ ਉਸ ਦੇ ਵਿੱਚੋਂ ਖਰਚ ਹੋ ਰਹੀ ਹੈ। ਇੱਕ ਨੀਚੇ ਦੇਖੋ ਇੰਟਰਸਟ ਪੇਮੈਂਟ ਲਿਖਿਆ ਹੋਇਆ ਹੈ, ਇਹ ਸਭ ਤੋਂ ਵੱਡਾ ਪੰਜਾਬ ਦੇ ਲਈ ਪ੍ਰੋਬਲਮ ਵਾਲੀ ਗੱਲ ਹੈ। 22,000 ਕਰੋੜ ਰੁਪਏ ਜਿਹੜਾ ਇੰਟਰਸਟ ਪੇਮੈਂਟਸ ਅਸੀਂ ਕੀਤੇ ਆ, ਜਿਹੜੇ ਕਰਜ਼ੇ ਚੁੱਕੇ ਹੋਏ ਨੇ ਪੰਜਾਬ ਨੇ, ਉਹ ਕਰਜ਼ੇ ਦਾ ਵਿਆਜ ਮੋੜਨ ਦੇ ਲਈ, ਸਾਨੂੰ ਵਿਆਜ ਮੋੜਨ ਦੇ ਲਈ ਇੰਨੀ ਵੱਡੀ ਰਕਮ ਨੂੰ ਖਰਚ ਕਰਨਾ ਪੈ ਰਿਹਾ ਹੈ। ਔਰ ਕੈਪੀਟਲ ਐਕਸਪੈਂਡੀਚਰ ਜਿਹੜਾ ਉਹ ਕਰੀਬ 8% ਹੈ, ਜਿਹੜਾ ਸਿੱਧੇ ਤੌਰ ਦੇ ਉੱਤੇ ਲੋਕਾਂ ਤੱਕ, ਵਿਕਾਸ ਦੇ ਕੰਮਾਂ ਤੱਕ ਮੈਂ ਕਹਿ ਰਿਹਾ ਕਿ ਖਰਚ ਹੁੰਦਾ ਸਿਰਫ 8%। ਇਹ ਵੀ ਤੁਹਾਨੂੰ ਦੱਸ ਦਈਏ ਜਿਹੜੀਆਂ ਸੈਲਰੀਜ਼ ਦਿੱਤੀਆਂ ਜਾ ਰਹੀਆਂ ਨੇ ਉਸ ਦੇ ਵਿੱਚ ਪੰਜਾਬ ਦੀ ਆਮਦਨ ਦਾ 26% ਜਾ ਰਿਹਾ ਹੈ। ਜਿਹੜੀਆਂ ਰਿਟਾਇਰਮੈਂਟ ਤੇ ਪੈਨਸ਼ਨਸ ਮਿਲਦੀਆਂ ਤੇ ਹੋਰ ਬੈਨੀਫਿਟਸ ਮਿਲਦੇ ਨੇ 14% ਉੱਥੇ ਵੀ ਜਾ ਰਿਹਾ। ਤਾਂ ਇਹ ਪੂਰਾ ਅੰਕੜਾ ਬਹੁਤ ਸਮਝਣ ਦੀ ਤੁਹਾਨੂੰ ਆਸਾਨੀ ਹੋਏਗੀ ਕਿ ਪੰਜਾਬ ਦਾ ਇੱਕ ਵੱਡਾ ਤੁਸੀਂ ਕਹਿ ਸਕਦੇ ਹੋ ਕਿ ਖਰਚ ਹੋ ਕਿੱਥੇ ਰਿਹਾ, ਜਿਹੜਾ ਵੱਖ-ਵੱਖ ਥਾਵਾਂ ਤੋਂ ਆਮਦਨ ਪੰਜਾਬ ਨੂੰ ਹੁੰਦੀ। ਤਾਂ ਆਪਾਂ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਇਹ ਇੱਕ ਮੋਟਾ ਅਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ, ਅੱਗੇ ਕੁਝ ਗ੍ਰਾਫਿਕਸ ਦੇ ਜ਼ਰੀਏ ਵੀ ਤੁਹਾਡੇ ਤੱਕ ਅਸੀਂ ਹੋਰ ਜਾਣਕਾਰੀ ਪਹੁੰਚਾਉਂਦੇ ਰਹਾਂਗੇ। ਮੈਂ ਸ਼ੁਰੂਆਤ ਕਰਦਾ ਹੁਣ ਤਾਰੂਫ ਕਰਵਾਉਣਾ ਅੱਜ ਦੇ ਮਹਿਮਾਨਾਂ ਦੇ ਨਾਲ, ਜਿਹੜੇ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਣ ਦੇ ਲਈ ਅੱਜ ਸਾਡੇ ਨਾਲ ਜੁੜੇ ਨੇ। ਸਾਡੇ ਨਾਲ ਜੁੜ ਰਹੇ ਨੇ ਪ੍ਰੋਫੈਸਰ ਜਗਤਾਰ ਸਿੰਘ ਸੰਘੇੜਾ ਜੀ, ਸਟੂਡੀਓ ਦੇ ਵਿੱਚ ਮੌਜੂਦ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਸੰਘੇੜਾ ਸਾਹਿਬ ਸਵਾਗਤ ਹੈ। ਸਾਡੇ ਨਾਲ ਚੇਤਨ ਜੋਸ਼ੀ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ, ਸਟੂਡੀਓ ਦੇ ਵਿੱਚ ਮੌਜੂਦ ਨੇ। ਜੋਸ਼ੀ ਸਾਹਿਬ, ਸੰਘੇੜਾ ਸਾਹਿਬ, ਤੁਹਾਡਾ ਸਵਾਗਤ ਹੈ। ਸਾਡੇ ਨਾਲ ਐਡਵੋਕੇਟ APS ਖੜਿਆਲ ਜੀ ਜੁੜ ਰਹੇ ਨੇ, ਚੀਫ ਸਪੋਕਸਪਰਸਨ ਨੇ ਕਾਂਗਰਸ ਦੇ ਪੰਜਾਬ ਦੇ। ਖੜਿਆਲ ਸਾਹਿਬ, ਬਹੁਤ-ਬਹੁਤ ਸਵਾਗਤ ਹੈ। ਤੇ ਸਾਡੇ ਨਾਲ ਐਡਵੋਕੇਟ ਅਰਸ਼ਦੀਪ ਕਲੇਰ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਕਲੇਰ ਸਾਹਿਬ, ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਸਾਰੇ ਮਹਿਮਾਨਾਂ ਦਾ ਸਵਾਗਤ ਹੈ। ਆਮ ਆਦਮੀ ਪਾਰਟੀ ਤੋਂ ਸ਼ੁਰੂਆਤ ਹੈ, ਇਸ ਚਰਚਾ ਦੀ ਆਪਾਂ ਸ਼ੁਰੂਆਤ ਕਰਦੇ ਹਾਂ। ਮੈਂ ਗੁਜ਼ਾਰਿਸ਼ ਕਰੂੰਗਾ ਕਿ ਬਹੁਤ ਸੀਰੀਅਸ ਮੁੱਦਾ ਹੈ RDF ਦਾ ਪੈਸਾ ਸੈਂਟਰ ਤੋਂ ਲੈਣਾ। ਦੂਜਾ ਪੁਆਇੰਟ ਜਿਹੜਾ ਪੰਜਾਬ ਦੇ ਵਿੱਚ ਕਰਜ਼ਾ ਇਸ ਸਮੇਂ ਪੰਜਾਬ ਦੇ ਸਿਰ ਹੈ, ਉਸ ਨੂੰ ਵੀ ਥੋੜਾ ਜਿਹਾ ਸਮਝਣਾ। ਸੰਘੇੜਾ ਸਾਹਿਬ, ਸ਼ੁਰੂਆਤ ਤੁਹਾਡੇ ਤੋਂ। ਦੇਖੋ, ਤੁਹਾਡੇ ਵਿਰੋਧੀ ਕਹਿ ਰਹੇ ਨੇ ਕਿ ਪੰਜਾਬ ਇੱਕ ਡੈਟ ਟ੍ਰੈਪ ਦੇ ਵਿੱਚ ਘਿਰ ਗਿਆ ਹੈ ਔਰ ਕਰਜ਼ਾ 50,000 ਕਰੋੜ ਦਾ ਚੁੱਕਿਆ ਗਿਆ। ਮੈਂ ਇੱਥੋਂ ਹੀ ਸ਼ੁਰੂਆਤ ਕਰਦਾ ਹਾਂ। 50,000 ਕਰੋੜ ਦਾ ਆਮ ਆਦਮੀ ਪਾਰਟੀ ਨੇ ਪਿਛਲੇ 1.5 ਸਾਲ 'ਚ ਕਰਜ਼ਾ ਚੁੱਕਿਆ, ਜੋ ਰਾਜਪਾਲ ਦਾਅਵਾ ਕਰ ਰਹੇ ਨੇ। ਦੇਖੋ ਗੌਰਵ ਜੀ, ਜਿਹੜਾ ਪੰਜਾਬ ਡੈਟ ਟ੍ਰੈਪ ਦੇ ਵਿੱਚ ਫਸਿਆ ਹੋਇਆ, ਇਹਦੇ 'ਚ ਕੋਈ ਦੂਜੀ ਰਾਏ ਨਹੀਂ ਹੈਗੀ ਜੀ। ਔਰ ਕੌਣ ਫਸਾ ਕੇ ਗਿਆ ਆ, ਤੁਸੀਂ ਆ ਜਿਹੜੇ ਅੰਕੜੇ ਦੱਸੇ ਉਹਦੇ ਤੋਂ ਹੀ ਕਲੀਅਰ ਹੋ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਵੇਲੇ ਕਿੰਨਾ ਕਰਜ਼ਾ ਵਧਿਆ, ਔਰ ਉਸ ਤੋਂ ਬਾਅਦ ਜਦੋਂ 10 ਸਾਲ ਰਾਜ ਕਰਨ ਤੋਂ ਬਾਅਦ ਇਹ ਗੱਠਜੋੜ ਸਰਕਾਰ ਗਈ ਹੈ ਤੇ ਉਹਨਾਂ ਦਿਨਾਂ ਵਿੱਚ ਜਿਹੜਾ ਮੈਂ ਸੰਘੇੜਾ ਸਾਹਿਬ ਮਾਫੀ ਚਾਹ ਰਿਹਾ, ਤੁਹਾਡੀ ਥੋੜੀ ਆਵਾਜ਼ ਕਲੀਅਰ ਨਹੀਂ ਪਹੁੰਚ ਰਹੀ, ਇਸ ਕਰਕੇ ਥੋੜਾ ਜਿਹਾ ਤੁਹਾਨੂੰ ਵਿਚਾਲੇ ਰੋਕਣਾ ਪੈ ਰਿਹਾ। ਉਮੀਦ ਹੈ ਕਿ ਤੁਹਾਡੀ ਆਵਾਜ਼ ਕਲੀਅਰ ਹੋਵੇ, ਉਸ ਤੋਂ ਬਾਅਦ ਮੈਂ ਦੁਬਾਰਾ ਰੁਕ ਕਰੂੰਗਾ। ਜੋਸ਼ੀ ਜੀ ਦਾ ਮੈਂ ਇੱਕ ਵਾਰ ਰੁਕ ਕਰਨਾ ਨੇ, ਸਟੂਡੀਓ ਦੇ ਵਿੱਚ ਮੌਜੂਦ ਨੇ। ਜੋਸ਼ੀ, ਪੁਆਇੰਟ ਇੱਥੇ ਇਹ ਹੈ, ਸੰਘੇੜਾ ਸਾਹਿਬ ਜਿਹੜਾ ਪੁਆਇੰਟ ਵੀ ਰੱਖ ਰਹੇ ਸੀ ਕਿ ਸਾਬਕਾ ਸਰਕਾਰਾਂ ਦੀ ਵਜ੍ਹਾ ਦੇ ਨਾਲ ਬਹੁਤ ਕੁਝ ਹੋਇਆ। ਦੇਖੋ, ਪਿਛਲੇ 25 ਸਾਲ ਦੇ ਵਿੱਚ 30,000 ਤੋਂ ਅਸੀਂ 3 ਲੱਖ ਕਰੋੜ ਕਰਜ਼ੇ ਦੇ ਉੱਤੇ ਪਹੁੰਚ ਗਏ। ਇਸ ਦਾ ਮਤਲਬ ਇਹ ਹੈ ਕਿ ਸਭ ਦੇ ਉੱਤੇ ਉਂਗਲ ਉੱਠਦੀ ਹੈ, ਉਹ ਚਾਹੇ ਅਕਾਲੀ ਭਾਜਪਾ ਸਰਕਾਰ ਹੋਵੇ, ਕਾਂਗਰਸ ਹੋਵੇ ਜਾਂ ਮੌਜੂਦਾ ਸਮੇਂ ਦੀ ਸਰਕਾਰ ਹੋਵੇ। ਤੇ ਦੂਜਾ ਪੁਆਇੰਟ ਇਹ ਵੀ ਹੈ ਕਿ ਸੈਂਟਰ ਤੋਂ ਉਸ ਤਰੀਕੇ ਦੀ ਮਦਦ ਨਹੀਂ ਮਿਲ ਪਾਉਂਦੀ, ਖਾਸ ਤੌਰ ਤੇ RDF ਦੇ ਮੁੱਦੇ ਦੇ ਉੱਤੇ। RDF ਦਾ ਮੁੱਦਾ ਚੁੱਕਿਆ ਗਿਆ ਸੀ, ਤੁਸੀਂ ਕਰਜ਼ੇ ਵਾਲਾ ਮੁੱਦਾ ਰਾਜਪਾਲ ਸਾਹਿਬ ਨੇ ਚੁੱਕ ਲਿਆ। ਦੇਖੋ ਗੌਰਵ ਜੀ, ਇਕਨੋਮਿਕਸ ਦੇ ਵਿੱਚ, ਸੋਸ਼ਲ ਸਾਇੰਸ ਦੇ ਵਿੱਚ ਤੇ ਲਿਟਰੇਚਰ ਦੀਆਂ ਗੱਲਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਤੇ ਖਾਸ ਤੌਰ ਤੇ ਜੇ ਤੁਸੀਂ ਇਕਨੋਮਿਕਸ ਨੂੰ ਇਗਨੋਰ ਕਰਕੇ ਪੋਲੀਟੀਕਲ ਸਟੇਟਮੈਂਟਸ ਨੂੰ ਇਸ ਤਰੀਕੇ ਸਿਰ ਇਮੈਜੀਨੇਸ਼ਨ ਵੱਲ ਸੁੱਟ ਦੋਗੇ ਤੇ ਇਹ ਚੀਜ਼ਾਂ ਹਾਜ਼ਰ ਹੋਣੀਆਂ ਸੀ ਜੋ ਅੱਜ ਸਾਹਮਣੇ ਨਜ਼ਰ ਆਈਆਂ। ਇਕਨੋਮਿਕਸ ਕੀ ਕਹਿੰਦੀ ਹੈ? ਰੋਬਿਨਸ ਦੀ ਪਹਿਲੀ ਜਿਹੜਾ ਚੈਪਟਰ ਪੜ੍ਹਾਇਆ ਜਾਂਦਾ ਨਾ, ਉਹ 'ਚ ਕਹਿੰਦੇ ਆ ਕਿ ਇਕਨੋਮਿਕਸ ਇਜ਼ ਅ ਸਾਇੰਸ ਵਿਚ ਸਟੱਡੀਜ਼ ਹਿਊਮਨਸ ਬਿਹੇਵੀਅਰ ਐਜ਼ ਅ ਰਿਲੇਸ਼ਨਸ਼ਿਪ ਬਿਟਵੀਨ ਐਂਡਸ ਐਂਡ ਸਕ੍ਰੇਸ ਮੀਨਸ ਵਿਚ ਹੈਵ ਆਲਟਰਨੇਟਿਵ ਯੂਜ਼ਸ। ਅੱਜ ਇਕਨੋਮਿਕਸ ਇਹਨਾਂ ਦੇ ਉੱਤੇ ਹਾਵੀ ਪੈ ਗਈ ਆ, ਕਿਉਂਕਿ ਜਿਹੜੀਆਂ ਇਹਨਾਂ ਨੇ ਗਰੰਟੀਆਂ ਦਿੱਤੀਆਂ ਸੀਗੀਆਂ, ਮੈਂ ਅੱਜ ਮੇਰੇ ਕਾਬਿਲ ਦੋਸਤ ਬੈਠੇ ਨੇ ਆਮ ਆਦਮੀ ਪਾਰਟੀ ਦੇ, ਸੰਘੇੜਾ ਸਾਹਿਬ, ਇਹਨਾਂ ਨੂੰ ਮੈਂ ਇੱਕ ਸਵਾਲ ਜ਼ਰੂਰ ਕਰਾਂਗਾ। ਸੰਘੇੜਾ ਸਾਹਿਬ, ਉਸ ਡਿਬੇਟਸ ਦੇ ਵੱਲ ਚਲੋ, ਜਦੋਂ ਤੁਸੀਂ 2022 ਦੀ ਇਲੈਕਸ਼ਨ ਤੋਂ ਪਹਿਲਾਂ ਮੇਰੇ ਨਾਲ ਹੀ ਕਈ ਸਟੂਡੀਓਜ਼ 'ਚ ਬੈਠੇ ਹੁੰਦੇ ਸੀ ਤੇ ਤੁਸੀਂ ਕਹਿੰਦੇ ਸੀ ਸਾਨੂੰ ਸੈਂਟਰ ਤੋਂ ਪੈਸਾ ਲੈਣ ਦੀ ਲੋੜ ਨਹੀਂ ਹੈਗੀ। ਕਿਉਂਕਿ ਕੇਜਰੀਵਾਲ ਸਾਹਿਬ ਨੇ ਸਾਨੂੰ 50,000 ਕਰੋੜ ਦਾ ਰੋਡ ਮੈਪ ਦਿੱਤਾ ਵਾ, ਪਲੱਸ 20,000 ਕਰੋੜ ਅਸੀਂ ਕਿੱਥੋਂ ਲੈ ਕੇ ਆਉਣਾ ਵਾ? ਮਾਈਨਿੰਗ ਦੇ ਵਿੱਚੋਂ। ਜੀ,
ਉਸ ਦੇ ਨਾਲ ਜਿਹੜੀਆਂ ਗਰੰਟੀਜ਼ ਇਹਨਾਂ ਨੇ ਲੋਕਾਂ ਨੂੰ ਦਿੱਤੀਆਂ, ਉਹ ਗਰੰਟੀਆਂ ਦੀ ਤੁਸੀਂ ਗੱਲ ਤੇ ਅਸੀਂ ਬਾਅਦ ਚੋਂ ਕਰਾਂਗੇ, ਕਿਉਂਕਿ ਮੁੱਦਾ ਜਿਹੜਾ ਅੱਜ ਬੜਾ ਸੰਗੀਨ ਆ ਔਰ ਬੜਾ ਸਾਹਮਣੇ ਰੱਖਣ ਵਾਲਾ ਕਿ 50,000 ਕਰੋੜ ਦਾ ਹਿਜ਼ ਐਕਸੀਲੈਂਸੀ ਆਨਰੇਬਲ ਗਵਰਨਰ ਆਫ ਪੰਜਾਬ ਨੇ ਇਹਨਾਂ ਕੋਲ ਹਿਸਾਬ-ਕਿਤਾਬ ਮੰਗਿਆ। ਠੀਕ ਹੈ, ਉਹਨਾਂ ਦਾ ਰਾਈਟ ਵੀ ਆ ਮੰਗਣਾ। ਔਰ ਦੂਸਰੀ ਗੱਲ ਇਹ ਹੈ ਕਿ ਅੱਜ ਪੰਜਾਬ ਸਰਕਾਰ ਇੰਨੀਆਂ ਦਵਾਈਆਂ ਪਾ ਰਹੀ ਆ। ਦੇਖੋ ਰੂਰਲ RDF ਦੀ ਤੁਸੀਂ ਜਿਹੜੀ ਗੱਲ ਕੀਤੀ ਨਾ, ਇਹ ਅਪ੍ਰੈਲ ਮਹੀਨੇ ਦੇ ਵਿੱਚ ਲੱਗਾ ਸੀ 1987 ਦੇ ਵਿੱਚ। ਕਾਹਦੇ ਵਾਸਤੇ? ਪਿੰਡਾਂ ਦੀ ਡਿਵੈਲਪਮੈਂਟ ਵਾਸਤੇ, ਮੰਡੀਆਂ ਦੀ, ਕਿਉਂਕਿ ਮੈਂ ਇੱਕ ਆੜਤੀਆਂ ਵੀ ਆ, ਮੈਂ ਇੱਕ ਐਗਰੋ ਇੰਡਸਟਰੀ ਦਾ ਮਾਲਕ ਵੀ ਆ, ਮੈਂ ਇੱਕ ਪਿੰਡ ਦਾ ਰਹਿਣ ਵਾਲਾ ਕਿਸਾਨ ਵੀ ਆ। ਅਸੀਂ ਰੋਜ਼ ਇਹਦੀ ਬੁਨਿਆਦੀ ਜਿਹੜੀਆਂ ਸਹੂਲਤਾਂ ਵਾਲੀਆਂ ਗੱਲਾਂ ਕਰਦੇ ਨਾ, ਉਹਨਾਂ ਦੇ ਵਿੱਚ ਹੋ ਕੇ ਗੁਜ਼ਰਦੇ ਆ। ਤੁਸੀਂ ਦੇਖੋ ਨਾ ਤੇ ਪਿੰਡਾਂ ਦੀਆਂ ਨਾਲੀਆਂ, ਨਾ ਜਿਹੜੀਆਂ ਸੜਕਾਂ ਹੁੰਦੀਆਂ ਸਪੈਸ਼ਲ ਹੁੰਦੀ ਵੀ ਆਹ ਮਾਰਕੀਟ ਕਮੇਟੀ ਦੀ ਜਿਹੜੀ ਹੈਗੀ ਆ ਇਹ ਸੜਕ ਬਣਦੀ ਆ, ਜਿਹੜੇ ਫੋਕਲ ਪੁਆਇੰਟ ਬਣੇ ਨੇ ਉਹਦੇ ਵਿੱਚ ਕੀ ਡਿਵੈਲਪਮੈਂਟਸ ਹੋਣੀਆਂ ਨੇ, ਉੱਥੇ ਮੇਰਾ ਨਹੀਂ ਖਿਆਲ ਇਹਨਾਂ ਨੇ ਕੋਈ ਇਹ ਤੱਕ ਸਿਹਤ ਸੁਵਿਧਾਵਾਂ ਵੀ ਉੱਥੇ ਦਿੱਤੀਆਂ ਹਨ। ਸੋ ਕਹਿਣ ਦਾ ਮਤਲਬ ਹੈ ਕਿ RDF ਦਾ ਜਿਹੜਾ ਫੰਡ ਹੁੰਦਾ ਨਾ, ਉਹਨੂੰ ਯੂਟਿਲਾਈਜ਼ ਕਰਨ ਵਾਸਤੇ ਇੱਕ ਪ੍ਰੋਪਰ ਉਹਦੇ ਅਕੋਰਡਿੰਗਲੀ ਇੱਕ ਕਨਸੈਪਟ ਦਿੱਤਾ ਜਾਂਦਾ ਕਿ ਤੁਸੀਂ ਇਸ ਪੈਸੇ ਨੂੰ ਇੱਥੇ ਯੂਟਿਲਾਈਜ਼ ਕਰਨਾ। ਠੀਕ ਹੈ, ਜੇ ਹਿਸਾਬ-ਕਿਤਾਬ ਮੰਗ ਲਿਆ ਆਨਰੇਬਲ ਹਿਜ਼ ਐਕਸੀਲੈਂਸੀ ਨੇ, ਹਿਸਾਬ-ਕਿਤਾਬ ਦੇ ਦੇਣ। ਦੂਸਰੀ ਗੱਲ ਹੈ, ਸੈਂਟਰ ਹਮੇਸ਼ਾ ਇਹਨਾਂ ਨਾਲ ਕੋਆਪਰੇਟ ਕਰਦਾ ਵਾ। ਤੁਸੀਂ ਦੇਖੋ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਵਿੱਚ 23,38,000 ਕਿਸਾਨਾਂ ਨੂੰ ਉਹਦਾ ਫਾਇਦਾ ਮਿਲਿਆ, ਸੈਂਟਰ ਨਹੀਂ ਦਿੱਤਾ। ਔਰ ਦੂਸਰੀ ਗੱਲ, ਤੁਸੀਂ ਹੁਣੇ ਜਿਹੜੇ ਸਟੈਟਿਸਟਿਕਸ ਦਿਖਾ ਰਹੇ ਸੀਗੇ ਹੁਣੇ, ਉਹਦੇ ਵਿੱਚ ਵੀ ਸੈਂਟਰ ਦੀਆਂ ਸਕੀਮਾਂ ਦਾ ਜ਼ਿਕਰ ਕਿੰਨਾ ਜ਼ਿਆਦਾ, ਜਿਹੜਾ ਕਿ ਉਹ ਪੈਸਾ ਉੱਥੋਂ ਆਉਂਦਾ ਵਾ। ਦੇਖੋ ਮੈਂ ਜਿਹੜੀ ਇੱਥੇ ਗੱਲ ਇਹ ਕਰਨਾ ਚਾਹੁੰਦਾ, ਤੁਹਾਨੂੰ ਲੱਗ ਰਿਹਾ ਕਿ ਸੈਂਟਰ ਮਦਦ ਕਰ ਰਿਹਾ ਹੈ? ਸੈਂਟਰ ਹਮੇਸ਼ਾ ਮਦਦ ਕਰਦਾ ਵਾ। ਮਤਲਬ ਦੋ ਚੀਜ਼ਾਂ ਨੇ। ਇੱਕ ਗੱਲ ਕਹੀ ਜਾਂਦੀ, ਮੈਂ ਤੇ ਵੰਡਦਾ ਹਰ ਵੇਲੇ, ਤੈਨੂੰ ਮੰਗਣਾ ਹੀ ਨਾ ਆਵੇ ਤੇ ਮੈਂ ਕੀ ਕਰਾਂ। ਮੰਗਣ ਦਾ ਇੱਕ ਸਲੀਕਾ ਹੁੰਦਾ, ਉਹਦੇ ਵਾਸਤੇ ਇੱਕ ਸਿਸਟਮ ਹੁੰਦਾ ਵਾ। ਮੈਂ ਗੌਰਵ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਵਾਂ, ਜਿਹੜੀਆਂ ਤੁਹਾਨੂੰ ਚੀਜ਼ਾਂ ਜਾਂ ਜਿਹੜੀਆਂ ਫਾਈਲਾਂ ਜਾਂ ਜਿਹੜੇ ਪੱਤਰ ਤੁਹਾਡੇ ਕੋਲੋਂ ਮੰਗੇ ਨੇ ਸੈਂਟਰ ਗਵਰਨਮੈਂਟ ਨੇ ਜੀ, ਤੁਸੀਂ ਉਹਨੂੰ ਪ੍ਰੋਵਾਈਡ ਕਰੋਗੇ ਤਾਂ ਹੀ ਸੈਂਟਰ ਤੋਂ ਪੈਸੇ ਆਉਣਗੇ। ਦੂਸਰੀ ਗੱਲ, ਕਿੱਡੀ ਵੱਡੀ ਗੱਲ ਆ ਕਿ ਇਹ ਕਹਿੰਦੇ ਸੀ ਸਾਨੂੰ ਸੈਂਟਰ ਤੋਂ ਪੈਸਾ ਲੈਣ ਦੀ ਲੋੜ ਨਹੀਂ, ਤੇ ਅੱਜ 50,000 ਕਰੋੜ ਦੇ ਕਰਜ਼ਾ ਜਿਹੜਾ 1.5-2 ਸਾਲਾਂ ਦੇ ਵਿੱਚ ਚੜ ਗਿਆ ਪੰਜਾਬ ਸਰਕਾਰ ਦੇ ਉੱਤੇ। ਇਹ ਅੱਜ ਕਹਿੰਦੇ ਪਏ ਅਸੀਂ ਪਹਿਲੇ ਵਿਆਜ ਨੂੰ ਲਾਉਂਦੇ ਪਏ ਆ, ਪਹਿਲੇ ਵਿਆਜ ਦੀਆਂ ਗੱਲਾਂ ਕਰਦੇ ਪਏ ਆ। ਜਦੋਂ ਇਲੈਕਸ਼ਨ ਆਈ ਸੀ ਕਿ ਤੁਸੀਂ ਉਦੋਂ ਇਕਨੋਮਿਕਸ ਦੇ ਸਾਰੇ ਅੰਕੜੇ ਤੈਅ ਕੀਤੇ ਸੀਗੇ? ਉਸ ਟਾਈਮ ਤੁਸੀਂ ਲੋਕਾਂ ਨੂੰ ਜਵਾਬ ਲੈਣਾ ਝੂਠ ਵੱਢਿਆ। ਮੈਂ RDF ਤੇ ਵੀ ਗੱਲ ਕਰਾਂਗਾ, ਕਿਉਂਕਿ ਤੁਸੀਂ ਜਿੰਨਾ ਵਕਤ ਦਿੱਤਾ ਮੈਂ ਉਹ 'ਚ ਇੰਨੀ ਗੱਲ ਕਰਦਾ ਪਿਆ। ਅੱਜ ਨਾਕਾਮ ਹੁੰਦੀ ਪੰਜਾਬ ਸਰਕਾਰ ਨੂੰ ਇਹ ਲਾਲੇ ਪੈਂਦੇ ਪਏ ਨੇ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੰਦੇ ਰਿਟਾਇਰ ਹੋਣੇ ਆ, ਉਹਨਾਂ ਦੀ ਜਿੰਨੇ ਵੀ ਪੈਸੇ ਹੁੰਦੇ ਰਿਟਾਇਰਮੈਂਟ ਤੇ, ਉਹ ਕਿੱਦਾਂ ਭੁਗਤਾਨ ਕਰਨਾ? ਬੜੀਆਂ ਗੱਲਾਂ ਨੇ। ਥੋੜਾ ਜਿਹਾ ਤੁਸੀਂ ਵੇਟ ਕਰਿਓ ਇੱਕ ਵਾਰੀ। ਮੈਂ ਇੱਕ ਗੁਜ਼ਾਰਿਸ਼ ਜ਼ਰੂਰ ਕਰਾਂਗਾ ਕਿ ਆਪਾਂ ਆਪਣੇ ਟਾਈਮ ਦੇ ਵਿੱਚ ਆਪਾਂ ਸਾਰੇ ਬੋਲਦੇ ਰਹੀਏ, ਔਰ ਮੁੱਦਾ ਅਜਿਹਾ ਹੈ ਕਿ ਲੋਕਾਂ ਤੱਕ ਪਹੁੰਚੇ, ਉਹਨਾਂ ਨੂੰ ਸਮਝ ਆਵੇ ਕਿ ਆਖਿਰ ਇਹ ਪੈਸੇ ਨੂੰ ਲੈ ਕੇ ਜਿਹੜੀ ਗੱਲਬਾਤ ਹੋ ਰਹੀ ਹੈ ਉਸ ਦਾ ਮਤਲਬ ਕੀ ਹੈ। ਇਨਫੈਕਟ ਥੋੜਾ ਜਿਹਾ ਪੋਲੀਟੀਕਲ ਟਿੱਪਣੀਆਂ ਤੋਂ ਵੀ ਆਪਾਂ ਅੱਜ ਗੁਰੇਜ਼ ਕਰ ਸਕਦੇ ਹਾਂ। ਜ਼ਰੂਰੀ ਨਹੀਂ ਹੁੰਦਾ ਕਿ ਆਪਣੀ ਡਿਬੇਟ ਦੇ ਵਿੱਚ ਰੌਲਾ ਹੀ ਪਵੇ ਤਾਂ ਹੀ ਵਧੀਆ ਹੁੰਦੀ ਹੈ। ਤਾਂ ਮੈਂ ਸੰਘੇੜਾ ਸਾਹਿਬ, ਤੁਸੀਂ ਆਪਣੀ ਗੱਲ ਕੰਪਲੀਟ ਕਰ ਸਕਦੇ ਹੋ। ਉਮੀਦ ਹੈ ਤੁਹਾਡੀ ਆਵਾਜ਼ ਬਹੁਤ ਕਲੀਅਰ ਪਹੁੰਚੇਗੀ। ਗੌਰਵ ਜੀ, ਮੈਂ ਜੋਸ਼ੀ ਸਾਹਿਬ ਤੋਂ ਹੈਰਾਨ ਹੈ। ਬਾਕੀ ਵੀ ਸਾਰੇ ਖੈਰ ਇਦਾਂ ਹੀ ਬੋਲਣਗੇ, ਤੁਸੀਂ ਦੇਖ ਲਿਓ। ਪਹਿਲਾਂ ਵੀ ਬੋਲਦੇ ਹਟਿਆ। ਬਾਜਵਾ ਸਾਹਿਬ ਨੂੰ ਅੱਜ ਮੈਂ ਸੁਣ ਰਿਹਾ ਸੀਗਾ, ਉਹ ਵੀ ਉਹੀ ਕੰਮ ਕਰ ਰਹੇ ਨੇ, ਔਰ ਗਵਰਨਰ ਸਾਹਿਬ ਵੀ ਉਹੀ ਕੰਮ ਕਰ ਰਹੇ ਨੇ ਜੋ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਕਰ ਰਹੀਆਂ ਆ। ਤੁਸੀਂ ਦੇਖੋ, ਮੈਂ ਇੱਕ ਗੱਲ ਇੱਕ ਲਫ਼ਜ਼ ਦੇ ਵਿੱਚ, ਇੱਕ ਸੈਂਟੈਂਸ ਦੇ ਵਿੱਚ ਕਲੀਅਰ ਕਰ ਦੇਣਾ ਚਾਹੁੰਦਾ ਆ ਕਿ RDF ਕੋਈ ਕੇਂਦਰ ਤੋਂ ਗ੍ਰਾਂਟ ਨਹੀਂ ਹੈ। RDF ਜਿਹੜਾ ਆ ਡਿਊ ਆ ਸੈਂਟਰ ਦੇ ਵੱਲ, ਉਹ ਜਿਹੜੀ ਖਰੀਦ ਕੀਤੀ ਆ ਉਹਦੇ ਇੱਕ ਖਰਚਾ ਆ। ਉਹਦੇ ਵਿੱਚੋਂ ਜਿਸ ਤਰ੍ਹਾਂ ਜੇ 10,000 ਕਰੋੜ ਦੀ ਚੀਜ਼ ਵੇਚੀ ਹੈ, ਉਹਦੇ ਵਿੱਚ ਇੱਕ 2% ਖਰਚਾ ਪੈਂਦਾ ਤੇ ਉਹ ਕੇਂਦਰ ਸਰਕਾਰ ਇਲੀਗਲੀ ਦੱਬ ਕੇ ਬੈਠੀ ਹੈ। ਔਰ ਜਸਟ ਪੰਜਾਬ ਨੂੰ ਇਹ ਜਿਹੜਾ ਆ ਰੂਰਲ ਪਿੰਡਾਂ 'ਚ ਕੰਮ ਨਾ ਹੋ ਜਾਣ, ਲੋਕਾਂ ਦੇ ਕੰਮ ਨਾ ਹੋ ਜਾਣ, ਪੰਜਾਬ ਵਿਰੋਧੀ ਬਹੁਤ ਵੱਡੀ ਗਤੀਵਿਧੀ ਹੈ, ਉਹਦੇ ਕਰਕੇ ਚਿੱਠੀ ਲਿਖੀ ਗਵਰਨਰ ਸਾਹਿਬ ਨੂੰ। ਠੀਕ ਹੈ, ਤੁਸੀਂ ਉਹਦੇ ਪਰ ਵੀ ਟਿੱਪਣੀ ਕਰ ਦਿਓ। ਤੁਸੀਂ ਸ਼ੁਰੂਆਤ ਦੇ ਵਿੱਚ ਕਰ ਰਹੇ ਸੀ 50,000 ਕਰੋੜ ਜੀ। ਇਹ ਗਵਰਨਰ ਸਾਹਿਬ ਨੇ ਬਿਲਕੁਲ ਕਿੰਨੀ, ਮਤਲਬ ਮੈਂ ਹੁਣ ਉਹ ਲਫ਼ਜ਼ ਨਹੀਂ ਯੂਜ਼ ਕਰਨੇ ਚਾਹੁੰਦਾ ਕਿ 50,000 ਕਰੋੜ ਕਹਿੰਦੇ ਜੀ ਇਹ ਜਿਹੜਾ ਕਰਜ਼ਾ ਆ ਉਹ ਕਿੱਥੋਂ ਆ ਗਿਆ, ਕੀ ਹੋ ਗਿਆ ਜਾਂ ਕਿਸ ਤਰ੍ਹਾਂ। ਪਹਿਲੀ ਗੱਲ ਤਾਂ ਇਹ ਚੀਮਾ ਸਾਹਿਬ ਨੇ ਅੱਜ ਬਿਲਕੁਲ ਕਲੀਅਰ ਕੀਤਾ, ਫਾਈਨਾਂਸ ਮਿਨਿਸਟਰ ਸਾਹਿਬ ਨੇ, ਕਿ ਇਹ ਕਰਜ਼ਾ 3 ਲੱਖ ਕਰੋੜ ਤੋਂ ਤੱਕ ਦਾ ਕਰਜ਼ਾ ਜਿਹੜਾ ਆ ਵਿਰਾਸਤ 'ਚ ਮਿਲਿਆ ਆ। ਹਰ ਇੱਕ ਕਰਜ਼ੇ ਦਾ ਹਰ ਵਿਆਜ ਨਾਲੋਂ ਨਾਲ ਦੇਣਾ ਹੀ ਦੇਣਾ ਹੁੰਦਾ ਆ। ਔਰ ਤੁਸੀਂ ਸਟੈਟਿਸਟਿਕਸ ਵੀ ਦਿਖਾਏ ਆ। ਜੋ ਸਟਰਕਚਰ ਹੈ ਜੋ ਇਸ ਵੇਲੇ ਬਣਿਆ ਹੋਇਆ, ਇਹ ਅਸੀਂ ਨਹੀਂ ਬਣਾਇਆ, ਅਸੀਂ ਤਾਂ ਉਹਨੂੰ ਪੋਜ਼ਿਟਿਵ ਪਾਸੇ ਵੱਲ ਨੂੰ ਲੈ ਕੇ ਜਾ ਰਹੇ ਹਾਂ। ਇਹ ਪਿਛਲੇ 15 ਸਾਲ 'ਚ ਖਾਸ ਕਰਕੇ 15 ਸਾਲ 'ਚ ਵੱਧ ਤੋਂ ਵੱਧਤਰ ਸਿਚੁਏਸ਼ਨ ਹੋਈ ਆ। ਅਸੀਂ ਉਹਨੂੰ ਕਰੈਕਟ ਕਰ ਰਹੇ ਹਾਂ। ਇਹ ਥੋੜੇ ਸਮੇਂ 'ਚ ਕਰੈਕਟ ਨਹੀਂ ਹੋਣਾ, ਅਜੇ 1.5 ਸਾਲ ਹੋਇਆ ਸਿਰਫ। ਪਰ ਫੇਰ ਵੀ ਪੰਜਾਬ ਸਰਕਾਰ ਨੇ, ਭਗਵੰਤ ਮਾਨ ਸਾਹਿਬ ਨੇ, ਮੁੱਖ ਮੰਤਰੀ ਸਾਹਿਬ ਨੇ ਕਦੀ ਵੀ ਕਿਸੇ ਪਾਸੇ ਵੀ ਕੋਈ ਕੰਮ ਰੁਕਣ ਨਹੀਂ ਦਿੱਤਾ ਜਿਹੜਾ ਪੈਸੇ ਦੀ ਥੋੜ ਕਰਕੇ ਰੁਕ ਜਵੇ।
ਤੁਸੀਂ ਦੇਖ ਲਓ GST ਸੈਂਟਰ ਗਵਰਨਮੈਂਟ ਲੈ ਗਈ ਜੀ। ਔਰ ਪਿਛਲੇ ਮੈਂ ਹੁਣ ਦੀ 1.5 ਸਾਲ ਦੀ ਵੀ ਨਹੀਂ ਸਰਕਾਰ ਦੀ ਗੱਲ ਕਰਦਾ, ਈਵਨ ਜਦੋਂ ਦੀ ਕੇਂਦਰ 'ਚ ਮੋਦੀ ਸਰਕਾਰ ਆਈ ਆ, ਜਦੋਂ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਆ, ਪਹਿਲਾਂ ਪੰਜਾਬ ਨਾਲ ਤਾਂ ਵੈਸੇ ਹੀ ਵਿਤਕਰਾ ਕਰਦੇ ਸੀਗੇ ਇਹ, ਕਿਸਾਨ ਅੰਦੋਲਨ ਤੋਂ ਬਾਅਦ ਹੋਰ ਜ਼ਿਆਦਾ ਜ਼ਹਿਰੀ ਹੋ ਗਏ ਨੇ, ਬਹੁਤ ਜ਼ਿਆਦਾ ਨਫ਼ਰਤ ਕਰਨ ਲੱਗ ਗਏ ਨੇ ਪੰਜਾਬ ਨੂੰ, ਅੰਦਰੋਂ ਛੁਰੀਆਂ ਚਲਾ ਰਹੇ ਨੇ, ਤਬਾਹ ਕਰਨ ਨੂੰ ਫਿਰਦੇ ਨੇ ਪੰਜਾਬ ਨੂੰ। ਔਰ ਭਾਜਪਾ ਜਿਹੜੀ ਆ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ 'ਚ ਪਿਛਲੇ 10 ਸਾਲ ਦੌਰਾਨ ਇਹਨਾਂ ਨੇ ਕੁਝ ਵੀ ਨਹੀਂ ਦਿੱਤਾ ਪੰਜਾਬ ਨੂੰ, ਨਹੀਂ ਤਾਂ ਵੇਲੇ ਕੁਛ ਨਾ ਕੁਛ ਮਿਲਦਾ ਹੀ ਰਿਹਾ ਆ, ਔਰ ਅਫਵਾਹਾਂ ਫੈਲਾਉਂਦੇ ਆ, ਸਿਰਫ ਲਤੀਫੇ ਛੱਡਦੇ ਆ, ਗੱਲਾਂ ਕਰਦੇ ਆ। ਮੈਂ ਮੌਜੂਦਾ ਸਥਿਤੀ ਤੇ ਆ ਰਿਹਾ, ਇਹਨਾਂ ਦੇ ਜਿਹੜੇ ਆ ਨਫੇਰੀਅਸ ਐਟੀਟਿਊਡ ਨੇ ਨਾ, ਉਹਦੇ ਨਾਲ ਪੰਜਾਬ ਸਰਕਾਰ ਨੇ ਫੇਲ ਨਹੀਂ ਹੋਣਾ। ਭਗਵੰਤ ਮਾਨ ਸਾਹਿਬ ਨੇ ਡੇ ਬਾਈ ਡੇ, ਦਿਨ ਬ ਦਿਨ ਲੋਕਾਂ 'ਚ ਹੋਰ ਪਪੂਲਰ ਹੋਣਾ, ਕਿਉਂਕਿ ਲੋਕਾਂ ਦਾ ਕੋਈ ਕੰਮ ਨਹੀਂ ਰੁਕ ਰਿਹਾ, ਦਿਨ ਬ ਦਿਨ ਰੁਜ਼ਗਾਰ ਦਿੱਤਾ ਜਾ ਰਿਹਾ, ਡਿਵੈਲਪਮੈਂਟ ਹੋ ਰਹੀ ਆ, ਸਾਰੇ ਹੀ ਕੰਮ ਹੋ ਰਹੇ ਆ, ਜੋ ਮਰਜ਼ੀ ਕਰ ਲੈਣ। ਤੁਸੀਂ ਇੱਕ ਕੋਇਨਸੀਡੈਂਸ ਦੇਖੋ, ਇੱਕ ਸੈਂਟੈਂਸ ਦੇ ਵਿੱਚ ਹੀ ਤੁਸੀਂ ਕੋਇਨਸੀਡੈਂਸ ਦੇਖੋ, ਪਹਿਲਾਂ ਸਲਾਹ ਕਰਦੇ ਆ 4 ਜਣੇ, ਸ਼੍ਰੋਮਣੀ ਅਕਾਲੀ ਦਲ, ਭਾਜਪਾ, ਕਾਂਗਰਸ ਤੇ ਗਵਰਨਰ ਐਜ ਏ ਨੁਮਾਇੰਦਾ ਆਫ BJP ਕੇਂਦਰ ਦੀ, ਉਹ ਗਵਰਨਰ ਦੇ ਤੌਰ ਤੇ ਨਹੀਂ ਕੰਮ ਕਰ ਰਹੇ। ਗਵਰਨਰ ਦਾ ਕੋਈ ਮਤਲਬ ਨਹੀਂ ਹੈ ਡੇ ਟੂ ਡੇ ਵਰਕਿੰਗ 'ਚ ਹਿਸਾਬ ਕਿਤਾਬ ਪੁੱਛਣ ਦਾ। ਗਵਰਨਰ ਇੱਕ ਆਨਰਰੀ ਅਹੁਦਾ ਆ, ਉਹਨਾਂ ਦੀਆਂ ਡਿਊਟੀਜ਼ ਐਂਡ ਪਾਵਰਸ ਲਿਸਟਡ ਨੇ ਸੰਵਿਧਾਨ ਦੇ ਵਿੱਚ, ਉਹਦੇ ਉਲਟ ਜਾ ਕੇ ਸਗੋਂ ਪੰਜਾਬ ਦੀ ਜਿਹੜੀ ਹੈਲਪ ਕਰਨੀ ਆ, ਜਿਹੜੀ ਉਹਨਾਂ ਦੀ ਇਖਲਾਕੀ ਜ਼ਿੰਮੇਵਾਰੀ ਬਣਦੀ ਆ, ਉਹਨੂੰ ਛੱਡ ਕੇ ਦੂਜੇ ਪਾਸੇ ਚਲੇ ਗਏ। ਵਿੱਚ ਸੁਪਰੀਮ ਕੋਰਟ ਦੀ ਗੱਲ ਵੀ ਕਹਿਤੀ ਜੀ, ਸੁਪਰੀਮ ਕੋਰਟ ਦੀ ਗੱਲ ਜਿਹੜੀ ਆ, ਜੇ ਕੋਈ ਕੇਸ ਸੁਪਰੀਮ ਕੋਰਟ 'ਚ ਪੈਂਡਿੰਗ ਆ, ਉਹ ਇਹ ਨਹੀਂ ਹੁੰਦਾ ਵੀ ਕੁਆਸੀ ਜੁਡੀਸ਼ੀਅਲ ਆ ਤਾਂ ਉੱਥੇ ਤੁਸੀਂ ਜੀ ਉਹਦੇ ਤੇ ਮਤਲਬ ਉਹਨੂੰ ਹੱਲ ਨਹੀਂ ਕਰ ਸਕਦੇ, ਉਹ ਖਤਮ ਹੋ ਜਾਏਗਾ ਕੇਸ। ਇਹ ਤਾਂ ਜਿਹੜੀ ਬੜੇ ਦੁੱਖ ਦੀ ਗੱਲ ਹੈ, ਇਸ ਗੱਲ ਦੇ ਕੇਂਦਰ ਜਵਾਬ ਦੇਵੇ ਕਿ ਦੂਜੀ ਵਾਰੀ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਜਾਣਾ ਪੈ ਗਿਆ, ਪਹਿਲੀ ਵਾਰੀ ਬਜਟ ਸੈਸ਼ਨ ਲਈ, ਤੇ ਦੂਸਰੀ ਵਾਰੀ ਜਿਹੜਾ ਸਾਡਾ ਪੈਸਾ ਕੇਂਦਰ ਵੱਲ ਡਿਊ ਆ ਉਹ ਲੈਣ। ਚਲੋ ਬਹੁਤ ਛੋਟੀ ਜਿਹੀ ਟਿੱਪਣੀ ਕਰਿਓ ਸੰਘੇੜਾ ਸਾਹਿਬ, ਕਰਜ਼ ਮਜਬੂਰੀ ਹੈ, ਤੁਹਾਡੀ ਗੱਲ ਤੋਂ ਇਹ ਸਮਝ ਆ ਰਿਹਾ ਕਿ ਕਰਜ਼ ਮਜਬੂਰੀ ਹੈ। ਕਰਜ਼ ਮਜਬੂਰੀ ਨੂੰ ਨਹੀਂ ਕਹਿ ਸਕਦੇ, ਕਰਜ਼ ਜਿਹੜਾ ਆ ਪਹਿਲਾਂ ਦੀ ਪ੍ਰਥਾ ਚੱਲ ਰਹੀ ਆ, ਉਹ ਵਿਰਾਸਤ 'ਚ ਮਿਲਿਆ ਆ। ਐਡਾ ਵੱਡਾ ਕਰਜ਼ਾ ਇੱਕ ਜਿਹੜਾ ਡੈਟ ਟ੍ਰੈਪ 'ਚ ਫਸਾ ਕੇ ਗਈਆਂ ਰਵਾਇਤੀ ਪਾਰਟੀਆਂ, ਡੈਟ ਕੌਣ ਜ਼ਿਆਦਾ ਜ਼ਿੰਮੇਵਾਰ ਤੁਹਾਨੂੰ ਕੌਣ ਨਜ਼ਰ ਆ ਰਿਹਾ ਹੈ? ਤੁਹਾਨੂੰ ਕਾਂਗਰਸ ਲੱਗਦੀ ਹੈ ਕਿ ਅਕਾਲੀ ਦਲ? ਜੋਸ਼ੀ ਸਾਹਿਬ ਇਕਨੋਮਿਕਸ ਸਿਖਾ ਰਹੇ ਸੀ ਨਾ, ਉਹਨੂੰ ਇਕਨੋਮਿਕਸ ਦੇ ਵਿੱਚ ਕਹਿੰਦੇ ਆ ਵਿਸ਼ੀਅਸ ਸਰਕਲ ਆਫ ਡੈਟਨੈਸ। ਇਹ ਵਿਸ਼ੀਅਸ ਸਰਕਲ ਹੈ, ਇਹਦੇ ਚੋਂ ਪੰਜਾਬ ਸਰਕਾਰ ਜਿਹੜੀ ਹੈ ਇਹਨੂੰ ਡੈਟ ਚੋਂ ਪੰਜਾਬ ਨੂੰ ਕੱਢੇਗੀ। ਅਸੀਂ ਵਾਅਦਾ ਕੀਤਾ ਲੋਕਾਂ ਨਾਲ, ਚਲੋ ਉਮੀਦ ਹੈ ਸਰ ਨਿਕਲੇ, ਉਮੀਦ ਹੈ ਨਿਕਲੇ। ਮੇਰੇ ਕੋਲ ਹਾਂ ਬਿਲਕੁਲ, ਲੋਕਾਂ ਦੇ ਆਪਾਂ ਸਾਰਿਆਂ ਨੂੰ ਇੱਕ ਵਾਰੀ ਐਡ ਕਰ ਲਈਏ, ਜੋਸ਼ੀ ਥੋੜੀ ਵੇਟ ਕਰਨੀ ਪਏਗੀ ਤੁਹਾਨੂੰ ਪਲੀਜ਼, ਟਾਈਮ ਲੱਗੇਗਾ। ਠੀਕ ਹੈ, ਟਾਈਮ ਲੱਗੇਗਾ, ਪਰ ਗੱਲ ਉਹੀ ਹੈ ਜੋ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਕਿ ਬਾਕੀ ਇਹ ਚੱਕਰਵਿਊਹ ਤੋਂ ਬਾਹਰ ਨਿਕਲਣ ਦਾ ਕੋਈ ਫਾਰਮੂਲਾ ਹੈ ਕਿ ਨਹੀਂ ਹੈ। ਮੈਂ ਜੋਸ਼ੀ ਪਲੀਜ਼ ਮੈਨੂੰ ਥੋੜਾ ਜਿਹਾ ਟਾਈਮ ਦਿਓ, ਇੱਕ ਵਾਰੀ ਮੈਂ ਸਾਰਿਆਂ ਦਾ ਰੁਕ ਕਰ ਲਵਾਂ। ਮੈਂ ਸਾਡੇ ਨਾਲ ਖੜਿਆਲ ਸਾਹਿਬ ਜੁੜੇ ਹੋਏ ਨੇ, ਉਹਨਾਂ ਦਾ ਰੁਕ ਕਰਦਾ। ਖੜਿਆਲ ਸਾਹਿਬ, ਜਦੋਂ 2016-17 ਤੋਂ ਮਤਲਬ ਤੁਹਾਡੀ ਸਰਕਾਰ ਬਣੀ 17 ਦੇ ਵਿੱਚ, ਉਸ ਤੋਂ ਬਾਅਦ ਕਰੀਬ 1,10,000 ਕਰੋੜ ਦੇ ਆਸ-ਪਾਸ, 1 ਲੱਖ ਕਰੋੜ ਦੇ ਆਸ-ਪਾਸ ਕਰਜ਼ਾ 5 ਸਾਲਾਂ ਦੇ ਵਿੱਚ ਚੜਿਆ ਹੈ, ਔਰ ਇਹ ਲਗਾਤਾਰ ਵੱਧਦਾ ਗਿਆ ਹੈ ਪਿਛਲੇ ਕੁਝ ਸਮੇਂ ਦੇ ਵਿੱਚ। ਕਿ ਵਾਕਈ ਤੁਹਾਨੂੰ ਲੱਗਦਾ ਕਿ ਕਰਜ਼ਾ ਬਿਨਾਂ ਚੁੱਕੇ ਇਹ ਇੱਕ ਇਕਨੋਮਿਕਸ ਦਾ ਕੋਈ ਫਾਰਮੂਲਾ ਹੈ ਕਿ ਗੱਲ ਬਣ ਜਾਏਗੀ? ਦੂਜੀ ਗੱਲ ਇਹ ਵੀ ਹੈ ਕਿ ਸੈਂਟਰ ਦੇ ਕੋਲ ਜਿਹੜਾ ਪੈਸਾ ਹੈ, ਜੇ RDF ਦਾ ਸਰਕਾਰ ਕਹਿੰਦੀ ਹੈ, ਪੰਜਾਬ ਦੀ ਸਰਕਾਰ, ਕਿ RDF ਦਾ 5,000 ਕਰੋੜ ਤੋਂ ਜ਼ਿਆਦਾ ਦਾ ਪੈਸਾ ਪਿਆ ਦੇ ਦਿਓ, ਤਾਂ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਵੀ ਨਾਲ ਆ ਕੇ ਖੜ ਜਾਓ ਪੰਜਾਬ ਦੇ ਇਸ ਪੈਸੇ ਦੇ ਲਈ? ਜਾਂ ਤੁਹਾਨੂੰ ਲੱਗਦਾ ਕਿ ਨਹੀਂ, ਇਹ ਜਿਹੜੇ ਇਹਨਾਂ ਦੀ ਮੰਗ ਹੈ ਉਹ ਜਾਇਜ਼ ਨਹੀਂ? ਪੰਜਾਬ ਦੇ ਨਾਲ ਅਸੀਂ ਸ਼ੁਰੂ ਤੋਂ ਖੜੇ ਸੀਗੇ, ਖੜੇ ਹੈਗੇ ਆ, ਖੜੇ ਰਵਾਂਗੇ, ਜੋ ਮਰਜ਼ੀ ਹੋ ਜਾਏ ਗੌਰਵ ਜੀ। ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਗਲਤੀਆਂ ਕਰਕੇ, ਇਨਐਕਸਪੀਰੀਅੰਸ ਕਰਕੇ, ਉਹਦਾ ਖਾਮਿਆਜ਼ਾ ਪੰਜਾਬ ਤੇ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ। ਪਹਿਲਾਂ ਤਾਂ ਤੁਸੀਂ ਸਵਾਲ ਕੀਤਾ, ਮੈਂ ਤੁਹਾਨੂੰ ਦੱਸਦਾ ਕਿ ਜਦੋਂ 2017 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਸੀਗੀ, 1,95,000 ਕਰੋੜ ਦੇ ਨੇੜੇ ਤੇੜੇ ਕਰਜ਼ਾ ਆਲਰੇਡੀ ਸੀਗਾ। ਦੂਜਾ, ਜਦੋਂ ਸਾਡੀ ਸਰਕਾਰ ਡੀਥਰੋਨ ਹੋਈ ਹੈ 2022 ਦੇ ਵਿੱਚ, ਉਦੋਂ ਕਰਜ਼ਾ ਸੀ 2,61,000 ਕਰੋੜ, ਯਾਨੀ ਕਿ ਇਨ ਟੋਟੈਲਿਟੀ 66,000 ਕਰੋੜ ਰੁਪਏ ਦਾ ਕਰਜ਼ਾ ਸਾਡੀ ਸਰਕਾਰ ਵੇਲੇ ਚੜਿਆ। 66,000, ਉਹਦੇ ਵਿੱਚ ਅਸੀਂ ਇੰਟਰਸਟ ਵੀ ਮੋੜਨਾ ਸੀਗਾ, ਅਸੀਂ ਵੀ ਡੈਟ 'ਚ ਫਸੇ ਹੋਏ ਸੀਗੇ, ਲੇਕਿਨ ਉਹਦੇ ਬਾਵਜੂਦ ਅਸੀਂ ਪੰਜਾਬ ਦੇ ਸਿਰ ਇੰਨਾ ਕਰਜ਼ਾ ਨਹੀਂ ਚੜਨ ਦਿੱਤਾ ਜਿੰਨਾ ਹੋਰ ਪਾਰਟੀਆਂ ਨੇ ਚੜਨ ਦਿੱਤਾ, ਤੇ ਸਪੈਸ਼ਲੀ ਆਮ ਆਦਮੀ ਪਾਰਟੀ ਨੇ। ਹੁਣ ਆਪਾਂ 2-3 ਚੀਜ਼ਾਂ ਦੇਖੀਏ ਗੌਰਵ ਜੀ। ਪਹਿਲਾਂ ਤਾਂ ਬੜੇ ਜ਼ਰੂਰੀ ਪੁਆਇੰਟ ਹੈ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਪੰਜਾਬ ਦੇ ਵਿੱਚ ਸਾਡਾ RDF ਦਾ ਪੈਸਾ ਰੁਕਿਆ, ਸਾਡਾ NHM ਦਾ ਪੈਸਾ ਰੁਕਿਆ, ਜੋ ਮੈਡੀਕੇਅਰ ਲਈ ਸੀਗਾ, ਸਾਨੂੰ ਐਗਜ਼ੈਂਪਸ਼ਨ ਨਹੀਂ ਮਿਲੀ ਵੈਲੀ ਪੱਟ ਤੇ, ਸਾਨੂੰ ਵਧੀਆ ਬਜਟ ਨਹੀਂ ਮਿਲਿਆ। ਜਦੋਂ ਫਲੱਡ ਸਿਚੁਏਸ਼ਨ ਸੀ, ਹੜ੍ਹਾਂ ਦਾ ਪੈਸਾ ਸੀ, ਮੁਆਵਜ਼ਾ ਸਾਨੂੰ ਚਾਹੀਦਾ ਸੀ ਪੰਜਾਬ ਦੇ ਲੋਕਾਂ ਨੂੰ, ਤੇ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਅਸੀਂ ਭੀਖ ਨਹੀਂ ਮੰਗਾਂਗੇ ਸੈਂਟਰ ਤੋਂ, ਜੋ ਸਾਡਾ ਹੱਕ ਸੀਗਾ, ਨਾ ਮੁਆਵਜ਼ਾ ਆਪ ਦੇ ਸਕੇ ਨਾ ਲੈ ਕੇ ਦੇ ਸਕੇ।
ਹੁਣ ਦੂਜੀ ਗੱਲ ਦੇਖੋ ਗੌਰਵ ਜੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਹੁਣ ਘਬਰਾ ਚੁੱਕੀ ਹੈ, ਬੌਖਲਾ ਚੁੱਕੀ ਹੈ ਇਸ ਗੱਲ ਨੂੰ ਲੈ ਕੇ ਵੀ ਯਾਰ ਪੈਸਾ ਅਸੀਂ ਇੰਨਾ ਖਰਚ ਰਹੇ ਹਾਂ ਆ ਕਿਸੇ ਪਾਸੋਂ ਰਿਹਾ ਨਹੀਂ ਹੈ, ਕਰਜ਼ਾ ਵੱਧਦਾ ਹੀ ਵੱਧਦਾ ਜਾ ਰਿਹਾ ਹੈ। ਸੋ ਘਬਰਾਹਟ ਦੇ ਵਿੱਚ ਕੀ ਕੁਝ ਕਰਦੇ ਤੁਸੀਂ ਦੇਖੋ, ਪਹਿਲਾਂ ਗਵਰਨਰ ਸਾਹਿਬ ਕੋਲ ਇਹਨਾਂ ਨੂੰ ਜਾਣਾ ਚਾਹੀਦਾ ਸੀ ਕਾਇਦੇ ਅਨੁਸਾਰ, ਉਦੋਂ ਗਏ ਨਹੀਂ, ਸਿੱਧਾ ਸੁਪਰੀਮ ਕੋਰਟ ਚਲੇ ਗਏ ਆਪਦੇ ਅਹੰਕਾਰ ਕਰਕੇ, ਕੋਆਪਰੇਸ਼ਨ ਨਾ ਕਰਕੇ। ਹੁਣ ਮੈਂ ਗੌਰਵ ਜੀ ਤੱਕ ਦੱਸਦਾ ਕਿ ਉਹ ਗਵਰਨਰ ਸਾਹਿਬ ਕੋਲ ਪਹਿਲਾਂ ਜਾਣਾ ਚਾਹੀਦਾ ਸੀਗਾ। ਜੇ ਕਹਿੰਦੇ ਵੀ ਸਾਡੀ ਗੱਲ ਨਹੀਂ ਸੁਣਦੇ ਤੇ ਫਿਰ ਗੱਲ ਤਾਂ ਫਿਰ ਜੇ ਗੱਲ ਨਹੀਂ ਸੁਣਦੇ ਫਿਰ ਹੁਣ ਵੀ ਕਿਉਂ ਗਏ ਹੋ, ਫਿਰ ਤਾਂ ਹੁਣ ਵੀ ਨਹੀਂ ਜਾਣਾ ਚਾਹੀਦਾ ਸੀਗਾ। ਇਹਨਾਂ ਨੇ ਕੀ ਕੀਤਾ, ਪਹਿਲਾਂ ਸੁਪਰੀਮ ਕੋਰਟ ਚਲੇ ਗਏ, ਫਿਰ ਗਵਰਨਰ ਸਾਹਿਬ ਕੋਲੇ ਆ ਗਏ। ਗਵਰਨਰ ਸਾਹਿਬ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਹਿਤਾ ਮੈਟਰ ਸਬ ਜੁਡਿਸ ਹੈ, ਇਹ ਤੇ ਕੰਮ ਮਤਲਬ ਐਕਸ਼ਨ ਲੈਣਾ ਤਾਂ ਦੂਰ ਦੀ ਗੱਲ ਹੈ ਗੌਰਵ ਜੀ, ਗੱਲਬਾਤ ਵੀ ਨਹੀਂ ਹੋ ਸਕਦੀ ਮੈਟਰ ਜਿਹੜਾ ਸਬ ਜੁਡਿਸ ਹੋਵੇ। ਤੇ ਉਹਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਸਰਕਾਰ ਗਵਰਨਰ ਸਾਹਿਬ ਕੋਲੇ ਆ ਗਈ ਹੈ। ਸੋ ਮੈਂ ਤੇ ਦੋ ਤਿੰਨ ਚੀਜ਼ਾਂ ਸਪਸ਼ਟ ਕਰਦਾ ਹੁਣ ਅਸੀਂ ਚਾਹੁੰਦੇ ਆ ਵੀ ਹੋਪ ਐਂਡ ਐਕਸਪੈਕਟ ਕਿ ਸੁਪਰੀਮ ਕੋਰਟ ਸਾਨੂੰ ਰਿਲੀਫ ਦੇ ਦੇ ਗੌਰਵ ਜੀ, ਕਿ ਪੈਸਾ ਮਿਲ ਜੇ ਸਾਨੂੰ ਆਰਡੀਐਫ ਦਾ, ਅਸੀਂ ਚਾਹੁੰਦੇ ਆ ਦਿਲੋਂ। ਲੇਕਿਨ ਕਿਉਂਕਿ ਕੋਰਟ ਹੈ, ਦੋਵੇਂ ਪੋਸਿਬਿਲਿਟੀਜ਼ ਲੈ ਕੇ ਚੱਲਦੇ ਹੈ, ਖੁਦਾ ਨਾ ਖਾਸਤਾ ਫੈਸਲਾ ਆਪਣੇ ਖਿਲਾਫ ਆ ਜਾਂਦਾ ਹੈ, ਖੁਦਾ ਨਾ ਖਾਸਤਾ। ਤੇ ਕੀ ਤੁਹਾਨੂੰ ਲੱਗਦਾ ਗਵਰਨਰ ਸਾਹਿਬ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ ਜਾ ਕੇ ਕੁਝ ਕਰ ਸਕਣਗੇ? ਇਹਨਾਂ ਨੇ ਆਪਣੇ ਹੱਥ ਆਪ ਹੀ ਬਣਵਾ ਲਏ ਹੈ। ਇਹ ਆਮ ਆਦਮੀ ਪਾਰਟੀ ਦੀ ਗਲਤੀ ਹੈ, ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਸੂਰ ਹੈ। ਤੇ ਕਾਇਦੇ ਅਨੁਸਾਰ ਮੈਂ ਤੁਹਾਨੂੰ ਦੱਸਦਾ, ਜੇ ਮੈਂ ਕਿਸੇ ਦੇ ਦਰਖਾਸਤ ਦੇਣਾ ਨਾ ਕਿਸੇ ਦੇ ਖਿਲਾਫ ਪੁਲਿਸ ਨੂੰ, ਪੁਲਿਸ ਕਾਰਵਾਈ ਨਹੀਂ ਕਰਦੀ, ਮੈਂ ਸਿੱਧਾ ਹਾਈ ਕੋਰਟ ਨਹੀਂ ਜਾਊਂਗਾ ਡਾਇਰੈਕਸ਼ਨ ਪਟੀਸ਼ਨ ਪਾਉਣ ਲਈ, ਪਹਿਲਾਂ ਮੈਂ ਐਸਐਸਪੀ ਨੂੰ ਦਰਖਾਸਤ ਦਊਂਗਾ। ਤੇ ਕਿਉਂਕਿ ਕੋਰਟ ਵੀ ਪੁੰਡੀ ਹੈ, ਕੰਪਲੀਟ ਕਰ ਲਓ ਸਰ, ਕੰਪਲੀਟ ਕਰ ਲਓ, ਪਰ ਸਾਰੇ ਨਾਲ ਰੁਕ ਕਰੀ ਜੀ ਆਲਟਰਨੇਟ ਰੈਮੇਡੀ ਅਵੇਲ ਕੀਤੀ ਕਿ ਨਹੀਂ ਕੀਤੀ, ਕੋਰਟ ਵੀ ਪੁੱਛਦੀ ਹੈ। ਅਗਲੀ ਗੱਲ ਦੇਖੋ ਗੌਰਵ ਜੀ, ਆਮ ਆਦਮੀ ਪਾਰਟੀ ਦੀ ਸਰਕਾਰ ਸਿੱਧਾ ਕੋਰਟ ਗਈ, ਮੈਨੂੰ ਦੱਸਣ ਸੰਘੇੜਾ ਸਾਹਿਬ ਕਿ ਸੀਨੀਅਰ ਲਾਇਰ ਤੁਸੀਂ ਇੰਗੇਜ ਕੀਤੇ ਨਹੀਂ ਕੀਤੇ, ਉਹਨਾਂ ਦੀ ਫੀਸ ਕਿੰਨੀ ਹੈ, ਪਰ ਪੇਰੈਂਟਸ ਫੀਸ ਕਿੰਨੀ ਹੈ, ਤੇ ਪੈਸੇ ਤੁਸੀਂ ਆਪਦੀ ਜੇਬ ਚੋਂ ਭਰ ਰਹੇ ਹੋ ਜਾਂ ਪੰਜਾਬ ਦੇ ਲੋਕ ਆਪਦੀ ਜੇਬ ਚੋਂ ਭਰ ਰਹੇ ਹੈ, ਇਹ ਗੱਲ ਦਾ ਸਪਸ਼ਟੀਕਰਨ ਦੇਣ। ਦੂਜੀ ਗੱਲ ਗੌਰਵ ਜੀ, ਮੈਂ ਦੋ ਤਿੰਨ ਚੀਜ਼ਾਂ ਹੋਰ ਸਪਸ਼ਟ ਕਰਦਾ ਕਿ ਥੋੜੇ ਕੰਪਲੀਟ ਕਰ ਲਓ ਸਰ, ਬਹੁਤ ਸਾਰੇ ਪੁਆਇੰਟਸ ਹੋ ਜਾਣਗੇ, ਮੈਂ ਜਵਾਬ ਨਹੀਂ ਲੈ ਪਾਵਾਂਗਾ। ਮੈਂ ਡਾਇਰੈਕਟਲੀ ਪੁੱਛ ਰਿਹਾ ਨਾ, ਤੁਸੀਂ ਉਸੇ ਪੁਆਇੰਟ ਦੇ ਉੱਤੇ ਕਲੀਅਰ ਕਰ ਦਿਓ। ਮੈਂ ਕੰਕਲੂਡ ਕਰ ਰਿਹਾ ਟਰੈਕ ਰਿਕਾਰਡ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹੀ ਹੈ ਗੌਰਵ ਜੀ, ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਅੰਡਰਮਾਈਨ ਕਰਦੀ ਹੈ ਸਾਡੇ ਸੰਵਿਧਾਨ ਨੂੰ, ਸਾਡੇ ਆਨਰੇਬਲ ਸੁਪਰੀਮ ਕੋਰਟ ਨੂੰ। ਕਿਵੇਂ? ਜਦੋਂ ਪਹਿਲਾਂ ਵੀ ਗਵਰਨਰ ਸਾਹਿਬ ਦੇ ਮੁਤਲਕ ਕੇਸ ਦੇ ਵਿੱਚ ਸੁਪਰੀਮ ਕੋਰਟ ਗਏ ਸੀਗੇ, ਸੁਪਰੀਮ ਕੋਰਟ ਨੇ ਬੜੇ ਕਲੀਅਰ ਸ਼ਬਦਾਂ ਦੇ ਵਿੱਚ ਕਿਹਾ ਸੀਗਾ ਆਰਟੀਕਲ 167 ਵੀ ਸੰਵਿਧਾਨ ਦਾ ਡਿਊਟੀ ਬਾਉਂਡ ਕਰਦਾ ਹੈ, ਜਵਾਬ ਦੇਣਾ ਪਊਗਾ ਗਵਰਨਰ ਸਾਹਿਬ ਦੇ ਸਵਾਲਾਂ ਦਾ। ਤੇ ਦੂਜੀ ਗੱਲ ਕਿ ਤੁਹਾਡੀ ਭਾਸ਼ਾ ਅਪਮਾਨਜਨਕ ਸੀਗੀ, ਹੁਣ ਇਹ ਸੰਵਿਧਾਨ ਨੂੰ ਵੀ ਅੰਡਰਮਾਈਨ ਕਰ ਰਹੇ ਹੈ, ਸੁਪਰੀਮ ਕੋਰਟ ਨੂੰ ਵੀ ਅੰਡਰਮਾਈਨ ਕਰ ਰਹੇ ਹੈ। ਹੁਣ ਕੇਸ ਪਾਇਆ, ਅਸੀਂ ਉਮੀਦ ਕਰਦੇ ਹਾਂ ਜਿਵੇਂ ਪਹਿਲਾਂ ਹਾਰਦੇ ਰਹੇ ਆ ਉਵੇਂ ਹਾਰਨਗੇ। ਪੰਚਾਇਤ ਦੇਖੋ ਡਿਸੋਲਵ ਕੀਤੀ, ਉੱਥੇ ਹਾਰ ਗਏ। ਠੀਕ ਹੈ, ਚਲੋ ਬੇਸਿਕਲੀ ਤੁਸੀਂ ਪੁਆਇੰਟ ਇਹ ਕਹਿ ਰਹੇ ਹੋ ਕਿ ਆਰਡੀਐਫ ਨੂੰ ਲੈ ਕੇ ਜਿਹੜਾ ਵੀ ਇਤਰਾਜ਼ ਜਤਾਇਆ ਜਾ ਰਿਹਾ, ਜੇ ਗਵਰਨਰ ਕੋਲ ਗਏ ਨਹੀਂ ਤਾਂ ਪਹਿਲਾਂ ਜਾਣਾ ਚਾਹੀਦਾ ਸੀ, ਟਾਈਮਿੰਗ ਦੇ ਉੱਤੇ ਸਵਾਲ ਨੇ। ਮੈਂ ਤੁਹਾਡੇ ਕੋਲ ਵਾਪਸ ਆਉਣਾ, ਮੈਂ ਕਲੇਰ ਸਾਹਿਬ ਦਾ ਇੱਕ ਵਾਰੀ ਰੁਕ ਕਰਨਾ। ਇਹਨਾਂ ਨੂੰ ਐ ਪੁੱਛ ਲਓ ਸੰਘੇੜਾ ਸਾਹਿਬ ਨੂੰ ਵੀ ਜੇ ਪੰਜਾਬ ਦੇ ਤੁਸੀਂ ਕਿੱਥੇ ਖਰਚਾ ਕੀਤਾ ਟੈਕਸ ਪੇਅਰ ਦਾ, ਦੱਸ ਕੇ ਵੇਰਵਾ ਦੇ ਕੇ, ਜੇ ਗਵਰਨਰ ਸਾਹਿਬ ਸਾਨੂੰ ਪੈਸਾ ਦਵਾ ਸਕਦੇ ਆ, ਉਹ ਕਹਿ ਰਹੇ ਆ ਪ੍ਰਧਾਨ ਮੰਤਰੀ ਸਾਹਿਬ ਨੂੰ ਆਪਣਾ ਬਣਾਉਣ ਦੀ ਕੋਸ਼ਿਸ਼ ਕਰੂੰਗਾ। ਦੋਵੇਂ ਪੁਆਇੰਟਸ ਨੇ ਸਰ, ਉਸ ਚਿੱਠੀ ਨੂੰ ਪੜੋ, ਤੁਸੀਂ ਵੀ ਪੜ੍ਹੀ ਹੋਣੀ ਹੈ। ਉਸ ਚਿੱਠੀ ਦੇ ਵਿੱਚ ਦੋਵੇਂ ਪੁਆਇੰਟ ਨੇ, ਇੱਕ ਪਾਸੇ ਉਹਨਾਂ ਨੇ ਕਿਹਾ ਕਿ ਥੋੜਾ ਜਿਹਾ ਇੰਤਜ਼ਾਰ ਕਰ ਲਓ ਕਿ ਸੁਪਰੀਮ ਕੋਰਟ ਸਭ ਤੋਂ ਵੱਡੀ ਅਦਾਲਤ ਦਾ ਤੁਸੀਂ ਰੁਖ ਕੀਤਾ ਹੈ, ਤੇ ਦੂਜਾ ਉਹਨਾਂ ਨੇ ਕਿਹਾ ਕਿ ਦੱਸ ਦਿਓ 50,000 ਕਰੋੜ ਕਿੱਥੇ ਖਰਚ ਹੋਏ, ਜਦੋਂ ਮੈਂ ਪ੍ਰਾਈਮ ਮਿਨਿਸਟਰ ਨਾਲ ਇਸ ਮੁੱਦੇ ਤੇ ਗੱਲ ਕਰਾਂ ਤਾਂ ਮਜ਼ਬੂਤੀ ਨਾਲ ਪੱਖ ਰੱਖ ਸਕਾਂ। ਠੀਕ ਹੈ, ਮੈਂ ਰੁਕ ਕਰਦਾ ਇੱਕ ਵਾਰੀ ਕਲੇਰ ਸਾਹਿਬ ਦਾ। ਕਲੇਰ ਸਾਹਿਬ, ਅਕਾਲੀ ਦਲ ਇਸ ਪੂਰੇ ਮਾਮਲੇ ਨੂੰ ਕਿਵੇਂ ਦੇਖ ਰਿਹਾ? ਦੇਖੋ ਪੁਆਇੰਟ ਇਹ ਹੈ ਕਿ 2001 ਤੋਂ ਲੈ ਕੇ ਹੁਣ ਤੱਕ, ਮੈਂ ਖਾਸ ਤੌਰ ਤੇ 2017 ਤੱਕ ਜ਼ਿਕਰ ਕਰਾਂ ਤਾਂ ਕਰੀਬ 10-11 ਸਾਲ ਤੁਹਾਡੀ ਸਰਕਾਰ ਸੀ, ਤੇ ਉਸ ਸਮੇਂ 1.5 ਲੱਖ ਕਰੋੜ ਦੇ ਕਰੀਬ ਕਰਜ਼ਾ ਚੜ ਗਿਆ। ਕਾਂਗਰਸ ਇਹ ਵੀ ਕਹਿੰਦੀ ਹੈ ਕਿ ਸਾਡੇ ਸਮੇਂ ਤਾਂ ਸਿਰਫ 60-70 ਹਜ਼ਾਰ ਕਰੋੜ ਰੁਪਇਆ ਕਰਜ਼ਾ ਚੜਿਆ। ਤੁਸੀਂ ਘੜਿਆਲ ਸਾਹਿਬ ਨੂੰ ਸੁਣਿਆ ਹੋਏਗਾ। ਤਾਂ ਦੇਖੋ ਕਰਜ਼ਾ ਤਾਂ ਚੜਿਆ ਹੈ, ਤੇ ਦੂਜਾ ਪੁਆਇੰਟ ਇਹ ਵੀ ਹੈ ਕਿ ਹੁਣ ਕਰਜ਼ੇ ਨੂੰ ਉਤਾਰਨ ਦੇ ਲਈ ਕੋਈ ਨਾ ਕੋਈ ਤਾਂ ਹਿੱਲਾ ਵਸੀਲਾ ਕਰਨਾ ਹੋਏਗਾ, ਤੇ ਜਿਹੜਾ ਕਰਜ਼ੇ ਦਾ ਵਿਆਜ ਦੇਣਾ ਹੁੰਦਾ ਉਸ ਦੇ ਲਈ ਵੀ ਕੋਈ ਨਾ ਕੋਈ ਹਿੱਲਾ ਵਸੀਲਾ ਕਰਨਾ ਹੋਏਗਾ। ਤੇ ਸਰਕਾਰ ਦਾ ਤਰਕ ਹੈ ਕਿ ਅਸੀਂ ਉਹੀ ਕਰ ਰਹੇ ਹਾਂ, ਅਸੀਂ ਪਹਿਲਾਂ ਨਾਲੋਂ ਘੱਟ ਕਰਜ਼ਾ ਚੁੱਕ ਰਹੇ ਹਾਂ। ਹੁਣ ਸਵਾਲ ਇੱਥੇ ਇਹ ਹੈ ਕਿ ਵਾਕਈ ਹੀ ਸੈਂਟਰ ਨੂੰ ਮਦਦ ਉਸ ਤਰੀਕੇ ਨਾਲ ਕਰਨੀ ਚਾਹੀਦੀ ਹੈ, ਜਾਂ ਫਿਰ ਅਸੀਂ ਲੱਗੇ ਰਹੀਏ ਕਰਜ਼ਾ ਲੈਂਦੇ ਰਹੀਏ, ਵਿਆਜ ਮੋੜਦੇ ਰਹੀਏ ਤੇ ਕਰਜ਼ਾ ਦੂਜੇ ਪਾਸੇ ਵੱਧਦਾ ਰਹੇ? ਗੌਰਵ ਜੀ, ਸ਼੍ਰੋਮਣੀ ਅਕਾਲੀ ਦਲ ਦੀ 2007 ਤੋਂ 17 ਇਸ ਸੂਬੇ ਦੇ ਵਿੱਚ ਸਰਕਾਰ ਰਹੀ ਹੈ, ਤੇ 2007 ਤੋਂ 17 10 ਸਾਲ ਦੀ ਸਰਕਾਰ 'ਚ ਕਰੀਬ 1 ਲੱਖ ਕਰੋੜ ਦਾ ਕਰਜ਼ਾ ਚੜਿਆ, ਤੇ ਇੱਕ ਹੁੰਦਾ ਪ੍ਰੋਡਕਟਿਵ ਡੈਟ। ਦੇਖੋ ਅੱਜ ਸਾਰਾ ਪੰਜਾਬ ਇਸ ਡਿਬੇਟ ਨੂੰ ਦੇਖ ਰਿਹਾ, ਜਿੰਨੇ ਮੇਰੇ ਵਿਰੋਧੀ ਪਾਰਟੀਆਂ ਦੇ ਨੁਮਾਇੰਦੇ ਬੈਠੇ ਨੇ, ਇੱਕ ਗੱਲ ਮੈਂ ਚੈਲੰਜ ਨਾਲ ਕਹਿ ਸਕਦਾ ਕਿ ਜੋ ਡਿਵੈਲਪਮੈਂਟ ਪੰਜਾਬ ਦੀ 10 ਸਾਲ 'ਚ ਸ਼੍ਰੋਮਣੀ ਅਕਾਲੀ ਦਲ ਦੇ ਰਾਜ 'ਚ ਹੋਈ ਹੈ, ਪੰਜਾਬ ਅੱਜ ਵੀ ਉਸੇ ਇਨਫਰਾਸਟ੍ਰਕਚਰ ਤੇ ਚੱਲ ਰਿਹਾ। 5 ਸਾਲ ਕਾਂਗਰਸ ਦੇ, 2 ਸਾਲ ਆਮ ਆਦਮੀ ਪਾਰਟੀ ਦੇ। ਜੇ ਕੋਈ ਨਵਾਂ ਹਾਈਵੇ ਬਣਿਆ ਹੋਵੇ ਦੱਸ ਦੇਣ, ਜੇ ਕੋਈ ਵੱਡਾ ਹਸਪਤਾਲ ਪੀਜੀਆਈ ਏਮਸ ਵਰਗਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਬਣਿਆ ਹੋਵੇ ਦੱਸ ਦੇਣ।
ਜੇ ਹੋਰ ਕੋਈ ਸੋਸ਼ਲ ਵੈਲਫੇਅਰ ਸਕੀਮਾਂ, ਚਾਹੇ ਪਾਵਰ ਸਰਪਲਸ ਬਣਾਉਣਾ ਹੋਵੇ, ਚਾਹੇ ਪੂਰਾ ਬਿਜਲੀ ਬੋਰਡ ਨੂੰ ਮੈਂ ਕਹਿੰਦਾ ਕਿ ਪੂਰੀ ਵਾਇਰਿੰਗ ਉਹਦੀ ਨਵੀਂ ਕਰਨੀ ਹੋਵੇ, ਇਹ ਸਾਰਾ ਕੁਝ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ। ਪ੍ਰੋਡਕਟਿਵ ਡੈਟ ਚੜਿਆ। ਉਸ ਤੋਂ ਬਾਅਦ ਆਈ ਕਾਂਗਰਸ ਦੀ ਸਰਕਾਰ। ਇਹਨਾਂ ਨੇ 5 ਸਾਲ ਦੇ ਰਾਜ ਦੇ ਵਿੱਚ ਕਰੀਬ ਇਹ 1.25 ਲੱਖ ਜਾਂ 1 ਲੱਖ ਦੇ ਕਰੋੜ ਦੇ ਕਰਜ਼ੇ ਦੇ ਕਰੀਬ ਇਹ ਲੈ ਗਏ। ਤੇ ਹੁਣ ਆਈ ਆਮ ਆਦਮੀ ਪਾਰਟੀ ਦੀ ਸਰਕਾਰ। ਇਹਨਾਂ ਨੇ 50,000 ਕਰੋੜ ਤਾਂ 1.5 ਸਾਲ 'ਚ ਹੀ ਹੋ ਗਿਆ ਸੀ। 3 ਮਹੀਨੇ ਜਿਹੜੇ ਹੋਰ ਗੁਜ਼ਰ ਗਏ, ਇਹ ਕਰਜ਼ਾ ਹੋਰ ਵੀ ਅੱਗੇ ਚਲਾ ਗਿਆ। ਠੀਕ ਹੈ। ਔਰ ਜਿਹੜਾ ਦੂਸਰਾ ਇਲਜ਼ਾਮ ਆਮ ਆਦਮੀ ਪਾਰਟੀ ਤੇ ਗੌਰਵ ਜੀ, ਉਹ ਆਪਾਂ ਮਿਸ ਨਾ ਕਰੀਏ, ਕੈਗ ਨੇ ਕਿਹਾ ਸੀ ਕਿ ਇਹਨਾਂ ਦੇ ਵਿੱਤ ਮੰਤਰੀ ਡਾਟੇ ਫੱਜ ਕਰਦੇ ਨੇ। ਔਰ ਜਿਹੜਾ ਹੁਣ ਵੀ ਤੁਸੀਂ ਡਾਟਾ ਚੱਕਿਆ ਇਹ ਤੁਸੀਂ ਬਜਟ ਸੈਸ਼ਨ ਦਾ ਚੱਕ ਲਿਆ, ਇਹਦੇ ਤੇ ਹੀ ਕੈਗ ਦਾ ਇਲਜ਼ਾਮ ਹੈ ਕਿ ਡਾਟੇ ਫੱਜ ਹੋਏ ਨੇ। ਗੌਰਵ ਜੀ, ਮੈਂ ਸਿੱਧਾ ਸਪਸ਼ਟ ਸਵਾਲ ਪੁੱਛਦਾ, 2 ਸਾਲ ਦੇ ਵਕਫੇ ਦੇ ਵਿੱਚ ਕੋਈ ਵੱਡੀ ਡਿਵੈਲਪਮੈਂਟ ਤਾਂ ਸੂਬੇ 'ਚ ਹੋਈ ਨਹੀਂ, ਕੋਈ ਵੱਡਾ ਹਸਪਤਾਲ ਸੂਬੇ 'ਚ ਨਹੀਂ ਬਣਿਆ, ਕੋਈ ਹੋਰ ਕਿਸੇ ਇਨਫਰਾਸਟ੍ਰਕਚਰ ਤੇ ਖਰਚਾ ਨਹੀਂ ਹੋਇਆ। ਔਰ ਜਿਹੜਾ ਖਰਚਾ ਸੋਸ਼ਲ ਵੈਲਫੇਅਰ ਦੇ ਨਾਂ ਤੇ ਦਿਖਾਇਆ ਜਾ ਰਿਹਾ ਹੈ, ਤਾਂ ਅੱਜ ਮੈਂ ਬੜੇ ਸਪਸ਼ਟ ਤਰੀਕੇ ਦੇ ਨਾਲ ਕਹਿਣਾ ਕਿ ਪੰਜਾਬ ਦੇ ਵਿੱਚ ਫਸਲਾਂ ਦਾ ਮੁਆਵਜ਼ਾ ਮਿਲਿਆ, ਕਿਸਾਨ ਦੇਖ ਰਹੇ ਨੇ, ਨਹੀਂ ਮਿਲਿਆ। ਹੜ੍ਹਾਂ ਦਾ ਮੁਆਵਜ਼ਾ ਮਿਲਿਆ, ਨਹੀਂ ਮਿਲਿਆ। 1000 ਰੁਪਇਆ ਪ੍ਰਤੀ ਮਹਿਲਾ ਕਿਸੇ ਨੂੰ ਮਿਲਿਆ, ਨਹੀਂ ਮਿਲਿਆ। ਜਿਹੜਾ ਬੁਢਾਪਾ ਪੈਨਸ਼ਨ ਵਧਾ ਕੇ ਦੇਣੀ ਸੀ ਕਿਸੇ ਇੱਕ ਵੀ ਬਜ਼ੁਰਗ ਨੂੰ, ਵਧਾ ਕੇ ਨਹੀਂ ਮਿਲੀ। ਸ਼ਗਨ ਸਕੀਮ ਬੰਦ ਪਈ ਹੈ, ਤੀਰਥ ਯਾਤਰਾ ਸਕੀਮ ਬੰਦ ਪਈ ਹੈ, ਜਿਹੜੇ ਭਾਂਡੇ ਦੇਣੇ ਸੀ ਬੰਦ ਪਏ ਨੇ, ਬੱਚਿਆਂ ਨੂੰ ਮੁਫਤ ਸਾਈਕਲ ਦੇਣੇ ਸੀ ਬੰਦ ਪਏ ਨੇ, ਸੁਵਿਧਾ ਕੇਂਦਰ ਬੰਦ ਪਏ ਨੇ। ਤੇ ਸਾਡਾ ਜਿਹੜਾ 70,000 ਕਰੋੜ ਹੈ ਉਹ ਜਾ ਕਿੱਥੇ ਰਿਹਾ? ਤੇ ਅਰਵਿੰਦ ਕੇਜਰੀਵਾਲ ਕੀ ਕਹਿੰਦੇ ਸੀ? ਅਕੇ ਜੀ 50,000 ਕਰੋੜ ਤਾਂ ਪਹਿਲੇ ਦਿਨ ਮੇਰੀ ਜੇਬ 'ਚ ਹੈ। ਮੈਨੂੰ ਲੱਗਦਾ ਹੈ ਪੰਜਾਬੀਆਂ ਨੂੰ ਸਮਝਣ 'ਚ ਗਲਤੀ ਲੱਗੀ। ਉਹ ਕਹਿੰਦੇ ਸੀ 50,000 ਕਰੋੜ ਤਾਂ ਮੈਂ ਜੇਬ 'ਚ ਹੀ ਲੈ ਜਾਣਾ। ਸੋ ਅੱਜ ਦੀ ਸਥਿਤੀ ਤਾਂ ਪੰਜਾਬ ਦੀ ਇਹ ਲੱਗ ਰਹੀ ਹੈ ਕਿ ਪੰਜਾਬ ਦਾ ਪੈਸਾ ਸਿੱਧਾ ਦਿੱਲੀ ਰੂਟ ਹੋ ਰਿਹਾ। ਕਿਉਂਕਿ ਤੁਸੀਂ ਆਰਟੀਆਈ ਪਾਓ, ਦੇਖੋ ਮੈਂ ਬਹੁਤ ਆਰਟੀਆਈਆਂ ਫਾਈਲ ਕੀਤੀਆਂ, ਕਿਸੇ ਆਰਟੀਆਈ ਦਾ ਜਵਾਬ ਮੁੱਖ ਮੰਤਰੀ ਦਾ ਦਫ਼ਤਰ ਨਹੀਂ ਦਿੰਦਾ। ਤੁਸੀਂ ਪੁੱਛ ਲਓ ਕਿ ਮੁੱਖ ਮੰਤਰੀ ਦੇ ਉੱਤੇ ਕਿੰਨਾ ਖਰਚਾ ਹੋ ਰਿਹਾ, ਕੋਈ ਜਵਾਬ ਨਹੀਂ। ਮੁੱਖ ਮੰਤਰੀ ਦੇ ਹਵਾਈ ਸਫ਼ਰ ਦੇ ਉੱਤੇ ਕਿੰਨਾ ਖਰਚਾ ਹੋ ਰਿਹਾ, ਕੋਈ ਜਵਾਬ ਨਹੀਂ। ਮੁੱਖ ਮੰਤਰੀ ਕਿੰਨਾ ਤੇਲ ਫੂਕ ਰਹੇ ਨੇ, ਕੋਈ ਜਵਾਬ ਨਹੀਂ। ਔਰ ਫਿਰ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕੀ ਕਹਿੰਦੇ ਸੀ? ਅਕੇ ਜੀ ਕੱਲੀ ਗੱਲ ਦਾ ਜਵਾਬ ਦੇਣਾ ਚਾਹੀਦਾ ਮੁੱਖ ਮੰਤਰੀਆਂ ਨੂੰ। ਤੇ ਜਦੋਂ ਅੱਜ ਆਪਣੀ ਵਾਰੀ ਆਈ ਤਾਂ ਹੁਣ ਕੋਈ ਜਵਾਬ ਨਹੀਂ ਦਿੰਦੇ। ਕੀ ਪੰਜਾਬ ਦਾ ਸਾਰਾ ਪੈਸਾ ਫੋਕੀ ਇਸ਼ਤਿਹਾਰਬਾਜ਼ੀ ਤੇ ਲੱਗ ਰਿਹਾ? ਕੀ ਪੰਜਾਬ ਦਾ ਸਾਰਾ ਪੈਸਾ ਇੱਕ ਪੇਜ ਦੇ ਜਿਹੜੇ ਸੂਬੇ ਤੋਂ ਬਾਹਰ ਇਸ਼ਤਿਹਾਰ ਲੱਗ ਰਹੇ ਉਹਨਾਂ ਤੇ ਲੱਗ ਰਿਹਾ? ਅੱਜ ਜਵਾਬ ਤਾਂ ਦੇਣਾ ਪਊਗਾ ਨਾ। ਠੀਕ ਹੈ, ਚਲੋ ਜਵਾਬ ਲਈਏ ਸਰ ਆਪਾਂ। ਤੁਸੀਂ ਪੰਜਾਬ ਦੇ ਜਿਹੜੇ ਮਰਜ਼ੀ ਪਾਸੇ ਨਿਕਲ ਜਾਓ, ਇਨਫਰਾਸਟ੍ਰਕਚਰ ਉਹੀ ਹੈ ਜੋ 2017 ਤੋਂ ਪਹਿਲਾਂ ਬਣ ਗਿਆ। ਉਸ ਤੋਂ ਬਾਅਦ ਤਾਂ ਇੱਕ ਇੱਟ ਤੱਕ ਨਹੀਂ ਲੱਗੀ। ਜੇ ਲੱਗੀ ਹੋਵੇ ਤਾਂ ਜਵਾਬ ਦੇ ਦੇਣ। ਸੋ ਅੱਜ ਵੀ ਗਵਰਨਰ ਸਾਹਿਬ ਦੀ ਗੱਲ ਹੈ। ਠੀਕ ਹੈ, ਤੁਹਾਡੇ ਬਹੁਤ ਪੁਆਇੰਟ ਆ ਗਏ, ਖੜਿਆਲ ਸਾਹਿਬ ਦੇ ਵੀ, ਜੋਸ਼ੀ ਦੇ ਵੀ ਬਹੁਤ ਸਾਰੇ ਪੁਆਇੰਟ ਆ ਗਏ। ਕੌਣ ਗਿਆ ਸੁਪਰੀਮ ਕੋਰਟ? ਮੈਨੂੰ ਇੱਕ ਵਾਰੀ ਫਿਰ ਜਵਾਬ ਲੈਣ ਤੋਂ ਮੈਂ ਤੁਹਾਡੇ ਕੋਲ ਵਾਪਸ ਆਉਣਾ। ਥੋੜਾ ਛੋਟਾ ਜਵਾਬ ਰੱਖਿਓ, ਪਿੱਛੇ ਸਮਾਂ ਘੱਟ ਹੁੰਦਾ ਹੈ। ਮੈਂ ਇੱਕ ਗੱਲ ਕਹਿ ਰਿਹਾ ਗੌਰਵ ਜੀ ਪਲੀਜ਼ ਕੰਪਲੀਟ ਕਰ ਲਓ। ਮੈਂ ਗੌਰਵ ਜੀ ਦੇਖੋ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਪੰਜਾਬ ਸਰਕਾਰ ਆਪ ਸੁਪਰੀਮ ਕੋਰਟ ਗਈ, ਉੱਥੋਂ ਇੱਕ ਆਰਡਰ ਲੈ ਆਈ ਕਿ ਗਵਰਨਰ ਸਾਹਿਬ ਨੂੰ ਜਵਾਬ ਦਿਓ। ਹੁਣ ਗਵਰਨਰ ਸਾਹਿਬ ਉਸੇ ਆਰਡਰ ਦੇ ਰੂਹ ਦੇ ਨਾਲ ਤੁਹਾਨੂੰ ਕੁਐਸਚਨ ਪੁੱਛਣਗੇ। ਹੁਣ ਤੁਸੀਂ ਕਹੋ ਅਸੀਂ ਜਵਾਬ ਨਹੀਂ ਦੇਣਾ, ਆਰਟੀਆਈ ਦਾ ਤੁਸੀਂ ਜਵਾਬ ਨਹੀਂ ਦਿੰਦੇ, ਜੇ ਕੋਈ ਵਿਰੋਧੀ ਸਵਾਲ ਕਰਦਾ ਉਹਦਾ ਤੁਸੀਂ ਜਵਾਬ ਨਹੀਂ ਦਿੰਦੇ, ਪੰਜਾਬ ਦੀ ਜਨਤਾ ਨੂੰ ਤੁਸੀਂ ਜਵਾਬ ਨਹੀਂ ਦਿੰਦੇ। ਆਪਾਂ ਜਵਾਬ ਲਈਏ ਨਾ ਸਰ, ਸਾਹਮਣੇ ਬੈਠੇ ਆ ਸੰਘੇੜਾ ਸਾਹਿਬ, ਤੁਸੀਂ ਜਿਹੜੇ ਮੁੱਦੇ ਚੁੱਕ ਰਹੇ ਹੋ ਉਹਨਾਂ ਦੇ ਉੱਪਰ ਜਵਾਬ ਲੈ ਲਈਏ। ਮੈਂ ਤੁਹਾਡੇ ਕੋਲ ਵਾਪਸ ਆਉਣਾ। ਮੈਂ ਉਹੀ ਕਹਿ ਰਿਹਾ ਕਿ ਥੋੜਾ ਛੋਟਾ ਰੱਖੋ ਤਾਂ ਕਿ ਮੈਂ ਵਾਰ-ਵਾਰ ਜਵਾਬ ਲੈ ਸਕਾਂ। ਸੰਘੇੜਾ ਸਾਹਿਬ, ਤੁਹਾਡੇ ਵਿਰੋਧੀ ਜਾਣਨਾ ਚਾਹੁੰਦੇ ਨੇ, ਇਨਫੈਕਟ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਹੋਣਗੇ ਕਿ ਜੇ ਕਰਜ਼ਾ ਲਿਆ ਗਿਆ ਕਰੀਬ 50,000 ਕਰੋੜ ਦਾ, ਉਹ ਕਿੱਥੇ ਖਰਚ ਹੋ ਗਿਆ? ਅਕਾਲੀ ਦਲ ਕਹਿ ਰਿਹਾ ਕੋਈ ਡਿਵੈਲਪਮੈਂਟ ਹੀ ਨਹੀਂ ਹੋਈ। ਗੌਰਵ ਜੀ, ਮੈਂ ਸੋਚ ਰਿਹਾ ਸੀਗਾ ਕਿ ਅੱਜ ਥੋੜੀ ਜਿਹੀ ਇਕਨੋਮਿਕਸ ਵਾਲੀ ਜਿਹੜੀ ਜੋਸ਼ੀ ਸਾਹਿਬ ਨੇ ਸ਼ੁਰੂਆਤ ਕੀਤੀ ਸੀ, ਵੀ ਇਕਨੋਮਿਕਸ ਡਿਸਕਸ ਹੋਏਗੀ ਪੰਜਾਬ ਦੀ ਕਿ ਕਿਸ ਤਰ੍ਹਾਂ ਨੂੰ ਡੈਟ ਟ੍ਰੈਪ ਚੋਂ ਕੱਢਣਾ ਆ, ਜਾਂ ਫੈਕਟਰਸ ਕਿਹੜੇ ਰਿਸਪੌਂਸੀਬਲ ਆ। ਇੱਥੇ ਲੋਕ ਸਿਆਸੀ ਲੈਕਚਰ ਕਰਨ ਲੱਗ ਗਏ ਨੇ, ਝੂਠ ਹੀ ਬੋਲੀ ਜਾਂਦੇ ਨੇ। ਆਹ ਹੁਣ ਕਾਂਗਰਸ ਦੇ ਨੁਮਾਇੰਦੇ ਨੇ ਖੜਿਆਲ ਸਾਹਿਬ, ਹਾਂਜੀ, ਇਹ ਉਦਾਂ ਹੀ ਕਹੀ ਜਾਂਦੇ ਨੇ ਕਿ ਮਤਲਬ ਗਵਰਨਰ ਨੇ ਆਹ ਕਹਿਤਾ, ਫਲਾਣੇ ਨੇ ਆਹ ਕਹਿਤਾ, ਸਬ ਜੁਡਾਈਸ ਹੈ। ਇਹ ਕਿਹੜਾ ਲਾਅ ਪੜਿਆ ਹੋਇਆ ਇਹਨਾਂ ਨੇ? ਸਬ ਜੁਡਾਈਸ, ਜੇ ਕੋਈ ਅਦਾਲਤ ਚਲੇਗੀ ਇੱਕ ਧਿਰ, ਦੂਜੀ ਧਿਰ ਉਹਦੇ ਪੈਸੇ ਨਹੀਂ ਦੇ ਰਹੀ, ਉਹ ਜਿੱਦਣ ਉਹ ਪੈਸੇ ਦੇ ਦੇਣ, ਪਹਿਲੀ ਗੱਲ ਤਾਂ ਚੀਮਾ ਸਾਹਿਬ ਨੇ ਕਹਿ ਹੀ ਦਿੱਤਾ ਕਿ ਅਸੀਂ ਕੇਸ ਵਾਪਸ ਲੈ ਲਾਂਗੇ, ਪੈਸੇ ਦਵਾ ਦਿਓ। ਨਹੀਂ ਤਾਂ ਜਿੱਦਣ ਦੂਜੀ ਧਿਰ ਪੈਸੇ ਦੇ ਦੇਵੇ, ਉਹ ਕੇਸ ਆਪਣੇ ਆਪ ਹੀ ਖਤਮ ਹੋ ਜਾਂਦਾ ਆ। ਸ਼ਾਇਦ ਖੜਿਆਲ ਸਾਹਿਬ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ। ਹੁਣ ਆਪਣਾ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਉਹ ਕਹੀ ਜਾਂਦੇ ਆ ਪੰਜਾਬ 'ਚ ਡਿਵੈਲਪਮੈਂਟ। ਜੇ ਤੁਸੀਂ ਹੀ ਸਾਰੀ ਡਿਵੈਲਪਮੈਂਟ ਕਰ ਗਏ ਸੀਗੇ ਤੇ ਤੁਹਾਡਾ ਗ੍ਰਾਫ ਥੱਲੇ ਨੂੰ ਕਿਉਂ ਜਾਈ ਜਾ ਰਿਹਾ? ਤੁਹਾਡੇ 2.5 MLA ਕਿਉਂ ਰਹਿ ਗਏ? ਔਰ ਐਗਜ਼ਾਮਪਲ ਕਿਹੜੀ ਦੇ ਰਹੇ ਆ? ਨੈਸ਼ਨਲ ਹਾਈਵੇ ਦੀ। ਕਲੇਰ ਸਾਹਿਬ, ਨੈਸ਼ਨਲ ਹਾਈਵੇ ਜਿਹੜਾ ਆ, ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਬਣਾਉਂਦੀ ਆ, ਨਾ ਕਿ ਬਾਦਲ ਸਰਕਾਰ ਨੇ ਬਣਾਏ ਆ। ਸਮਝ ਗਏ ਨਾ?
ਇਸ ਕਰਕੇ ਤੁਹਾਡੇ ਵੇਲੇ ਤੇ ਸਭ ਤੋਂ ਵੱਧ ਕਰਜ਼ਾ ਚੜਿਆ। 13,000 ਕਰੋੜ ਦਾ ਫੂਡ ਘੁਟਾਲਾ ਹੋਇਆ। ਉਹ ਜਾਂਦੇ ਹੋਏ ਤੁਸੀਂ ਸਮੇਤ ਵਿਆਜ ਇਹ ਵਿੱਚ ਪਾ ਕੇ 33,000 ਕਰੋੜ ਪੰਜਾਬ ਦੇ ਸਿਰ ਜਾਣ ਲੱਗੇ, ਨੱਥੀ ਕਰਕੇ ਬਣ ਗਏ। ਕਰਪਸ਼ਨ ਸਿਖਾਉਂਦੇ ਹੋਈ ਹੈ ਜੀ। ਨਹੀਂ, ਮੇਰਾ ਮਤਲਬ ਕੋਈ ਤਾਂ ਸੱਚ ਬੋਲਣ ਨਾ। ਜਿੱਦਾਂ ਬਾਜਵਾ ਸਾਹਿਬ ਬੋਲ ਕੇ ਹਟੇ ਆ, ਉਹ ਕਹਿੰਦੇ 50,000 ਕਰੋੜ ਰੁਪਏ ਕਿੱਥੇ ਖਰਚ ਹੋ ਗਿਆ ਉਹ ਦੱਸ। ਕਹਿ ਰਿਹਾ ਨਾ ਜੀ, ਜਿੱਦਾਂ ਬਾਜਵਾ ਸਾਹਿਬ ਜੀ ਜਵਾਬ ਲੈ ਲਿਓ ਇਸ ਤੇ ਲੱਗ ਗਿਆ ਪੈਸਾ, ਇਹ ਫਲਾਣੇ ਥਾਂ ਤੇ ਲੱਗ ਗਿਆ, ਕੋਈ ਮੁੱਦੇ ਦੀ ਗੱਲ ਨਹੀਂ ਕਰਦਾ। ਸਿਰਫ ਫਰਸਟ੍ਰੇਟ ਹੋਏ ਨੇ ਕਿ ਭਗਵੰਤ ਮਾਨ ਸਾਹਿਬ ਇੰਨਾ ਕੰਮ ਕਿੱਦਾਂ ਵਧੀਆ ਚਲਾ ਰਹੇ ਨੇ, ਪੰਜਾਬ ਸਰਕਾਰ ਇੰਨੀ ਵਧੀਆ ਕਿਉਂ ਚੱਲ ਰਹੀ ਹੈ। ਔਰ ਕਲੇਰ ਸਾਹਿਬ ਕਹੀ ਜਾ ਰਹੇ ਆ 3 ਮਹੀਨੇ 1.5 ਸਾਲ ਤੋਂ ਵੀ ਉੱਪਰ ਹੋ ਗਏ, ਅਜੇ 3 ਕੁ ਦਿਨ ਹੀ ਉੱਪਰ ਹੋਏ ਆ। ਕਲੇਰ ਸਾਹਿਬ 4-5 ਕੁ ਦਿਨ ਉੱਪਰ ਹੋਇਆ, 1.5 ਸਾਲ ਹੋਇਆ ਅਜੇ। ਥੋੜੀ ਜਿਹਾ ਨਾ ਅਰਥਮੈਟਿਕ ਤਾਂ ਸਿੰਪਲ ਚੀਜ਼ ਹੈ ਯਾਰ, ਉਹ ਤਾਂ ਪ੍ਰਾਇਮਰੀ ਸਕੂਲ ਤੱਕ ਸਾਰਿਆਂ ਨੂੰ ਆਉਂਦੀ ਹੁੰਦੀ ਆ। ਵਿਰੋਧ ਦੇ ਵਿੱਚ ਇੰਨੇ ਨਾ ਕਾਲੇ ਪੈ ਜਾਓ ਕਿ ਉਦਾਂ ਹੀ ਰੌਲਾ ਗੋਲਾ ਜਿਹਾ ਪਾ ਕੇ ਜਾਂ ਕਿਸ ਤਰ੍ਹਾਂ। ਠੀਕ ਹੈ, ਮੈਂ ਉਹੀ ਕਹਿ ਰਿਹਾ ਕਿ ਆਪਾਂ ਥੋੜੀ ਟੁਕਮੀ ਗੱਲ ਕਰੀਏ। ਸਿਰਫ ਅਫਵਾਹ ਫੈਲਾਉਣ ਦਾ ਕੰਮ ਕਰ ਰਹੇ ਆ ਵਿਰੋਧੀ, ਸਿਰਫ ਅਫਵਾਹ ਫੈਲਾਉਣ ਦਾ ਕੰਮ ਕਰ ਰਹੇ ਆ ਜੀ। ਦੇਖੋ ਡੇਲੀ ਮੈਂ ਆ ਰਿਹਾ ਸਰ, ਆ ਰਿਹਾ ਮੈਂ ਕਲੀਅਰ ਜੀ ਆਣਾ ਤੁਹਾਡੇ 3 ਦਿਨ ਮੁੱਖ ਮੰਤਰੀ ਸਾਹਿਬ ਨਿਯੁਕਤੀ ਪੱਤਰ ਵੰਡ ਰਹੇ ਆ। ਪੰਜਾਬ ਜਿਹੜਾ ਵਾਪਸ ਲੀਹਾਂ ਤੇ ਆ ਰਿਹਾ ਤੇ ਬਾਕੀ ਹੋਰ ਸਾਰੇ ਕੰਮ ਹੋ ਰਹੇ ਆ। ਇਹ ਕਹਿ ਰਹੇ ਆ ਕਿ ਪੰਜਾਬ 'ਚ ਇੱਕ ਕੰਮ ਦੱਸ ਦਿਓ, ਸਕੂਲ ਸੁਧਾਰੇ ਜਾ ਰਹੇ ਆ, ਸਿਹਤ ਸਹੂਲਤਾਂ ਤੇ ਕੰਮ ਹੋ ਰਿਹਾ ਆ। ਇਹ ਕਹਿੰਦੇ ਇਸ਼ਤਿਹਾਰ ਦੱਸ ਦਿਓ ਕਿੰਨੇ ਦਾ ਦਿੱਤਾ, ਇਸ਼ਤਿਹਾਰ ਲਾਓ ਤੁਸੀਂ ਬਈ। ਆਰਡੀਐਫ ਜਿਹੜੀ ਉਹ ਆਰਟੀਆਈ ਆ ਕੋਈ ਕਿਸੇ ਨੂੰ ਨਾ ਨਹੀਂ ਕਰਦੀ। ਆਰਟੀਆਈ ਜਵਾਬ ਨਹੀਂ ਆਉਂਦਾ ਉਹਦੇ ਵਿੱਚ। ਇਹਨਾਂ ਦਾ ਮਿਆਰ ਤਾਂ ਇਹਨਾਂ ਨੂੰ ਰੱਖਣਾ ਚਾਹੀਦਾ ਆ। ਆਰਟੀਆਈ ਦਾ ਜਵਾਬ ਭਗਵੰਤ ਮਾਨ ਸਾਹਿਬ ਨੇ ਥੋੜੀ ਦੇਣਾ। ਕਲੇਰ ਸਾਹਿਬ ਠੀਕ ਹੈ, ਆਪਾਂ ਜਵਾਬ ਲਈਏ ਸਰ, ਇੱਕ ਵਾਰੀ ਜਵਾਬ ਲਈਏ। ਮੈਂ ਟਰਸਟ ਦਾ ਚੇਅਰਮੈਨ ਆ ਜੀ, ਜੇ ਮੈਂ ਥੋੜੀ ਆਰਟੀਆਈ ਦਾ ਜਵਾਬ ਦੇਣਾ, ਸੈੱਲ ਬਣਿਆ ਹੋਇਆ ਉਹ ਦੇ ਰਿਹਾ ਜੀ। ਠੀਕ ਹੈ, ਚਲੋ ਜਵਾਬ ਆਪਾਂ ਮੈਂ ਸਾਰਿਆਂ ਦਾ ਰੁਕ ਕਰਦਾ। ਮੈਂ ਵਾਰ-ਵਾਰ ਉਹੀ ਕਹਿ ਰਿਹਾ ਕਿ ਆਪਾਂ ਬਿਲਕੁਲ ਪੁਆਇੰਟ ਦਰ ਪੁਆਇੰਟ ਰਹੀਏ ਤਾਂ ਕਿ ਲੋਕ, ਠੀਕ ਹੈ, ਲੋਕਾਂ ਨੂੰ ਪਤਾ ਲੱਗੇ। ਮੈਂ ਕਲੇਰ ਸਾਹਿਬ ਆ ਰਹੇ, ਜੋਸ਼ੀ ਜੀ ਕੁਝ ਕਹਿਣਾ ਚਾਹ ਰਹੇ ਸੀ ਇਸ ਤੋਂ ਪਹਿਲਾਂ। ਬਜਟ ਹੈ ਜੀ, ਉਹਦੇ ਤੇ ਬਜਟ ਤੇ ਆ ਰਹੇ ਹਾਂ। ਜਦੋਂ ਬਜਟ ਵੱਧਦਾ ਹੁੰਦਾ ਨਾ ਜੀ, ਇੱਕ ਹੈਗਾ ਇਕਨੋਮਿਕ ਦੀ ਟਰਮ ਹੈ ਇਨਕਰੀਜ਼ਿੰਗ ਐਟ ਇਨਕਰੀਜ਼ਿੰਗ ਰੇਟ, ਇਨਕਰੀਜ਼ਿੰਗ ਐਟ ਡਿਕਰੀਜ਼ਿੰਗ ਰੇਟ, ਫਿਰ ਡਿਕਰੀਜ਼ਿੰਗ ਐਟ ਇਨਕਰੀਜ਼ਿੰਗ ਰੇਟ, ਡਿਕਰੀਜ਼ਿੰਗ ਐਟ ਡਿਕਰੀਜ਼ਿੰਗ ਰੇਟ। ਇਹ ਜਿਹੜੀ ਸਿਚੁਏਸ਼ਨ ਛੱਡ ਕੇ ਗਏ ਨਾ, ਮੈਂ ਉਹਦੇ ਤੇ ਦੁਬਾਰਾ ਫੇਰ ਆ ਰਿਹਾ। ਜਿਹੜੀ ਸਟੇਜ ਤੇ ਇਹਨਾਂ ਨੇ ਡੈਟ ਟ੍ਰੈਪ ਦੇ ਵਿੱਚ ਛੱਡ ਕੇ ਗਏ ਆ ਪੰਜਾਬ ਨੂੰ, ਅਸੀਂ ਉਹਨੂੰ ਸਿੱਧਾ ਮੋੜਾ ਦੇ ਰਹੇ ਹਾਂ। ਠੀਕ ਹੈ, ਮੈਂ ਉਹੀ ਕਹਿ ਰਿਹਾ ਬਾਰ-ਬਾਰ, ਏਦਾਂ ਨਹੀਂ ਹੋਣਾ ਜਿੱਦਾਂ ਇਹ ਰੌਲਾ ਜਿਹਾ ਪਾ ਕੇ। ਠੀਕ ਹੈ, ਚਲੋ ਥੋੜੇ ਇੰਤਜ਼ਾਰ ਕਰਿਓ। ਜੋਸ਼ੀ ਦਾ ਮਾਨ ਸਾਹਿਬ ਬਹੁਤ ਵਧੀਆ ਵਿੱਤ ਮੰਤਰੀ ਸਾਬਤ ਹੋ ਰਹੇ ਨੇ। ਠੀਕ ਹੈ, ਭਗਵੰਤ ਮਾਨ ਸਾਹਿਬ ਬਹੁਤ ਵਧੀਆ। ਸੰਗੇੜਾ ਸਾਹਿਬ ਥੋੜਾ ਇੰਤਜ਼ਾਰ ਕਰਿਓ ਤੁਸੀਂ। 2 ਰੁਪਏ ਦਾ ਇਲਜ਼ਾਮ ਲਾ ਕੇ ਦਿਖਾ ਲਓ, 2 ਰੁਪਏ ਦਾ ਇਲਜ਼ਾਮ ਲਗਾ ਕੇ ਦਿਖਾ ਲਓ, ਹੁਣੇ ਹੀ ਜਵਾਬ ਦਊਂਗਾ। ਆ 50,000 ਜਿਹੜਾ ਕਰਜ਼ਾ ਜਾਂ ਕਿੰਨਾ ਹੋਇਆ ਕਿੱਦਾਂ, ਇਹ ਡੇ ਟੂ ਡੇ ਜਿਹੜੇ ਆ ਸਰਕਾਰ ਦੇ ਖਾਤੇ ਹੁੰਦੇ। ਚਲੋ ਇੱਕ ਜਵਾਬ ਲਓ ਸਰ। ਠੀਕ ਹੈ, ਸਾਰਿਆਂ ਦੇ ਸਾਹਮਣੇ ਆ। ਉਹਨਾਂ ਨੂੰ ਆਪਣਾ ਪੱਖ ਰੱਖਣ ਦਿਓ ਇੱਕ ਵਾਰੀ। ਜੋਸ਼ੀ ਇੱਕ ਕਰਕੇ ਬੋਲਦੇ ਰਹੋ ਸਰ, ਲੋਕਾਂ ਤੱਕ ਗੱਲ ਪਹੁੰਚੇ, ਸਮਾਂ ਬਹੁਤ ਘੱਟ ਹੈ। ਛੋਟਾ ਪੁਆਇੰਟ ਰੱਖੋ ਜੋਸ਼ੀ। ਕਹਿੰਦੇ ਇੱਥੇ ਇਕਨੋਮਿਕਸ ਦੀ ਗੱਲ ਕਰਨੀ ਚਾਹੀਦੀ ਹੈ ਜੀ, ਤੇ ਆਪਣੇ ਮੈਂ ਫਿਰ ਸੰਘੇੜਾ ਸਾਹਿਬ ਇੱਥੇ ਇਕਨੋਮਿਕਸ ਦੀ ਹੀ ਗੱਲ ਕਰਾਂਗਾ। ਚਾਹੇ ਰਿਕਾਰਡੋ ਦੀ ਥਿਊਰੀ ਹੋਵੇ, ਚਾਹੇ ਸੈਮਲਸਨ ਦੀ ਥਿਊਰੀ ਹੋਵੇ, ਚਾਹੇ ਰੌਬਿਨਸ ਦੀ ਥਿਊਰੀ ਹੋਵੇ, ਇੱਕ ਚੀਜ਼ ਹੁੰਦੀ ਬੜੀ ਵੱਡੀ। ਦੇਖੋ ਤੁਸੀਂ ਰਾਜਨੀਤੀ ਤੋਂ ਆ ਰਹੇ ਇਕਨੋਮਿਕਸ ਕਰੂੰਗਾ, ਮੇਰੇ ਵਰਗੇ ਵੀ ਹੈਗੇ ਸੁਣਨ ਵਾਲੇ। ਮੈਂ ਜਿਹਨਾਂ ਨੂੰ ਇਕਨੋਮਿਕਸ ਮੈਂ ਵਿਸ਼ੇ ਤੇ ਗੱਲ ਕਰਾਂਗਾ, ਸ਼ਬਦਾਂ ਸਮਝ ਆ ਜਾਵੇ ਮੈਂ ਵਿਸ਼ੇ ਮੈਂ ਸਿੰਪਲ ਗੱਲ ਕਰਦਾ ਜੀ। ਇਹ ਗੱਲ ਕਰਦੇ ਪਏ ਨੇ, ਦੇਖੋ ਪਹਿਲੀ ਗੱਲ ਤੇ ਮੈਂ ਗਵਰਨਰ ਸਾਹਿਬ ਹਿਸ ਐਕਸੀਲੈਂਸੀ ਦੀ ਗੱਲ ਕਰ ਦਿੰਦਾ। ਉਹਨਾਂ ਨੇ ਕਿਹਾ ਜਿਹੜਾ 50,000 ਕਰੋੜ ਦਾ ਕਰਜ਼ਾ ਚੜਿਆ ਨਾ, ਉਹਦਾ ਮੈਨੂੰ ਹਿਸਾਬ ਦਿਓ ਤਾਂ ਕਿ ਮੈਂ ਦੱਸ ਸਕਾਂ ਪ੍ਰਧਾਨ ਮੰਤਰੀ ਜੀ ਨੂੰ ਕਿ ਇਹ ਜਿਹੜਾ ਇਹਨਾਂ ਨੇ ਜਿਹੜਾ ਕਰਜ਼ਾ ਚੁੱਕਿਆ ਉਹਦਾ ਕੀ ਵਿਵਰਣ, ਕੀ ਸਿਸਟਮ ਆ, ਤੁਸੀਂ ਦੇ ਦਿਓ। ਦੂਸਰੀ ਗੱਲ ਇਕਨੋਮਿਕਸ ਦੀ। ਦੇਖੋ ਇਹਨਾਂ ਨੇ ਹੁਣ ਗੱਲ ਕਰਤੀ ਇਕਨੋਮਿਕਸ ਦੀ। ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਇੱਥੇ ਸੰਘੇੜਾ ਸਾਹਿਬ ਦਾ, ਸ਼ੁਕਰ ਆ ਜੀ ਸੱਚ ਨਿਕਲਿਆ ਇਹਨਾਂ ਦੇ ਮੂੰਹੋਂ ਵੀ ਜਿਹੜੀਆਂ ਸੜਕਾਂ ਤੇ ਕਮ ਸੇ ਕਮ ਸੈਂਟਰ ਗਵਰਨਮੈਂਟ ਬਣਾ ਕੇ ਦੇ ਰਹੀਆਂ, ਸ਼ੁਕਰ ਆ ਇਹਨਾਂ ਦਾ। ਆ ਪਹਿਲੀ ਵਾਰੀ ਮੈਨੂੰ ਲੱਗਦਾ ਜੇ ਇਹਨਾਂ ਦੇ ਮੂੰਹੋਂ ਸਿਰਫ ਦੂਜੀ ਪਾਰਟੀ ਨੂੰ ਕ੍ਰਿਟੀਸਾਈਜ਼ ਕਰਨ ਵਾਸਤੇ ਸੱਚ ਨਿਕਲਿਆ। ਚਲੋ ਮੰਨੇ ਸਹੀ ਸਿਕਰ ਸਾਹਿਬ ਹੁਣ ਗੱਲ ਕਰ ਰਹੇ ਤੁਸੀਂ, ਗੱਲ ਕਰ ਲੈ। ਦੇਖੋ ਮੇਰੀ ਗੱਲ ਸੁਣ ਲਓ, ਮੇਰੀ ਗੱਲ ਜਿਹੜਾ ਸਟੇਟ ਹਾਈਵੇ ਆ, ਨਹੀਂ ਆਪਾਂ ਗਲਤ ਕਿਉਂ ਬੋਲਦੇ? ਮੈਂ ਸਿਕਰ ਸਾਹਿਬ ਅਸੀਂ ਤੁਹਾਡੀ ਗੱਲ ਬੋਲ ਸਕਦੇ ਸੀਗੇ। ਨੈਸ਼ਨਲ ਹਾਈਵੇ ਸੰਘੇੜਾ ਸਾਹਿਬ ਮੈਨੂੰ ਇਹ ਵੀ ਪਤਾ ਵਾ ਕਿ ਪ੍ਰਧਾਨ ਮੰਤਰੀ ਸੜਕ ਨਿਰਮਾਣ ਯੋਜਨਾ 'ਚ ਕਿੰਨੇ ਪੈਸੇ ਆਉਂਦੇ ਆ। ਮੈਨੂੰ ਇਹ ਵੀ ਪਤਾ ਸਟੇਟ ਗਵਰਨਮੈਂਟ ਦੀਆਂ ਬਣਾਈਆਂ ਗਈਆਂ ਸੜਕਾਂ 'ਚ ਟੋਏ ਕਿੰਨੇ ਪਏ ਆ। ਮੈਨੂੰ ਇਹ ਵੀ ਪਤਾ ਕਿ ਪਿੰਡਾਂ ਨੂੰ ਜਾ ਰਹੀਆਂ ਸੜਕਾਂ। ਮੈਂ ਜ਼ਿਆਦਾ ਨਹੀਂ ਕਹਿੰਦਾ, ਚਲੋ ਮੇਰੇ ਨਾਲ ਤੁਸੀਂ ਨਿਊ ਚੰਡੀਗੜ੍ਹ ਤੋਂ ਮਾੜਾ ਜਿਹਾ ਕੁਰਾਲੀ ਦੇ ਵਿਚਲੇ ਪਿੰਡਾਂ ਨਹੀਂ ਤੁਰ ਪੋ। ਜੇ ਤੁਹਾਨੂੰ 5 ਮੀਟਰ ਤੋਂ ਬਾਅਦ ਜੇ ਟੋਇਆ ਨਜ਼ਰ ਨਾ ਆਇਆ ਤੇ ਮੈਂ ਇੱਥੇ ਮੇਰੀ ਗੱਲ ਸੁਣ ਲਓ, ਮੇਰੀ ਗੱਲ ਸੁਣ ਲਓ। ਦੇਖੋ ਤੁਸੀਂ ਨਹੀਂ ਮੇਰੀ ਗੱਲ ਸੁਣ, ਸਾਨੂੰ ਗੱਲ ਕਰ ਲੈਣ ਦਿਓ ਨਾ। ਸੰਘੇੜਾ ਸਾਹਿਬ ਸਾਨੂੰ ਗੱਲ ਕਰ ਲੈਣ ਦਿਓ ਨਾ, ਅਸੀਂ ਗੱਲ ਕਰ ਰਹੇ ਹਾਂ। ਤੁਸੀਂ ਵਿੱਚ ਟੋਕਣ ਦੇ ਫਿਰ ਅਸੀਂ ਤੁਹਾਨੂੰ ਟੋਕਿਆ। ਤੁਸੀਂ ਝੂਠ ਦਾ ਝੂਠ ਵੱਡੀ ਜਾਂਦੇ। ਲਓ ਮੈਂ ਇਕਨੋਮਿਕਸ ਪਲੀਜ਼ ਇੱਕ ਇੱਕ ਕਰਕੇ ਗੱਲ ਰੱਖੋ, ਲੋਕਾਂ ਨੂੰ ਸਮਝ ਆਵੇ। ਮੈਂ ਰਿਕੁਐਸਟ ਇਸ ਕਰਕੇ ਕਰ ਰਿਹਾ, ਇੱਕ ਇੱਕ ਕਰਕੇ ਗੱਲ ਰੱਖਦੇ ਰਹੋ, ਲੋਕਾਂ ਨੂੰ ਸਮਝ ਆਵੇ। ਬਹੁਤ ਵਧੀਆ ਨਿਕਲੇ ਨੇ। ਜਿਸ ਬੰਦੇ ਨੂੰ ਇਹ ਨਹੀਂ ਪਤਾ, ਇੱਕ ਹੁੰਦੀ ਹੈ ਪ੍ਰੋਬਲਮ ਆਫ ਚੋਇਸ ਇਕਨੋਮਿਕਸ ਦੀ। ਉਹ ਪ੍ਰੋਬਲਮ ਆਫ ਚੋਇਸ ਜਿਹਨੂੰ ਕਹਿੰਦੇ ਚੁਣਾਵ ਦੀ ਸਮੱਸਿਆ। ਉਹ ਚੁਣਾਵ ਹੁੰਦਾ ਕਿਹੜਾ ਕੰਮ ਕਰਨਾ, ਕਿਹੜਾ ਕੰਮ ਨਹੀਂ ਕਰਨਾ।
ਜਦ ਤੁਸੀਂ 2022 ਤੋਂ ਪਹਿਲਾਂ ਭੱਜ ਕੇ ਤੁਸੀਂ ਕਹਿੰਦੇ ਸੀਗੇ ਹਰ ਬੰਨੇ ਕਿ ਸਾਨੂੰ ਸੈਂਟਰ ਤੋਂ ਪੈਸੇ ਲੈਣ ਦੀ ਲੋੜ ਨਹੀਂ ਆ। ਅੱਜ ਤੁਹਾਡਾ ਕੋਈ ਵੀ ਰੋਡ ਮੈਪ ਨਜ਼ਰ ਨਹੀਂ ਆ ਰਿਹਾ, ਲੇਕਿਨ ਇਨਫਰਾਸਟ੍ਰਕਚਰ ਸੇਮ ਆ, ਮੁਲਾਜ਼ਮ ਉਹੀ ਨੇ। ਫਿਰ ਤੁਸੀਂ 50,000 ਕਰੋੜ ਦਾ ਕਰਜ਼ਾ ਤੁਹਾਡੇ ਚੜਿਆ। ਅੱਜ ਤੁਸੀਂ ਗੱਲ ਕਰਦੇ ਪਏ ਜੇ ਸਾਨੂੰ ਇੰਟਰਸਟ ਮੋੜਨਾ ਪਿਆ। ਇਲੈਕਸ਼ਨ ਤੋਂ ਪਹਿਲਾਂ ਗੱਲ ਕੀਤੀ ਸੀ ਤੁਸੀਂ ਇਹਨਾਂ ਲੋਕਾਂ ਦੀ, ਤੁਸੀਂ ਉਦੋਂ ਲੋਕਾਂ ਨੂੰ ਸਮਾਜਿਕ ਤੇ ਇਮੇਜਿਨੇਟਿਵ ਗੱਲਾਂ ਨਾਲ ਠੀਕ ਹੈ, ਛੋਟਾ ਜਵਾਬ ਰੱਖੋ। ਨਹੀਂ, ਤੁਹਾਡੀ ਗੱਲ ਕੰਪਲੀਟ ਹੈ, ਤੁਸੀਂ ਪਲੀਜ਼ 10 ਸੈਕਿੰਡ ਸਾਨੂੰ ਗੱਲ ਕਰ ਲੈਣ ਦਿਓ ਪਲੀਜ਼ ਸੰਘੇੜਾ ਸਾਹਿਬ। ਮੈਂ ਗੱਲ ਇਕਨੋਮਿਕਸ ਤੇ ਲੈ ਰਿਹਾ ਤੁਸੀਂ ਆਪਣੀ, ਮੈਂ ਤਾਂ ਹੀ ਕਹਿ ਰਿਹਾ ਜੋਸ਼ੀ ਸਾਹਿਬ ਸਾਰੇ ਨੇ ਗੱਲ ਕਰਨੀ ਹੈ, ਪਲੀਜ਼ ਗੱਲ ਕੰਪਲੀਟ ਕਰ ਲਓ। ਮੈਂ ਆਰਡੀਐਫ ਦੇ ਮਾਮਲੇ ਲਿਆਉਣਾ, ਰਿਕਾਰਡੋ ਦੀ ਇੱਕ ਥਿਊਰੀ ਆ ਜੀ, ਲਾ ਆਫ ਮਾਰਜਨ ਯੂਟਿਲਿਟੀ। ਕੀ ਤੁਸੀਂ ਜ਼ਮੀਨਾਂ ਦੀ ਘਟ ਰਹੀ ਉਪਜਾਊ ਸ਼ਕਤੀ ਵਾਸਤੇ ਕੋਈ ਉਪਰਾਲਾ ਕੀਤਾ? ਕੀ ਤੁਸੀਂ ਜ਼ਮੀਨਾਂ ਦੀ ਘਟ ਰਹੀ ਉਪਜਾਊ ਸ਼ਕਤੀ ਵਿੱਚ ਵੱਧ ਝਾੜ ਵਾਸਤੇ ਕੋਈ ਸਰਕਾਰ ਨੇ ਪਾਲਿਸੀ ਲੈ ਕੇ ਆਂਦੀ? ਕੀ ਸਰਕਾਰ ਨੇ ਕਿਸੇ ਤਰ੍ਹਾਂ ਦੇ ਨਵੇਂ ਬੀਜ ਕੱਢੇ ਜਿਹੜੇ ਬੀਜਾਂ ਦੇ ਨਾਲ ਕਿਸਾਨ ਉન્નਤ ਖੇਤੀ ਦੇ, ਜੋ ਤੁਸੀਂ ਦਾਅਵੇ ਕਰਦੇ ਸੀ ਕਿਸਾਨ ਉન્નਤ ਖੇਤੀ ਵੱਲ ਵੱਧਦਾ ਜਾ ਰਿਹਾ? ਕੀ ਤੁਸੀਂ ਕਿਸਾਨਾਂ ਦੀ ਖੇਤੀ ਨੂੰ ਮਾਡਰਨਾਈਜ਼ ਕਰਨ ਵਾਸਤੇ ਉਹਨਾਂ ਨੂੰ ਪੈਲੀਆਂ ਦੇ ਵਿੱਚ ਕੋਈ ਸਹੂਲਤ ਦਿੱਤੀ? ਨਹੀਂ ਦਿੱਤੀ। ਕਿਉਂ ਨਹੀਂ ਦਿੱਤੀ? ਉਹਦਾ ਕਾਰਨ ਇਹ ਆ ਕਿ ਜਦੋਂ ਇਕਨੋਮਿਕਸ ਦੀ ਅਰਥ ਵਿਵਸਥਾ ਸਾਰੀ ਵਿਗੜ ਜਾਂਦੀ ਆ, ਜਦੋਂ ਇਹ ਨਹੀਂ ਪਤਾ ਲੱਗਦਾ ਕਿਹੜਾ ਕੰਮ ਕਰਨਾ ਕਿਹੜਾ ਨਹੀਂ ਕਰਨਾ, ਔਰ ਉਸ ਕੰਮ ਦੇ ਵਿੱਚ ਆ ਕੇ ਠੀਕ ਹੈ ਸਬਸਿਡਾਈਜ਼ ਹੋਣਾ ਮਾੜਾ ਨਹੀਂ ਆ। ਜਵਾਬ ਲਾਉਣਾ ਸਰ, ਜਵਾਬ ਲਓ। ਸਮਾਂ ਬਹੁਤ ਘੱਟ ਹੁੰਦਾ ਪਿੱਛੇ ਨਾ ਪਲੀਜ਼। ਤੁਹਾਡੀ ਗੱਲ ਲੇਕਿਨ ਸਬਸਿਡਾਈਜ਼ ਹੋਣਾ ਜੇ ਮਾੜਾ ਨਹੀਂ, ਮੈਂ ਮੰਨਦਾ ਇਸ ਗੱਲ ਦੇ ਉੱਤੇ, ਲੇਕਿਨ ਇੱਕ ਹੁੰਦਾ ਡਿਮਾਂਡ ਸਪਲਾਈ, ਇੱਕ ਹੁੰਦਾ ਪ੍ਰਾਈਸ ਡਿਮਾਂਡ, ਇੱਕ ਹੁੰਦੀ ਗਿਫਨ ਗੁੱਡਸ। ਉਹਦੇ ਵਿੱਚ ਕੀ ਹੁੰਦਾ ਕਿ ਜੇ ਕੀਮਤ ਵੱਧ ਜਾਂਦੀ ਆ, ਠੀਕ ਹੈ ਜੀ, ਤੇ ਜਿਹੜੀ ਸਪਲਾਈ ਵੀ ਵਧਾਉਂਦੇ ਨੇ ਦੂਜੇ ਬੰਨੇ, ਜੇ ਡਿਮਾਂਡ ਜੇ ਕੀਮਤ ਵੱਧ ਜਾਂਦੀ ਡਿਮਾਂਡ ਵੀ ਘਟ ਜਾਂਦੀ ਆ। ਲੇਕਿਨ ਇੱਕ ਚੀਜ਼ ਹੁੰਦੀ ਹੈ ਜਿਹਨੂੰ ਕਹਿੰਦੇ ਗਿਫਨ ਗੁੱਡਸ, ਬਹੁਤ ਵੱਡੇ ਇਕਨੋਮਿਸਟ ਨੇ ਦਿੱਤੀ ਸੀ ਕਿ ਜੇ ਕੀਮਤ ਵੀ ਘਟ ਜੇ ਤੇ ਚੀਜ਼ਾਂ ਦਾ ਮਿਆਰ ਵੀ ਡਿੱਗ ਜੇ ਤੇ ਉਹ ਦੈਟ ਇਜ਼ ਕਾਲਡ ਗਿਫਨ ਗੁੱਡਸ। ਤੁਸੀਂ ਪੰਜਾਬ ਛੋਟਾ ਗਿਫਨ ਗੁੱਡਸ ਕਲਚਰ ਦੇ ਵਿੱਚ ਠੀਕ ਹੈ, ਪਲੀਜ਼ ਥੋੜੇ ਰੁਕਿਓ, ਥੋੜੇ ਰੁਕ। ਫਿਰ ਤੁਸੀਂ ਕਹਿੰਦੇ ਨੌਕਰੀਆਂ ਦਿੱਤੀਆਂ, ਸੋ ਗੌਰਵ ਜੀ ਕਹਿੰਦੇ ਨੌਕਰੀ ਹਾਂ ਨਹੀਂ ਪਲੀਜ਼ ਕੰਪਲੀਟ ਕਰੋ ਨਾ, ਬਾਕੀਆਂ ਨੇ ਆਪਣੀ ਗੱਲ ਰੱਖਣੀ ਹੈ ਪਲੀਜ਼। ਅਕੋਰਡਿੰਗਲੀ ਨਹੀਂ ਦਿੱਤੀ, ਇੱਕ ਵੱਖਰਾ ਹੀ ਕੈਡਰ ਤਿਆਰ ਕਰਤਾ ਵਾ। ਥੋੜੇ ਕਮਿਸ਼ਨ ਦੀਆਂ ਨੌਕਰੀਆਂ ਨਹੀਂ ਦਿੱਤੀਆਂ ਜੋ ਆਜ਼ਾਦੀ ਤੋਂ ਪਹਿਲਾਂ ਕਹਿੰਦੇ ਸੀ, ਔਰ ਅੱਜ ਕਾਲਜਾਂ ਦੇ ਪ੍ਰੋਫੈਸਰ ਤੁਹਾਡੇ ਮੀਡੀਆ ਜੋਸ਼ੀ ਸਾਹਿਬ ਥੋੜੀ ਵੇਟ ਕਰੋ, ਮੈਂ ਸਾਰਿਆਂ ਦਾ ਰੁਕ ਕਰਨਾ। ਦੇਖੋ ਸਾਰੇ ਡਿਬੇਟ ਦੇ ਵਿੱਚ ਸਾਰੇ ਪਿੱਛੇ ਸਮਾਂ ਬਹੁਤ ਘੱਟ ਹੈ। ਕਲੇਰ ਸਾਹਿਬ ਝੂਠ ਵੱਡੀ ਸੰਘੇੜਾ ਜੀ ਤੁਸੀਂ ਵੀ ਰੁਕੇ, ਮੈਂ ਨਹੀਂ ਇਸ ਤਰੀਕੇ ਨਾਲ ਡਿਬੇਟ ਅੱਗੇ ਨਹੀਂ ਨਾ ਵੱਧ ਪਾਏਗੀ। ਮੈਂ ਇੱਕ ਵਾਰ ਰੁਕ ਕਰ ਲਵਾਂ, ਇੱਕ ਸੈਕਿੰਡ। ਸੰਘੇੜਾ ਸਾਹਿਬ ਇਕੱਠੇ ਜਵਾਬ ਦੇ ਦਿਓ, ਇਕੱਠੇ ਜਵਾਬ ਦੇ ਦਿਓ। ਚਾਰ ਬੰਦੇ ਦਾ ਮੈਂ ਕਹਿੰਦਾ ਤੂੰ ਇੱਕ ਲਾਈਨ ਚਲੋ ਠੀਕ ਹੈ, ਥੋੜੇ 10 ਸੈਕਿੰਡ ਦੇ ਵਿੱਚ ਜੋਸ਼ੀ ਸਾਹਿਬ ਵੇਟ ਕਰਿਓ ਨਾ, ਵੇਟ ਕਰਿਓ ਸਰ, ਇੱਕ ਵਾਰੀ ਤੁਹਾਡੀ ਗੱਲ ਆ ਗਈ ਸਰ, ਥੋੜਾ ਵੇਟ ਕਰੋ ਪਲੀਜ਼। ਜਵਾਬ ਤਾਂ ਲਓ ਨਾ, ਤੁਸੀਂ ਆਪਣੀ ਗੱਲ ਰੱਖ ਦਿੱਤੀ, ਬਹੁਤ ਸਾਰੇ ਪੁਆਇੰਟ ਦੱਸ ਦਿੱਤੇ, ਝੂਠ ਬੋਲਦੇ ਪਏ ਫਿਰ ਗੱਲ ਰੱਖ ਲੈਣ ਦਿਓ ਨਾ ਸਰ। ਸੱਚ ਝੂਠ ਲੋਕਾਂ ਨੂੰ ਤੈਅ ਕਰਨ ਦਿਓ, ਤੁਸੀਂ ਆਪਣੀ ਗੱਲ ਰੱਖ ਲਈ ਸਰ, ਲੋਕਾਂ ਨੂੰ ਤੈਅ ਕਰਨ ਦਿਓ ਸੱਚ ਝੂਠ। ਕਮਿਸ਼ਨ ਦੇ ਅਕੋਰਡਿੰਗਲੀ ਦੱਸੋ। ਠੀਕ ਹੈ ਚਲੋ ਜਵਾਬ ਤਾਂ ਦੇ ਲੈਣ ਦਿਓ ਨਾ ਸਰ। ਸੱਚ ਝੂਠ ਲੋਕ ਤੈਅ ਕਰਨਗੇ, ਲੋਕਾਂ ਨੂੰ ਤੈਅ ਕਰਨ ਦਿਓ, ਦਰਸ਼ਕਾਂ ਨੂੰ ਤੈਅ ਕਰਨ ਦਿਓ। ਪਲੀਜ਼ ਥੋੜਾ ਜਿਹਾ ਵੇਟ ਕਰੋ ਸਰ, ਥੋੜਾ ਜਿਹਾ ਵੇਟ ਕਰੋ, ਨਹੀਂ ਸਮਝ ਆਏਗੀ ਇਸ ਤਰੀਕੇ ਨਾਲ। ਲੋਕਾਂ ਨੂੰ ਵੀ ਬੋਲਣ ਦਿਓ। ਸੰਘੇੜਾ ਸਾਹਿਬ ਮੇਰਾ ਖਿਆਲ ਤੁਹਾਨੂੰ ਇਹ ਵੀ ਪਤਾ ਹੋਣਾ ਸਮਾਜ ਦੇ ਵਿੱਚ ਜਿਹੜਾ ਕਿਸੇ ਦੇ ਪੈਸੇ ਮਾਰ ਲੈਂਦਾ, ਜਿਹੜਾ ਵਿਅਕਤੀ ਕਿਸੇ ਇਹਨੂੰ ਗੱਲ ਕਰ ਦਿਓ, ਇਹਨੂੰ ਗੱਲ ਕਰ ਦਿਓ। ਮੈਂ ਫਿਰ ਵਿਜੇ ਸਿੰਘਲਾ ਨੇ ਪੈਸੇ ਮਾਰੇ ਦਾ ਜਵਾਬ ਦਿਓ ਯਾਰ। ਗੱਲ ਸੁਣ, ਥੋੜਾ ਵੇਟ ਕਰੋ ਨਾ ਜੋਸ਼ੀ ਸਾਹਿਬ, ਨਹੀਂ ਇਸ ਤਰੀਕੇ ਨਾਲ ਪਲੀਜ਼ ਮੇਰੀ ਰਿਕੁਐਸਟ ਹੈ, ਇੱਕ ਇੱਕ ਕਰਕੇ ਗੱਲ ਰੱਖਦੇ ਰਹੋ ਨਾ ਇਸ ਤਰੀਕੇ ਨਾਲ। ਆ ਭਾਰਤੀ ਜਨਤਾ ਪਾਰਟੀ ਸੰਘੇੜਾ ਸਾਹਿਬ ਕੰਪਲੀਟ ਕਰੋ, ਤੁਸੀਂ ਆਪਣੀ ਗੱਲ ਰੱਖੋ। ਸੰਘੇੜਾ ਸਾਹਿਬ ਜੋਸ਼ੀ ਵੇਟ ਕਰੋ ਪਲੀਜ਼, ਇੱਕ ਵਾਰੀ ਵੇਟ ਕਰਨਾ ਪੈਣਾ ਸਰ, ਵੇਟ ਕਰਨਾ ਪੈਣਾ, ਲੋਕਾਂ ਨੂੰ ਸਮਝ ਆਵੇ। ਰਿਕੁਐਸਟ ਹੈ ਦੋਵੇਂ ਪਾਰਟੀਆਂ ਲੋਕਾਂ ਨੂੰ ਸਮਝ ਨਹੀਂ ਆਉਂਦੀ, ਇਸ ਤਰੀਕੇ ਨਾਲ ਦਰਸ਼ਕਾਂ ਤੱਕ ਗੱਲ ਪਹੁੰਚਣੀ ਚਾਹੀਦੀ। ਸੰਘੇੜਾ ਸਾਹਿਬ ਨਹੀਂ ਬੋਲਣ ਦੇ ਰਹੇ। ਠੀਕ ਹੈ ਸੰਘੇੜਾ ਸਾਹਿਬ ਵੇਟ ਕਰੋ ਨਾ ਸਰ। ਨਹੀਂ ਜੋਸ਼ੀ ਗੱਲ ਇਹ ਹੈ ਕਿ ਤੁਸੀਂ ਜੋ ਕਹਿ ਰਹੇ ਹੋ, ਤੁਸੀਂ ਆਪਣਾ ਪੁਆਇੰਟ ਰੱਖ ਰਹੇ ਹੋ, ਉਹਨਾਂ ਨੂੰ ਰੱਖ ਲੈਣ ਦਿਓ। ਸੰਘੇੜਾ ਸਾਹਿਬ ਸਕਿੱਲਾਂ ਦੀ ਗੱਲ ਨਹੀਂ ਹੈ ਅੱਜ। ਮੈਂ ਹੁਣ ਜੋਸ਼ੀ ਸਾਹਿਬ ਕਿਉਂ ਨਹੀਂ ਬੋਲਣ ਦੇ ਰਹੇ? ਇਹਨਾਂ ਨੂੰ ਤਾਂ ਇੱਥੇ ਨੀਵੀਂ ਪਾ ਕੇ ਬੈਠਣਾ ਚਾਹੀਦਾ। ਆ ਯਾਰ ਮੈਂ ਗੱਲ ਸੁਣੋ, ਨੀਵੀਂ ਪਾ ਕੇ ਵੇਟ ਕਰੋ, ਗੱਲਾਂ ਰੱਖ ਲਈ ਉਹਨਾਂ ਨੂੰ ਗੱਲ ਰੱਖ ਲਿਓ, ਤੁਸੀਂ ਆਪਣੀ ਗੱਲ ਰੱਖ ਲਿਓ ਫਿਰ ਉਸ ਤੋਂ ਬਾਅਦ। ਨਹੀਂ ਪਲੀਜ਼ ਇਸ ਤਰੀਕੇ ਨਾਲ ਨਹੀਂ, ਇਹ ਜਵਾਬ ਦਿਓ। ਨਹੀਂ ਆਪੋ ਆਪਣੇ ਦਾਅਵੇ ਨੇ ਨਾ ਸਰ, ਇਹ ਲੋਕਾਂ ਨੂੰ ਤੈਅ ਕਰ ਲੈਣ ਦਿਓ, ਲੋਕਾਂ ਨੂੰ ਤੈਅ ਕਰ ਲੈਣ ਦਿਓ, ਦਰਸ਼ਕ ਤੈਅ ਕਰਨਗੇ ਕਿ ਆਖਿਰ ਕੀ ਹੁੰਦਾ ਹੈ। ਵੇਟ ਕਰੋ ਸਰ, ਵੇਟ ਕਰੋ, ਸਭ ਨੂੰ ਬੋਲਣ ਦਾ ਮੌਕਾ ਦੇਣਾ ਪੈਣਾ ਨਾ ਸਾਰਿਆਂ ਨੂੰ। ਇੱਕ ਲਾਈਨ ਵੀ ਨਹੀਂ ਬੋਲਣ ਦਿੰਦੇ, ਪਤਾ ਕਿਉਂ ਨਹੀਂ ਬੋਲਣ ਦਿੰਦੇ? ਝੂਠ ਬੋਲਣਾ ਮੈਂ ਉਹੀ ਕਹਿ ਰਿਹਾ ਕਿ ਬੰਦਾ ਬਣਾ ਦੂੰ ਤੈਨੂੰ। ਕੋਈ ਸਰ ਇਦਾਂ ਮੈਂ ਤੈਨੂੰ ਵੇਟ ਕਰਨਾ ਪਏਗਾ, ਲੰਮਾ ਪਾ ਦੇਣਾ ਲੋਕਾਂ ਤੱਕ ਗੱਲ। ਚਲੋ ਥੋੜਾ ਵੇਟ ਕਰੋ ਸਰ, ਥੋੜਾ ਜਿਹਾ, ਚਲੋ ਦੋਵੇਂ ਵੇਟ ਕਰੋ। ਖੜਿਆਲ ਸਾਹਿਬ ਥੈਂਕ ਯੂ ਗੌਰਵ ਜੀ, ਮੈਂ ਗੱਲ ਕਰ ਮੈਂ ਰਿਕੁਐਸਟ ਗੁੰਡਾਗਰਦੀ ਨਹੀਂ ਮਚਾਣੀ। ਮੇਰੀ ਰਿਕੁਐਸਟ ਹੈ ਪਲੀਜ਼ ਤੁਸੀਂ ਦੋਵੇਂ ਇਸ ਡਿਬੇਟ 'ਚ ਗਰਿਮਾ ਜ਼ਰੂਰ ਬਣਾ ਕੇ ਰੱਖੀਏ। ਨਹੀਂ ਪਲੀਜ਼ ਰਿਕੁਐਸਟ ਹੈ, ਆਪਣੇ ਸ਼ਬਦਾਂ ਦੀ ਚੋਣ ਵੀ ਆਪਾਂ ਉਸ ਤਰੀਕੇ ਨਾਲ ਕਰੀਏ। ਨਹੀਂ ਜੋਸ਼ੀ ਜੀ ਸੰਘੇੜਾ ਸਾਹਿਬ, ਜੋਸ਼ੀ ਜੀ ਸੰਘੇੜਾ ਸਾਹਿਬ
मैं देखो मैंने दोवां दा ऑडियो डाउन करवाना पएगा कि लोकां तक गल पहुंचे प्लीज रिक्वेस्ट है नहीं प्लीज ਤੁਹਾਨੂੰ ਦੋਵਾਂ ਨੂੰ ਸਮਝ ਆ ਰਹੀ ਹੋ ਸਕਦੀ ਹੈ ਆਪਣੀ ਗੱਲ ਮੈਨੂੰ ਨਹੀਂ ਸਮਝ ਆ ਰਹੀ ਦਰਸ਼ਕਾਂ ਨੂੰ ਕੀ ਸਮਝ ਆ ਰਹੀ ਹੋਏਗੀ ਤੂੰ ਬਕਵਾਸ ਕਿਉਂ ਕਰ ਰਿਹਾ ਨਹੀਂ ਪਲੀਜ਼ ਨਹੀਂ ਕਿਉਂ ਕਰ ਰਿਹਾ ਤੂੰ ਜੋਸ਼ੀ ਸੰਗੜਾ ਸਾਹਿਬ ਮੇਰੀ ਰਿਕੁਐਸਟ ਹੈ ਦੋਵਾਂ ਨੂੰ ਪਲੀਜ਼ ਥੋੜਾ ਵੇਟ ਕਰੋ ਨਾ ਨਹੀਂ ਪਲੀਜ਼ ਜੀ ਨੂੰ ਕੰਪਲੇਂਟ ਕਰਦਾ ਬੀਜੇਪੀ ਦਾ ਕਰਦਾਰ ਲੋਕਾਂ ਨੂੰ ਸਰ ਲੋਕਾਂ ਨੂੰ ਚਲੋ ਵੇਟ ਕਰਿਓ ਖੜਿਆਲ ਸਾਹਿਬ ਦੋਵਾਂ ਨੂੰ ਰਿਕੁਐਸਟ ਹੈ ਦੋਵੇਂ ਵੇਟ ਕਰਿਓ ਨਹੀਂ ਪਲੀਜ਼ ਦੋਵੇਂ ਵੇਟ ਕਰਿਓ ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਆਡੀਓ ਡਾਊਨ ਕਰ ਸਕਦੇ ਹੋ ਤੁਸੀਂ ਦੋਵਾਂ ਦਾ ਠੀਕ ਹੈ ਖੜਿਆਲ ਸਾਹਿਬ जी गौरव जी खड़ियाल साहब कि आम आदमी पार्टी की ठीक सरकार है बोलो सर बोलो कर लांगे ये पैसा सानू गवर्नर साहब दवा देंगे है मैं स्पष्ट करदा गवर्नर साहब मेरा कहता कि ਜਦੋਂ ਤੱਕ मैं खड़ियाल जी आ रहे हैं 10 सेकंड ਤੇ ਉਦੋਂ ਜਿੰਨਾ ਚਿਰ ਫੈਸਲਾ ਨਹੀਂ ਆਉਂਦਾ ਗਵਰਨਰ ਸਾਹਿਬ ਨੇ ਕਹਿੰਦਾ ਸਾਨੂੰ ਉਡੀਕਣਾ ਪੈਣਾ ਹੈ ਇਹੀ ਮੈਂ ਕਹਿ ਰਿਹਾ ਸੀ ਗਵਰਨਰ ਸਾਹਿਬ ਕੋਲ ਪਹਿਲਾਂ ਜਾਂਦੇ ਹੋ खड़ियाल जी मैं आ रहे हैं प्लीज 10 सेकंड्स ਦਿਓ ਇੱਕ ਵਾਰੀ ਮੈਂ ਤੁਹਾਡੇ ਕੋਲ ਆ ਰਿਹਾ ਕਲੇਰ ਸਾਹਿਬ ਦਾ ਵੀ ਰੁਕ ਕਰਾਂਗਾ ਪੈਸਾ ਵੀ ਲੱਗ ਗਿਆ ਲੋਇਰ ਵੀ ਇੰਗੇਜ ਹੋ ਗਏ ठीक है एक सेकंड संगेड़ा साहब प्लीज अपनी गल रख सकते हो ਸਮਾਜ ਦੇ ਵਿੱਚ ਮਾਰਕੀਟਿੰਗ ਤੇ ਬ੍ਰਾਂਡਿੰਗ ਤੇ ਪੀਆਰ ਤੇ ਖਰਚਾ ਬਹੁਤ ਹੋਇਆ ठीक है संगेड़ा साहब ਤੁਸੀਂ ਰੱਖ ਸਕਦੇ ਹੋ ਆਪਣੀ ਗੱਲ ਖੜਿਆਲ ਸਾਹਿਬ ਥੋੜੀ ਜਿਹੀ ਪਲੀਜ਼ ਰਿਕੁਐਸਟ ਹੈ ਵੇਟ ਕਰਿਓ ਮੈਂ ਤੁਹਾਡੇ ਕੋਲ ਆਉਣਾ ਬਹਿਸ ਦੇ ਵਿਚਾਲੇ ਫਿਰ ਲੋਕਾਂ ਤੱਕ ਗੱਲ ਨਹੀਂ ਪਹੁੰਚ ਪਾਉਂਦੀ ਔਰ ਸਮਾਂ ਵੀ ਖਰਾਬ ਹੁੰਦਾ ਹੈ ਸੰਗੇੜਾ ਜੀ ਪਲੀਜ਼ ਕੰਪਲੀਟ ਕਰ ਲਓ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਆ ਦੇਖੋ ਪਹਿਲਾਂ ਇੰਨਾ ਇਹਨਾਂ ਨੇ ਰੌਲਾ ਪਾਇਆ ਚੀਕ ਕੇ ਉਸ ਤੋਂ ਬਾਅਦ ਜਦੋਂ ਮੈਂ ਬੋਲਣ ਲੱਗਾ ਫਿਰ ਰੌਲਾ ਪਾਉਣ ਲੱਗਾ ਤੋ ਇਹਨਾਂ ਨੂੰ ਜੱਜ ਕਿਹਨੇ ਬਣਾਤਾ ਵੀ ਮੈਂ ਸੱਚ ਬੋਲ ਰਿਹਾ ਕਿ ਝੂਠ ਬੋਲ ਰਿਹਾ ਤੁਸੀਂ ਆਪਣਾ ਪੱਖ ਰੱਖੋ ਮੈਂ ਆਪਣਾ ਰੱਖ ਰਿਹਾ ਹਾਂ ਬਿਲਕੁਲ ਮੈਂ ਇਹ ਕਹਿ ਰਿਹਾ ਜਿਹੜਾ ਵਿਅਕਤੀ ਜਾਂ ਕੋਈ ਸੰਸਥਾ ਕੋਈ ਗਰੁੱਪ ਕੋਈ ਆਰਗੇਨਾਈਜੇਸ਼ਨ ਕਿਸੇ ਤੇ ਪੈਸੇ ਮਾਰਦੀ ਆ ਨਾ ਉਹਨੂੰ ਸਮਾਜ ਦੇ ਵਿੱਚ ਬਹੁਤ ਮਾੜਾ ਸਮਝਿਆ ਜਾਂਦਾ ਆ ਗਵਰਨਰ ਸਾਹਿਬ ਨੂੰ ਅਸੀਂ ਕਿਹਾ ਸੀ 5637 ਕਰੋੜ ਰੁਪਏ ਕੇਂਦਰ ਨੇ ਦੱਬੇ ਹੋਏ ਆ ਸਾਡੇ ਜੋਸ਼ੀ ਸਾਹਿਬ ਤੁਹਾਨੂੰ ਤਾਂ ਇੱਥੇ ਨੀਵੀਂ ਪਾ ਕੇ ਬੈਠਣਾ ਚਾਹੀਦਾ 750 ਕਰੋੜ ਤੁਹਾਨੂੰ ਕਣਕ ਕਰ ਰਹੇ ਆ 1000 ਕਰੋੜ ਤੁਹਾਨੂੰ ਆਉਂਦਾ ਝੋਨੇ ਤੋਂ ਰੋਕੋ ਯਾਰ ਕੀ ਆ ਠੀਕ ਹੈ ਜੀ ਇਹ ਆਰਡੀਐਫ ਦੇ ਜਿਹੜੀ ਕੰਡੀਸ਼ਨਸ ਵਿੱਚ ਤੁਸੀਂ ਆਉਂਦੇ ਨੇ ਤੁਸੀਂ ਮੈਂ ਰਿਕੁਐਸਟ ਇਹੀ ਕਰ ਰਿਹਾ ਦੇਖੋ ਇੱਕ ਇੱਕ ਕਰਕੇ ਗੱਲ ਰੱਖਦੇ ਰਹੋ ਨਾ ਤੁਸੀਂ ਮੈਂ ਬੋਲਦਾ ਪਿਆ ਨਹੀਂ ਦੇਖੋ ਜੋਸ਼ੀ ਗੱਲ ਇਹ ਕਿ ਤੁਹਾਡੇ ਦਾਅਵੇ ਤੁਹਾਡੇ ਹੋ ਸਕਦੇ ਨੇ ਉਹਨਾਂ ਦੇ ਦਾਅਵੇ ਆਪਣੇ ਨੇ ਇਸ ਕਰਕੇ ਫੈਕਟਸ ਕਰ ਰਹੇ ਆ ਨਹੀਂ ਫੈਕਟਸ ਸਰ ਤੁਸੀਂ ਕਹਿ ਰਹੇ ਹੋ ਲੋਕਾਂ ਨੂੰ ਤੈਅ ਕਰ ਆਪਣੇ ਟਾਈਮ 'ਚ ਗੱਲ ਰੱਖ ਲਓ ਨਾ ਸਰ ਜਿਹੜੇ ਫੈਕਟਸ ਹੈ ਤੁਸੀਂ ਆਪਣੇ ਟਾਈਮ 'ਚ ਗੱਲ ਰੱਖ ਲਓ ਇੱਕ ਤੁਹਾਡੇ ਤੋਂ ਸਵਾਲ ਪੁੱਛਦਾ ਇੱਕ ਛੋਟਾ ਸਵਾਲ ਇਹਨਾਂ ਨੂੰ ਕੱਲਿਆਂ ਨੂੰ ਇੱਕ ਮਿੰਟ ਇਹਨਾਂ ਨੂੰ ਕੱਲਿਆਂ ਨੂੰ ਸੁਣ ਲਓ ਜੋ ਸੰਘੇੜਾ ਸਾਹਿਬ ਨੇ ਸ਼ਬਦ ਸਾਡੇ ਵਾਸਤੇ ਵਰਤੇ ਕਿ ਨਿਊਜ਼ 18 ਦੀ ਤੂੰ ਗੁੰਡਾਗਰਦੀ ਕਰ ਰਹੇ ਹੋ ਜੋ ਨਿਊਜ਼ 18 ਦੀ ਡਿਬੇਟ ਦਾ ਗੁੰਡਾਗਰਦੀ ਕਰ ਰਹੇ ਹੋ ਨਹੀਂ ਸਰ ਦੇਖੋ ਮੇਰੀ ਤਾਂ ਬਹੁਤ ਕਲੀਅਰ ਲਾਈਨ ਹੈ ਮੈਂ ਚੱਲਦੀ ਡਿਬੇਟ ਦੇ ਵਿੱਚ ਕਹਿ ਰਿਹਾ ਕਿ ਗਰਿਮਾ ਤਾਂ ਸਭ ਨੂੰ ਰੱਖਣੀ ਰਹੇਗੀ ਇਨਕਲੂਡਿੰਗ ਮੀ ਗੁੰਡਾਗਰਦੀ ਕਰ ਰਹੇ ਹੋ ਮੈਂ ਬੋਲਣ ਮੈਨੂੰ ਵੀ ਵਿੱਚ ਸਭ ਨੂੰ ਗਰਿਮਾ ਰੱਖਣੀ ਪਏਗੀ ਜਦੋਂ ਆਪਾਂ ਡਿਬੇਟ ਕਰਦੇ ਹਾਂ ਕਿਉਂਕਿ ਆਪਾਂ ਇਸ ਸਟੂਡੀਓ ਦੇ ਵਿੱਚ ਬੈਠ ਕੇ ਆਪਾਂ ਤਿੰਨ ਜਣੇ ਨਹੀਂ ਡਿਬੇਟ ਕਰ ਰਹੇ ਇਸ ਨੂੰ ਲੱਖਾਂ ਲੋਕ ਦੇਖ ਰਹੇ ਨੇ ਇਸ ਕਰਕੇ ਰਿਕੁਐਸਟ ਹੈ ਚਲੋ ਥੋੜਾ ਜਿਹਾ ਵੇਟ ਕਰੋ ਸਰ ਸਮਾਂ ਖਤਮ ਹੋ ਚੱਲਿਆ ਸੰਗੇੜਾ ਜੀ ਮੈਂ ਤੁਹਾਡੇ ਤੋਂ ਜਵਾਬ ਲਵਾਂਗਾ ਖੜਿਆਲ ਸਾਹਿਬ ਸਮਾਂ ਬਹੁਤ ਅੱਜ ਖਰਾਬ ਹੋਇਆ ਆਪਣਾ ਇਸ ਪੂਰੇ ਚਰਚਾ ਦੇ ਵਿਚਾਲੇ ਜਿਸ ਤਰੀਕੇ ਨਾਲ ਬਹਿਸ ਹੋਈ ਹੈ ਥੋੜਾ ਛੋਟਾ ਜਵਾਬ ਰੱਖਿਓ ਬਹੁਤ ਘੱਟ ਸਮਾਂ ਇਨਫੈਕਟ ਸਮਾਂ ਖਤਮ ਹੋ ਚੱਲਿਆ ਪਰ ਫਿਰ ਵੀ ਸਾਨੂੰ ਗੌਰਵ ਜੀ ਕੰਸਰਨ ਮੈਂ ਤੁਹਾਡੇ ਕੋਲ ਵਾਪਸ ਆਉਂਗਾ ਗਵਰਨਰ ਸਾਹਿਬ ਦੇ ਸਵਾਲ ਜਾਇਜ਼ ਤੇ 2 ਪੁਆਇੰਟ ਬੋਲੂੰਗਾ ਕਿਉਂਕਿ ਐਡ ਤੇ ਮਾਰਕੀਟਿੰਗ ਤੇ ਬ੍ਰਾਂਡਿੰਗ ਤੇ ਪੀਆਰ ਤੇ ਟਰੈਵਲ ਚੌਪੜਾ ਜਹਾਜ਼ਾਂ ਤੇ ਬਹੁਤ ਪੈਸਾ ਲੱਗਿਆ ਹੈ तो जे सरकार इस चीज़ों का जवाब दे दू हो सकता आरडीएफ का पैसा मिल सकता हो ते आम आदमी पार्टी की सरकार रिलक्टेंट क्यों है हेजिटेंट क्यों है पहला दा सवाल ये बनता है दूसरी गल जे गवर्नर साहब का सवाल का जवाब नहीं देने को तैयार सरकार जो हेड ऑफ द स्टेट ने कॉन्स्टिट्यूशनल पोस्ट से नहीं आम लोगों के सवाल का इन्होंने की जवाब देना है आज ये कह रहे हैं भी असं पिटीशन विड्रॉ कर लांगे जे गवर्नर साहब मान जाते हैं गवर्नर साहब ने तो क्लीयर शब्दों में कहता भी जिन्ना चिर फैसला नहीं आना सुप्रीम कोर्ट का ਉਹਨਾਂ ਚਿਰ ਮੈਂ ਨਹੀਂ ਕੁਝ ਕਰ ਸਕੂੰਗਾ ਕਿਉਂਕਿ ਮੈਟਰ ਸੈਚੁਰਿਸ ਹੈ ਇਹ ਪਹਿਲਾਂ ਸੋਚਦੇ ਤੁਸੀਂ ਕਿ ਗਵਰਨਰ ਸਾਹਿਬ ਕੋਲ ਜਾਣੇ ਆ ਅਸੀਂ ਜੇ ਗੱਲ ਬਣ ਗਈ ਵੈਲ ਐਂਡ ਗੁੱਡ ਨਹੀਂ ਬਣੀ ਫੇਰ ਜਾਂਦੇ ਸੁਪਰੀਮ ਕੋਰਟ ਹੁਣ ਪੈਸਾ ਵੀ ਲੱਗ ਗਿਆ ਸਾਡਾ ਸੁਪਰੀਮ ਕੋਰਟ ਵੀ ਚਲੇ ਗਏ ਵਕੀਲ ਸਾਹਿਬ ਵੀ ਐਂਗੇਜ ਕਰ ਲਏ ਹੁਣ ਕਹਿੰਦੇ ਜੀ ਵਿਡਰਾ ਕਰ ਲੈਂਦੇ ਆ ਅਸੀਂ तो आम आदमी पार्टी बौखलावे घट ते थोड़ा जिहा एक्सपीरियंस नाल चलने की कोशिश करे ब्यूरोक्रेट को पुछ लिया करो दूसरी गल आम आदमी पार्टी की सरकार मौका दिंदी है जी बीजेपी साडा पैसा रोक ले ते बीजेपी मौका भालदी है इस सिल्वर प्लैटर ते गौरव जी ऐ सब करते बीजेपी नु मौका फिर रोक लो साडा खड़ेल साहब मेरे समा खत्म हो चले सब विचाले रोकना होएगा मेनू लास्ट एनएचएम ਦਾ ਪੈਸਾ ਵੀ ਤਾਂ ਰੁਕਿਆ ਸੀ ਨਾ ਇਹਨਾਂ ਨੇ ਐਮਓਯੂ ਵਾਇਲੇਟ ਕੀਤਾ ਸੀਗਾ ਸੋ ਇਹਨਾਂ ਦੀਆਂ ਗਲਤੀਆਂ ਕਰਕੇ ਪੰਜਾਬ ਨੂੰ ਬਾਰ-ਬਾਰ ਕਲੀਅਰ ਜੀ ਠੀਕ ਹੈ ਖੜੇਲ ਸਾਹਿਬ ਮਾਫੀ ਚਾਹੂੰਗਾ ਬਹੁਤ ਘੱਟ ਸਮਾਂ ਦੇ ਪਾਏ ਅੱਜ ਆਪਾਂ ਸਾਰਿਆਂ ਨੂੰ ਕਲੀਅਰ ਜੀ देखो मैं गौरव जी बड़े स्पष्ट तौर पे कहना कि आम आदमी पार्टी की सरकार एक ब्रांडिंग की सरकार है ब्रांड की है बद्दोवाल पुराने स्कूल के उत्ते नवी बिल्डिंग छत्ती और डिग्गी मरे कौन साडे अध्यापक
ਫਿਰ ਉੱਥੇ ਸਕੂਲ ਆਫ ਐਮੀਨੈਂਸ ਦਾ ਡਰਾਮਾ ਕੀਤਾ, ਅਰਵਿੰਦ ਕੇਜਰੀਵਾਲ ਨੂੰ ਬੁਲਾਇਆ, ਸਵਾਲ ਕਿਹਨੇ ਚੱਕਿਆ? ਕੁੰਵਰ ਵਿਜੇ ਪ੍ਰਤਾਪ ਨੇ, ਆਪ ਦੇ ਐਮਐਲਏ ਨੇ, ਲਾਲਪੁਰਾ ਆਪ ਦੇ ਐਮਐਲਏ ਨੇ। ਉਹ ਕਹਿੰਦੇ ਤਾਂ ਪੁਰਾਣੀਆਂ ਸਰਕਾਰਾਂ ਨੇ ਬਣਾਇਆ ਸੀ, ਤੁਸੀਂ ਕਾਹਦਾ ਰਿਬਨ ਕੱਟਤਾ? ਸੋ ਇਹ ਲੋਕ ਪੁਰਾਣੀ ਸਰਕਾਰਾਂ ਦੇ ਕੀਤੇ ਕੰਮ ਨੂੰ ਪਰੋਸ ਕੇ ਬ੍ਰਾਂਡਿੰਗ ਕਰਕੇ ਪੰਜਾਬ ਦਾ ਪੈਸਾ ਐਡਵਰਟਾਈਜ਼ਮੈਂਟ ਤੇ ਖਰਾਬ ਕਰ ਰਹੇ ਨੇ। ਨਹੀਂ, ਅੱਜ ਮੈਂ ਸੰਘੇੜਾ ਸਾਹਿਬ ਨੂੰ ਫੇਰ ਦੁਬਾਰਾ ਸਵਾਲ ਕਰਦਾ ਕਿ ਜਿਹੜਾ ਟੂਰਿਜ਼ਮ ਸਮਿਟ ਕਰਾਇਆ ਉਹਦੇ 'ਚ ਦਿਖਾਇਆ ਕਿ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਵਰਲਡ ਫੇਮਸ ਮੋਨੂਮੈਂਟ ਬਣਾਏ, ਉਹਦੀ ਇੱਕ ਬੁਕਲੇਟ ਛਾਪੀ ਤੇ ਕਹਿੰਦੇ ਜੀ ਆਹ ਸਾਡਾ ਟੂਰਿਜ਼ਮ ਸਮਿਟ ਹੈ। ਸੋ ਕਹਿਣ ਤੋਂ ਭਾਵ ਹੈ ਕਿ ਤੁਸੀਂ ਆਪ ਕੀ ਕੀਤਾ? ਤੁਸੀਂ ਪੁਰਾਣੀਆਂ ਸਰਕਾਰਾਂ, ਸ਼੍ਰੋਮਣੀ ਅਕਾਲੀ ਦਲ ਦਾ ਕੰਮ ਸਿਰਫ ਪ੍ਰਚਾਰ ਰਹੇ ਹੋ ਔਰ ਲੋਕਾਂ ਦਾ ਪੈਸਾ ਬਰਬਾਦ ਕਰ ਰਹੇ ਹੋ। ਹਜ਼ਾਰਾਂ ਕਰੋੜ ਰੁਪਈਆ ਤੁਹਾਡੀ ਆਪਣੀ ਪੰਜਾਬ ਨੂੰ ਕੋਈ ਦੇਣ ਨਹੀਂ। ਮੈਂ ਪਹਿਲਾਂ ਹੀ ਕਿਹਾ ਸੀ ਕਿ ਨਾ ਤਾਂ ਤੁਸੀਂ ਕੋਈ ਸੋਸ਼ਲ ਵੈਲਫੇਅਰ ਸਕੀਮ ਚਲਾ ਰਹੇ ਹੋ, ਨਾ ਕੋਈ ਬੁਢਾਪਾ ਪੈਨਸ਼ਨ ਮਿਲ ਰਹੀ ਹੈ, ਨਾ 1000 ਰੁਪਏ ਠੀਕ ਹੈ ਕਲੇਰ ਸਾਹਿਬ, ਨਾ ਕੋਈ ਹੜਾਂ ਦਾ ਮੁਆਵਜ਼ਾ ਮਿਲਿਆ। ਮਾਫੀ ਚਾਹੁੰਦਾ ਕਿ ਵਿਚਾਲੇ ਰੋਕਣੇ ਸਰ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ, ਮੈਨੂੰ ਛੋਟਾ ਜਿਹਾ ਜਵਾਬ ਜ਼ਰੂਰ ਲੈਣਾ ਹੋਏਗਾ ਸੰਘੇੜਾ ਸਾਹਿਬ। ਪੈਸਾ ਐਡਵਰਟਾਈਜ਼ਮੈਂਟ ਤੇ ਗੌਰਵ ਜੀ ਠੀਕ ਹੈ, ਤੁਹਾਡੇ ਪੁਆਇੰਟ ਬਹੁਤ ਸਾਰੇ ਆ ਗਏ ਨੇ ਸੰਘੇੜਾ ਸਾਹਿਬ, ਇੱਕ ਇਹ ਵੀ ਐਡ ਕਰ ਦਿਓ। ਨਵਜੋਤ ਸਿੰਘ ਸਿੱਧੂ ਨੂੰ ਤੁਸੀਂ ਸੁਣਿਆ ਹੋਵੇਗਾ, ਮੁਫਤ ਦੀ ਫ੍ਰੀ ਬੀਜ ਦੇ ਉੱਤੇ ਵੀ ਉਹ ਕਹਿ ਰਹੇ ਨੇ ਕਿ ਉਹ ਕਿਤੇ ਨਾ ਕਿਤੇ ਉਹ ਕਰਜ਼ੇ ਦੀ ਪੰਡ ਨੂੰ ਹੋਰ ਭਾਰੀ ਕਰ ਰਿਹਾ। ਨਹੀਂ ਦੇਖੋ, ਗੱਲ ਸੁਣੋ, ਇਹ ਜਿਹੜੀ ਅੱਜ ਦੀ ਡਿਬੇਟ ਸੀਗੀ ਨਾ, ਇਹ ਬਹੁਤ ਵਧੀਆ ਡਿਬੇਟ ਹੋ ਕੇ ਨਿਬੜਨੀ ਸੀ ਜੇ ਅਸੀਂ ਆਪਣੀ ਵਾਰੀ-ਵਾਰੀ ਸਿਰ ਬੋਲਦੇ, ਬਟ ਅਨਫੋਰਚੂਨੇਟਲੀ ਉਹ ਕੰਮ ਨਹੀਂ ਹੋ ਸਕਿਆ। ਸਿੱਧੂ ਸਾਹਿਬ ਜੋ ਮਰਜ਼ੀ ਬੋਲ ਸਕਦੇ ਆ, ਕਾਂਗਰਸ ਦੇ ਲੀਡਰ ਨੇ ਉਹ, ਤੇ ਉਹ ਗੱਲ ਸਹੀ ਵੀ ਹੈ, ਪਰ ਮਤਲਬ ਜਿਹੜੀ ਚੀਜ਼ ਇੱਕ ਲੋਕਾਂ ਦਾ ਪੈਸਾ ਜਿਹੜਾ ਲੋਕਾਂ ਤੇ ਹੀ ਲੱਗ ਰਿਹਾ ਨਾ, ਲੋਕਾਂ ਦੀ ਲੋੜ ਹੈ ਉਹ, ਹਾਂਜੀ, ਉਹਦੇ ਵਿੱਚ ਲੱਗ ਰਿਹਾ। ਸਾਰੀਆਂ ਜਥੇਬੰਦੀਆਂ, ਸਾਰੀਆਂ ਸਰਕਾਰਾਂ ਹੀ ਕੁਛ ਨਾ ਕੁਛ ਫ੍ਰੀ ਦਿੰਦੀਆਂ ਰਹੀਆਂ, ਅਸੀਂ ਆਪਣੇ ਹਿਸਾਬ ਨਾਲ ਦੇ ਰਹੇ ਹਾਂ, ਔਰ ਲੋਕਾਂ ਦਾ ਪੈਸਾ ਕੁਛ ਉਹਦੇ ਚੋਂ ਵਾਪਸ ਜਾਣਾ ਚਾਹੀਦਾ ਲੋਕਾਂ ਲਈ, ਉਹ 'ਚ ਕੋਈ ਮਾੜੀ ਗੱਲ ਨਹੀਂ ਹੈ। ਘੱਟੋ ਘੱਟ ਆਪਣੇ ਘਰਾਂ ਨੂੰ ਤਾਂ ਨਹੀਂ ਲੈ ਕੇ ਜਾਂਦੇ ਨਾ, ਇੱਥੇ ਤਾਂ ਲੋਕਾਂ ਦੇ ਮਹਿਲ ਉੱਚੇ ਹੁੰਦੇ ਰਹੇ ਆ, ਮਹਿਲਾਂ ਦੀ ਮੁਰੰਮਤ ਹੁੰਦੀ ਰਹੀ ਹੈ, ਨਵੇਂ ਮਹਿਲ ਬਣਦੇ ਰਹੇ ਆ, 7 ਤਾਰਾ ਤੇ 5 ਤਾਰਾ ਤੇ 12 ਤਾਰਾ ਪਤਾ ਨਹੀਂ ਕਿਹੜੇ ਕਿਹੜੇ ਬਣ ਗਏ ਆ। ਪਰ ਮਤਲਬ ਪੰਜਾਬ ਸਰਕਾਰ ਸਿਰ ਕਰਜ਼ਾ ਵੱਧਦਾ ਰਿਹਾ, ਲੋਕਾਂ ਨੂੰ ਦਿੱਤਾ ਨਾ ਕੁਛ। ਜੇ ਫੈਸਿਲਿਟੀ ਗਈ ਹੈ 98% 95% ਲੋਕਾਂ ਤੱਕ ਗਈ ਆ, ਜੇ ਰੁਜ਼ਗਾਰ ਦਿੱਤਾ ਆ, ਪੰਜਾਬ ਦੇ ਮੁੰਡੇ ਕੁੜੀਆਂ ਹੀ ਨੌਕਰੀਆਂ ਲੱਗੇ ਆ ਨਾ, ਇੱਕ ਬੱਚੇ ਨੂੰ ਨੌਕਰੀ ਮਿਲਦੀ ਆ, 2 ਪਰਿਵਾਰ ਵਸਦੇ ਆ ਉਹਦੇ ਨਾਲ। ਸਾਰੇ ਪਿੰਡਾਂ 'ਚ ਲੋਕਾਂ 'ਚ ਗੱਲਾਂ ਚੱਲਦੀਆਂ ਆ ਕਿ ਨਾਲੋਂ ਨਾਲ ਰੁਜ਼ਗਾਰ ਮਿਲ ਰਿਹਾ। 36,735 ਨੌਕਰੀਆਂ ਹੁਣ ਤੱਕ ਦਿੱਤੀਆਂ ਜਾ ਚੁੱਕੀਆਂ, ਔਰ ਜਾ ਕੇ ਜੁਆਇਨ ਕਰਦੇ ਆ, ਉਹਦੇ ਤੇ ਵੀ ਜੋਸ਼ੀ ਸਾਹਿਬ ਕਿੰਤੂ ਕਰ ਰਹੇ ਆ। ਚਲੋ ਮੇਰੇ ਕੋਲ ਸਮਾਂ ਖਤਮ ਹੋ ਗਿਆ ਸਰ, ਮੈਂ ਸਾਰਿਆਂ ਤੋਂ ਮੈਂ ਮਾਫੀ ਚਾਹੂੰਗਾ, ਵਿਚਾਲੇ ਰੋਕਣਾ ਸਰ, ਮੈਂ ਸਮਾਂ ਨਹੀਂ ਹੈ ਮੇਰੇ ਕੋਲ ਨਾ ਜੀ। ਕਿਹੜੀ ਗੱਲ ਹੋਈ? ਇਹ ਭਾਰਤੀ ਜਨਤਾ ਪਾਰਟੀ ਦੀ ਕੋਈ ਨਵੀਂ ਡਾਇਰੈਕਸ਼ਨ ਥੋੜੀ ਆ। ਦੇਖੋ ਸੰਘੇੜਾ ਸਾਹਿਬ, ਇੱਕ ਛੋਟੀ ਜਿਹੀ ਗੱਲ ਆ, ਮੈਂ ਠੀਕ ਹੈ, ਮੈਂ ਵਾਈਂਡ ਅਪ ਕਰਨਾ ਸਰ, ਮੇਰੇ ਕੋਲ ਸਮਾਂ ਖਤਮ ਹੋ ਗਿਆ। ਇਨਫੈਕਟ ਮੈਂ 5-7 ਮਿੰਟ ਫालतू ਲੈ ਚੁੱਕਿਆ ਜੀ। ਕੰਮ ਦੱਸਿਆ ਬਾਦਲ ਸਰਕਾਰ ਦਾ, ਕਲੇਰ ਸਾਹਿਬ ਨੇ ਇੱਕ ਕੰਮ ਦੱਸਿਆ ਬਾਦਲ ਸਰਕਾਰ ਦਾ ਕਿ ਹਾਈਵੇ ਬਣਾਤੇ, ਉਹਦਾ ਮੈਂ ਹਾਈਵੇ ਦਾ ਜਵਾਬ ਦੇ ਦਿੱਤਾ। ਜਦੋਂ ਪੰਜਾਬ ਦੀ ਇਲੈਕਸ਼ਨ ਵਾਸਤੇ ਆਨਰੇਬਲ ਕੇਜਰੀਵਾਲ ਸਾਹਿਬ ਪੰਜਾਬ 'ਚ ਆਉਂਦੇ ਸੀ, ਕੀ ਉਹਨਾਂ ਨੇ ਇਹ ਜ਼ਿਕਰ ਕੀਤਾ ਸੀਗਾ ਜੋ ਅੱਜ ਤੁਸੀਂ ਜ਼ਿਕਰ ਕਰ ਰਹੇ ਹੋ? ਮੈਂ ਦੱਸ ਦਿੰਦਾ, ਜਵਾਬ ਠੀਕ ਹੈ, ਚਲੋ ਜਵਾਬ ਲੈਣ ਦਿਓ ਸਰ, ਮੇਰੇ ਕੋਲ ਸਮਾਂ ਪੂਰਾ ਕਰ ਲੈਣ ਦਿਓ ਜੀ। ਉਸ ਟਾਈਮ ਜਦੋਂ ਤੁਸੀਂ ਗਰੰਟੀਆਂ ਦੀ ਗੱਲ ਕੀਤੀ ਹੈ ਨਾ, ਜਦੋਂ ਤੁਸੀਂ ਉਦੋਂ ਫ੍ਰੀ ਦੀਆਂ ਗੱਲਾਂ ਕੀਤੀਆਂ, ਉਸ ਟਾਈਮ ਤੁਹਾਡੀ ਸਟੇਟਮੈਂਟ ਕੁਝ ਹੋਰ ਸੀ, ਨਤੀਜੇ ਕੁਝ ਹੋਰ ਨਿਕਲਿਆ। ਇੱਥੇ ਮੈਂ ਕਹਿੰਦਾ ਨਾ ਕਿ ਤੁਹਾਡੇ ਆਨਰੇਬਲ ਫਾਈਨਾਂਸ ਮਿਨਿਸਟਰ ਇਕਨੋਮਿਕਲੀ ਫੇਲਿਅਰ ਨੇ, ਉਹਨਾਂ ਨੂੰ ਇਹ ਨਹੀਂ ਪਤਾ। ਠੀਕ ਹੈ, ਜਵਾਬ ਲਓ ਸਰ, ਸਮਾਂ ਖਤਮ ਹੋ ਚੱਲਿਆ ਨਾ, ਮੈਨੂੰ ਵਿਚਾਰ ਕਰਨਾ ਪਏਗਾ। ਸੰਘੇੜਾ ਸਾਹਿਬ ਸੰਘੇੜਾ ਸਾਹਿਬ ਜੀ ਸੰਘੇੜਾ ਸਾਹਿਬ, ਨੌਕਰੀਆਂ ਦੇਣੀਆਂ ਸੀ 3 ਲੱਖ ਜੀ। ਦੇਖੋ ਗੱਲ ਸੁਣੋ, ਜਿਹੜੀਆਂ ਕਮਿਸ਼ਨ ਬੰਦ ਕਰੋ ਜਵਾਬ ਦੇ ਲੈਣ ਦਿਓ ਸਰ, ਕੰਪਲੀਟ ਕਰ ਲੈਣ ਦਿਓ ਉਹਨਾਂ ਨੂੰ। ਸੰਘੇੜਾ ਸਾਹਿਬ ਨੌਕਰੀਆਂ ਕਮਿਸ਼ਨ ਦੀਆਂ, ਠੀਕ ਹੈ ਸੰਘੇੜਾ ਸਾਹਿਬ, ਤੁਸੀਂ ਆਪਣੀ ਗੱਲ ਰੱਖੋ ਸਰ ਪਲੀਜ਼, ਆਪਾਂ ਵਾਈਂਡ ਅਪ ਕਰਨਾ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ। ਜਿਹੜੀਆਂ ਕਿ ਪੱਕਾ ਕੰਸੋਲੀਡੇਟ ਬਣ ਰਹੀਆਂ ਨੇ, ਮੈਨੂੰ ਵਿਚਾਲੇ ਰੋਕਣਾ ਪਏਗਾ। ਸੰਘੇੜਾ ਸਾਹਿਬ ਕੰਪਲੀਟ ਕਰ ਲਓ ਸਰ, ਕੰਪਲੀਟ ਕਰ ਲਓ, ਤੁਸੀਂ ਆਪਣੀ ਗੱਲ ਰੱਖ ਲਓ। 10 ਸੈਕਿੰਡ ਹੈ ਸਰ ਸ਼ੁਰੂ ਹੋ ਗਿਆ ਜੀ ਸਾਹਿਬ, ਫਿਰ ਤੁਸੀਂ ਉਹੀ ਕੰਮ ਸ਼ੁਰੂ। ਸੰਘੇੜਾ ਸਾਹਿਬ ਪੁਆਇੰਟ ਤੇ ਆ ਜਾਓ ਨਾ ਸਰ, ਤੁਸੀਂ ਪੁਆਇੰਟ ਦੇ ਉੱਪਰ ਜਵਾਬ ਦੇ ਦਿਓ, ਇੱਕ ਛੋਟਾ ਜਿਹਾ ਪੁਆਇੰਟ ਤੇ ਜਵਾਬ ਦੇ ਦਿਓ ਸਰ। ਬੀਜੇਪੀ ਵਾਂਗੂ ਨਹੀਂ ਕਰ ਰਹੇ, ਤੁਸੀਂ ਕੰਸੋਲੀਡੇਟ ਦਿੱਤੀ ਆ ਕਿ ਪੇਸ਼ ਕਰਨ ਦੀ ਜਵਾਬ ਦੇ ਦਿਓ ਬਸ। ਨਹੀਂ ਫਿਰ ਤੁਸੀਂ ਬੋਲਣ ਕਿਉਂ ਨਹੀਂ ਦਿੰਦੇ? ਨਹੀਂ ਬੋਲਣ ਕਿਉਂ ਨਹੀਂ ਦਿੰਦੇ? ਸਰਕਾਰਯੋਗ ਜੇ ਤੁਸੀਂ, ਨਹੀਂ ਫਿਰ ਤੁਸੀਂ ਬੋਲਣ ਕਿਉਂ ਨਹੀਂ ਦਿੰਦੇ? ਤੁਸੀਂ ਜਵਾਬ ਦੇ ਦਿਓ, ਕੰਸੋਲੀਡੇਟ ਤੁਸੀਂ ਸੈਲਰੀ ਵਾਲੀ ਨੌਕਰੀ ਦਿੱਤੀ ਆ, ਬੋਲਣ ਕਿਉਂ ਨਹੀਂ ਦਿੰਦੇ? ਚਲੋ ਇੱਕ ਸੈਕਿੰਡ, ਬਹੁਤ ਛੋਟਾ ਜਵਾਬ ਜ਼ਰੂਰੀ ਹੈ, ਇਸ ਕਰਕੇ ਮੈਨੂੰ ਸਮਾਂ ਫालतू ਲੈਣਾ ਪੈ ਰਿਹਾ। ਸੰਘੇੜਾ ਸਾਹਿਬ ਤੁਸੀਂ ਪੁਆਇੰਟ ਤੇ ਇੱਕ ਸੈਕਿੰਡ ਸਰ। ਸਭ ਤੋਂ ਵੱਧ ਗੰਦ ਅੱਜ ਬੀਜੇਪੀ ਦੇ ਬੁਲਾਰੇ ਨੇ ਪਾਇਆ, ਡਿਬੇਟ ਖਰਾਬ ਕੀਤੀ ਹੈ। ਆਈ ਨੈਵਰ ਐਕਸਪੈਕਟਡ ਇਟ ਫਰਮ ਯੂ। ਤੁਸੀਂ ਇਹੋ ਜਿਹਾ ਬਿਹੇਵ ਕਰੋਗੇ ਨਾ, ਮੇਰੇ ਟਾਈਮ ਦੇ ਵਿੱਚ ਵੀ ਹੋਰ ਨਹੀਂ ਬੋਲਣ ਲੱਗੇ। ਬਿਲਕੁਲ ਇੱਕ ਜਵਾਬ ਦੇ ਦਿਓ ਪਲੀਜ਼। ਕੰਸੋਲੀਡੇਟ ਡਿਬੇਟ ਅੱਜ ਇਸ ਕਰਦੇ ਆ, ਤੈਨੂੰ ਦੱਸ ਰਿਹਾ ਕਮਿਸ਼ਨ ਦੀ ਪੇ ਸਕੇਲ ਵਾਲੀ ਆ, ਇਹ ਜਵਾਬ ਦੇ ਬਣਦਾ ਨਾ ਦੇਣਾ। ਆਮ ਲੋਕਾਂ ਨੂੰ ਨੌਕਰੀਆਂ ਮਿਲਦੀਆਂ, ਬੀਜੇਪੀ ਨੂੰ ਤਕਲੀਫ ਕੀ ਹੈ? ਕੋਈ ਤਕਲੀਫ ਨਹੀਂ ਹੈ, ਜੰਮ ਦੋ। ਬਕਵਾਸ ਕਿਉਂ ਕਰ ਰਹੇ ਹੋ?
ਫਿਰ ਬਕਵਾਸ ਕਿਉਂ ਕਰੀ ਜਾਂਦੇ ਹੋ ਹੈ? ਚਲੋ ਮੈਂ ਮਾਫੀ ਚਾਹੂੰਗਾ, ਵਿਚਾਲੇ ਰੋਕਣਾ ਪੈਣਾ, ਮੇਰੇ ਕੋਲ ਸਮਾਂ ਖਤਮ ਹੋ ਗਿਆ ਜੀ। ਚਲੋ ਲੋਕਾਂ ਤੱਕ ਗੱਲ ਪਹੁੰਚਣੀ ਚਾਹੀਦੀ ਸੀ, ਅੱਜ ਨਹੀਂ ਪਹੁੰਚ ਪਾਈ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਮੈਨੂੰ ਵਿਚਾਲੇ ਜੀ ਦੇਖੋ ਚਰਚਾ ਇੱਕ ਤਰੀਕੇ ਨਾਲ, ਮਾਫੀ ਚਾਹੂੰਗਾ ਵਿਚਾਲੇ ਰੋਕਣੇ ਹੈ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ। ਬਹੁਤ ਸਾਰੀਆਂ ਗੱਲਾਂ ਦੇ ਜਵਾਬ ਲੋਕਾਂ ਤੱਕ ਪਹੁੰਚਣੇ ਚਾਹੀਦੇ ਸੀ, ਸ਼ਾਇਦ ਅੱਜ ਨਹੀਂ ਪਹੁੰਚ ਪਾਏ ਇਸ ਪੂਰੀ ਡਿਬੇਟ ਦੇ ਦੌਰਾਨ। ਪਰ ਪੁਆਇੰਟ ਇਹ ਵੀ ਹੈ ਕਿ ਬਾਕੀ ਕਰਜ਼ਾ ਲੈ ਕੇ ਇਸ ਤਰੀਕੇ ਨਾਲ ਹੀ ਕਰਜ਼ਾ ਵੱਧਦਾ ਰਹੇਗਾ, ਨਹੀਂ ਕੋਈ ਹੱਲ। ਪਰ ਜੇ ਅਜਿਹੀਆਂ ਥਾਵਾਂ ਦੇ ਉੱਤੇ ਵੀ ਉਸ ਨੂੰ ਲਗਾਇਆ ਜਾਵੇ ਜਿੱਥੋਂ ਆਮਦਨ ਸੂਬੇ ਦੀ ਵਧੇ, ਤਾਂ ਸ਼ਾਇਦ ਕੋਈ ਫਾਰਮੂਲਾ ਹੋਵੇ ਜਿਸ ਦੇ ਜ਼ਰੀਏ ਕਰਜ਼ਾ ਘਟ ਜਾਂ ਖਤਮ ਹੋ ਸਕੇ। ਪ੍ਰਾਈਮ ਟਾਈਮ ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਉਮੀਦ ਕਰਦੇ ਹਾਂ ਕਿ ਡਿਬੇਟਸ ਦੇ ਵਿੱਚ ਸਾਡੇ ਮਹਿਮਾਨ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਗੇ ਕਿ ਘਰ ਬੈਠ ਕੇ ਲੋਕ ਉਹਨਾਂ ਨੂੰ ਸੁਣਦੇ ਨੇ, ਇਸ ਕਰਕੇ ਉਹਨਾਂ ਤੱਕ ਗੱਲ ਪਹੁੰਚੇ, ਉਹਨਾਂ ਦੀ ਸਾਡੀ ਸਭ ਦੀ ਜ਼ਿੰਮੇਵਾਰੀ। ਧੰਨਵਾਦ।